डेली पोस्ट पंजाब हरियाणा हिमाचल देख रहे हो तुसीं ते मैं बलदीप सिंह लैके हाज़र हाँ डेली डिबेट। सारे ही दर्शकों को सत श्री अकाल। सो डेली डिबेट दे विच असीं अक्सर लोकां दे नाल जुड़े हुए मसले या सियासी मसले जिहड़े ने या सियासी मसले कई बार लोकां नाल जुड़े हुंदे ने उस नूं विचारदे हां। और अज जो मसला विचारन जा रहे हैं वो सीधे तौर ते तुहाडे नाल साडे नाल वाबस्ता है, जुड़िया होया। जी हाँ, पंजाब दे विच सरकारी दफ्तरां दा समां जिहड़ा वो तब्दील हो गया। हुण सरकारी दफ्तर ने जिहड़े जां उन्हां च कामकाज है वो सवेरे 7:30 बजे तो लैके दोपहर दे 2 बजे तक होएगा। और सरकार ने जो दलील दित्ती है कि बिजली की बचत होएगी, क्योंकि गर्मी का मौसम है। गर्मी के मौसम के विच दोपहर के समय जिहड़ा वो दफ्तरां दे विच AC दा या कूलरां दी जिहड़ी है वो वरतों हुंदी है, तो उस नाल बिजली खपत जिहड़ी है वो वधदी है। जेकर समा सवेरे पहला होएगा दफ्तर का ਤਾਂ ਉੱਥੇ AC ਦੀ ਜਾਂ ਹੋਰ ਜਿਹੜੇ ਬਿਜਲੀ ਦੇ ਉਪਕਰਨ ਨੇ ਉਹਨਾਂ ਦੀ ਲੋੜ ਨਹੀਂ ਪਏਗੀ। ਇਸ ਨੂੰ ਦੇਖਦੇ ਹੋਏ ਸਮੇਂ 'ਚ ਤਬਦੀਲੀ ਕੀਤੀ ਗਈ ਹੈ ਤੇ ਸਵੇਰੇ 7:30 ਵਜੇ ਤੋਂ ਲੈ ਕੇ 2 ਵਜੇ ਦਾ ਸਮਾਂ ਜਿਹੜਾ ਉਹ ਤੈਅ ਕੀਤਾ ਗਿਆ। ਅੱਜ ਇਸ ਦਾ ਇਹ ਨਿਯਮ ਲਾਗੂ ਹੋਣ ਦਾ ਅੱਜ ਪਹਿਲਾ ਦਿਨ ਸੀ, ਯਾਨੀ ਕਿ 2 ਮਈ ਨੂੰ ਜਿਹੜੇ ਸਾਰੇ ਪੰਜਾਬ ਦੇ ਸਰਕਾਰੀ ਦਫ਼ਤਰ ਨੇ ਉਹਨਾਂ ਦੇ ਵਿੱਚ ਜਿਹੜੇ ਮੁਲਾਜ਼ਮ ਨੇ ਉਹ ਸਵੇਰੇ 7:30 ਵਜੇ ਪਹੁੰਚੇ। ਇੱਥੋਂ ਤੱਕ ਕਿ ਮੁੱਖ ਮੰਤਰੀ ਮਾਨ ਖੁਦ ਅੱਜ ਸਕੱਤਰੇਤ ਦੇ ਵਿੱਚ ਸਵੇਰੇ 7:28 ਤੇ ਪਹੁੰਚੇ ਤੇ ਆਪਣਾ ਕੰਮਕਾਜ ਕਰਦੇ ਹੋਏ ਨਜ਼ਰ ਆਏ। ਉਹਨਾਂ ਦੇ ਮੰਤਰੀ ਉਹਨਾਂ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਇਸੇ ਤਰੀਕੇ ਦੇ ਨਾਲ, ਉਹ ਵੀ ਸਕੱਤਰੇਤ ਦੇ ਵਿੱਚ ਪਹੁੰਚੇ ਆਪਣੇ ਦਫ਼ਤਰਾਂ ਦੇ ਵਿੱਚ। ਸੋ ਇਸ ਨੂੰ ਲੈ ਕੇ ਜਿੱਥੇ ਸਰਕਾਰ ਇਹ ਤਰਕ ਦੇ ਰਹੀ ਹੈ ਕਿ ਇਸ ਦੇ ਨਾਲ ਤਕਰੀਬਨ 300 ਤੋਂ ਲੈ ਕੇ 350 ਮੈਗਾਵਾਟ ਬਿਜਲੀ ਦੀ ਜਿਹੜੀ ਹੈ ਬਚਤ ਹੋਏਗੀ ਔਰ ਕੁੱਲ ਮਿਲਾ ਕੇ 42-45 ਕਰੋੜ ਰੁਪਇਆ ਜਿਹੜਾ ਉਹ ਬਚੇਗਾ। तो दूजे पासे जो विरोधी ने वो इसके उपर सवाल चक रहे हैं। सीधे तौर पर कहा जा रहा है कि सरकार दे कोल सरकार ने बिजली उत्पादन जिहड़ा वो वधाया नहीं गर्मी के मौसम को देखते हुए, तां करके अजिहे फैसले जिहड़े ने वो ले जा रहे हैं। कई होर पहलू भी ने इस दे नाल जुड़े हुए कि सरकारी मुलाजम ने जिहड़े वो अगर उन्हां दा समां तब्दील किया गया कि उन्हां दी दिनचर्या दे विच ਜਾਂ ਪਰਿਵਾਰਕ ਕੋਈ ਮੁਸ਼ਕਲਾਂ ਜਿਹੜੀਆਂ ਨੇ ਕਿ ਉਹਨਾਂ ਨੂੰ ਉਹ ਵੀ ਆ ਸਕਦੀਆਂ ਨੇ, ਉਹ ਵੀ ਇੱਕ ਪੁਆਇੰਟ ਹੈਗਾ, ਜ਼ਰੂਰ ਦੇਖਣ ਵਾਲੀ ਚੀਜ਼ ਹੈਗੀ ਹੈ ਇਸ ਪੂਰੇ ਮਸਲੇ ਦੇ ਨਾਲ ਜੁੜੀ ਹੋਈ। ਸੋ ਪਹਿਲਾਂ ਇਹ ਖਾਸ ਰਿਪੋਰਟ ਦੇਖੋ ਜਿਸ ਦੇ ਵਿੱਚ ਮੁੱਖ ਮੰਤਰੀ ਮਾਨ ਔਰ तमाम जो लोग ने इस दे बारे की कह रहे हैं, जो सरकारी मुलाजम ने इस दे बारे की कह रहे हैं, फिर कुछ सवाल तुहाडे अगे रखांगे तो फिर सीधा जिहड़ा वो चर्चा ते आवांगे। बिजली की बचत ਅਤੇ गर्मी के मौसम का तर्क देंदे हुए पिछले दिनी पंजाब के सरकारी दफ्तरां का समा बदलण की गल पंजाब सरकार वालों कही गई सी, जिस तहत 2 मई दिन मंगलवार नूं सूबे के सारे सरकारी दफ्तर सवेरे 7:30 बजे तो दोपहर 2 बजे तक खुले। खुद मुख्यमंत्री भगवंत मान भी अपने स्टाफ सने ਸਕੱਤਰੇਤ 'ਚ सवेरे 7:28 ਤੇ पहुंचे और दफ्तरी कामकाज दौरान फाइलों ते दस्तखत करते हुए नजर आए। ਨਾਲ ही पंजाब कैबिनेट मंत्री कुलदीप सिंह धालीवाल, हरपाल सिंह चीमा ते अमन अरोड़ा समेत कई मंत्री भी नवे समय अनुसार अपने दफ्तर पुजे। ਅੱਜ ਤੋਂ ਪੰਜਾਬ ਦੇ ਜਿਹੜੇ ਸਰਕਾਰੀ ਦਫ਼ਤਰ ਨੇ ਉਹ ਸਵੇਰੇ 7:30 ਵਜੇ ਤੋਂ ਦੁਪਹਿਰ ਦੇ 2 ਵਜੇ ਤੱਕ ਲਗਾਤਾਰ ਖੁੱਲਣਗੇ। 7:30 ਵਜੇ ਵੀ ਲਗਭਗ ਕਾਫੀ ਸੂਰਜ ਚੜ੍ਹ ਚੁੱਕਿਆ ਹੁੰਦਾ ਔਰ ਪਬਲਿਕ ਵੱਲੋਂ ਮੈਨੂੰ ਬਹੁਤ ਸਾਰੇ ਫੋਨ ਆਏ ਸੀ। ਇਸੇ ਕਰਕੇ ਅਸੀਂ ਥੋੜਾ ਲੰਬਾ ਸਮਾਂ ਦਿੱਤਾ ਸੀਗਾ ਤਾਂ ਕਿ ਮੈਂਟਲੀ ਪ੍ਰਪੇਅਰ ਹੋ ਜਾਣ ਸਾਰੇ ਕਿ 7:30 ਵਜੇ ਜਾਣਾ ਹੈ। ਬਦਲਿਆ ਗਿਆ ਸਮਾਂ 15 ਜੁਲਾਈ ਤੱਕ ਲਾਗੂ ਰਹੇਗਾ ਅਤੇ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਨਾਲ ਕਰੀਬ 40 ਤੋਂ 42 ਕਰੋੜ ਰੁਪਏ ਦੀ ਬਚਤ ਹੋਵੇਗੀ। ਬਦਲੇ ਗਏ ਸਮੇਂ ਨੂੰ ਲੈ ਕੇ ਸਰਕਾਰੀ ਮੁਲਾਜ਼ਮਾਂ ਨੇ ਕੀ ਕੁਝ ਕਿਹਾ, ਜ਼ਰਾ ਉਹ ਵੀ ਸੁਣੋ। ਪੰਜਾਬ ਸਰਕਾਰ ਵੱਲੋਂ ਜਿਹੜਾ ਇਹ ਫੈਸਲਾ ਦਿੱਤਾ ਗਿਆ ਹੈ, ਇਹਦੇ ਬਾਬਤ ਅਸੀਂ ਜ਼ਿਲ੍ਹਾ ਸੰਗਰੂਰ ਦੇ ਵਿੱਚ ਪ੍ਰਸ਼ਾਸਨੀ ਅਧਿਕਾਰੀ ਸਾਰੇ ਦੇ ਸਾਰੇ ਸਮੇਂ ਸਿਰ ਪਹੁੰਚੇ ਨੇ। ਜਿਹੜਾ ਮੰਤਵ ਹੈਗਾ ਸਰਕਾਰ ਦਾ ਕਿ ਲੋਕਾਂ ਨੂੰ ਸਹੂਲਤ ਸਵੇਰੇ ਸਵੇਰੇ ਗਰਮੀਆਂ ਦੇ ਮੌਸਮ ਵਿੱਚ ਮਿਲਣ ਅਤੇ ਬਿਜਲੀ ਦੀ ਵੀ ਸੇਵਿੰਗ ਹੋਵੇ, ਇਹ ਬਹੁਤ ਹੀ ਚੰਗਾ ਕਦਮ ਹੈ, ਜਿਸ ਕਰਕੇ ਜਿਹੜਾ ਹੈਗਾ ਇੰਪੈਕਟ ਲੋਕਾਂ ਤੱਕ ਬਹੁਤ ਵਧੀਆ ਗਿਆ। ਸਾਡੇ ਸਾਰੇ EMPLOYEES ਜਿਹੜੇ ਨੇ ਸਮੇਂ ਸਿਰ ਆ ਗਏ। ਬਹੁਤ ਵਧੀਆ ਲੱਗਿਆ ਜੀ, ਸਵੇਰੇ ਸਵੇਰੇ ਆ ਕੇ अर्ਲੀ ਮਾਰਨਿੰਗ ਤੁਸੀਂ ਸਾਰਾ ਕੰਮ ਜਿਹੜਾ ਦਫ਼ਤਰੀ ਕੰਮ ਆ ਉਹ ਵੀ ਨਿਬੇੜ ਲੈਂਦੇ ਹੋ। ਨਾਲੇ ਜਿਹੜਾ ਸਰਕਾਰ ਦਾ ਇਹ ਡਿਸੀਜਨ ਆ ਕਿ ਬਿਜਲੀ ਨੂੰ ਆਪਾਂ ਥੋੜ੍ਹਾ ਬਹੁਤਾ ਬਚਾ ਲਾਂਗੇ, ਉਹ ਵੀ ਬਹੁਤ ਵਧੀਆ। ਇਹਦੇ 'ਚ ਮੈਨੂੰ ਲੱਗ ਰਿਹਾ ਠੀਕ ਚੱਲੂਗਾ ਕੰਮ, ਕਿਉਂਕਿ 11 ਵਜੇ ਤੋਂ ਬਾਅਦ ਤਾਂ ਫਿਰ ਬਹੁਤ ਜ਼ਿਆਦਾ ਗਰਮੀ ਹੋ ਜਾ ਕਰਨੀ ਆ, 5 ਵਜੇ ਤੱਕ ਬਹੁਤ ਗਰਮੀ ਹੁੰਦੀ ਆ। ਅਸੀਂ ਸਰਕਾਰ ਦੀ ਜੋ ਹਿਦਾਇਤਾਂ ਹੈਗੀਆਂ ਐਂਡ ਮੌਸਮ ਨੂੰ ਦੇਖਦੇ ਹੋਏ ਐਂਡ ਕੰਜ਼ਰਵੇਸ਼ਨ ਦੀ ਸਪਿਰਿਟ ਨੂੰ ਦੇਖਦੇ ਹੋਏ ਅਸੀਂ ਬਿਲਕੁਲ ਉਹਨਾਂ ਦੇ ਪ੍ਰਤੀਕ ਬਣ ਕੇ ਨਾਲ ਖੜੇ ਹੈਗੇ ਹਾਂ
ਤੇ ਪਰਸਨਲੀ ਮੈਂ ਸਮਝਦੀ ਹਾਂ ਇੱਕ ਐਡੇਜ ਹੈ अर्ਲੀ ਟੂ ਬੈਡ अर्ਲੀ ਟੂ ਰਾਈਜ਼। ਸਵੇਰੇ ਸਵੇਰੇ ਜਦੋਂ ਅਸੀਂ ਤੜਕੇ ਉੱਠ ਕੇ ਕੰਮ ਤੇ ਆਉਂਦੇ ਹਾਂ ਤੇ ਮੈਂ ਸਮਝਦੀ ਹਾਂ ਕਿ ਸਵੇਰ ਦਾ ਟਾਈਮ ਸਾਡੇ ਵਾਸਤੇ ਸਭ ਤੋਂ ਵੱਧ ਪ੍ਰੋਡਕਟਿਵ ਟਾਈਮ ਹੁੰਦਾ ਹੈ ਮੈਂਟਲੀ ਆਲਸੋ। ਸੋ ਇੱਕ ਬਹੁਤ ਹੀ ਨਵੇਕਲਾ ਉਪਰਾਲਾ ਹੈਗਾ ਐਂਡ ਅਸੀਂ ਸਾਰੇ ਦਫ਼ਤਰ ਵੱਲੋਂ ਸਟਾਫ ਵੱਲੋਂ ਅਸੀਂ ਕਾਫੀ ਐਕਸਾਈਟਿਡ ਹੈ ਟੂ ਸੀ ਕਿ ਸਾਡੀ ਪ੍ਰੋਡਕਟਿਵਿਟੀ ਨੂੰ ਕਿਵੇਂ ਚਾਰ ਚੰਦ ਲਾਉਂਦਾ ਹੈ ਇਹ ਉਪਰਾਲਾ। ਦੂਜੇ ਪਾਸੇ ਮੁਲਾਜ਼ਮ ਜੁਆਇੰਟ ਐਕਸ਼ਨ ਕਮੇਟੀ ਦੇ ਚੇਅਰਮੈਨ ਸੁਖਚੈਨ ਸਿੰਘ ਖਹਿਰਾ ਸਮਾਂ ਬਦਲੀ ਨੂੰ ਲੈ ਕੇ ਕੀ ਕੁਝ ਕਹਿ ਰਹੇ ਨੇ ਉਹ ਵੀ ਸੁਣ ਲੈਂਦੇ ਆ। ਪਰ ਤੁਸੀਂ ਆਪਣਾ ਰਾਂਝਾ ਰਾਜੀ ਕਰ ਲਓ, ਤੁਸੀਂ ਜਿਹੜੀ ਬਿਜਲੀ ਆ ਜਿਹੜੀ ਬਚੂਗੀ ਵੇਚ ਲਿਓ ਭਾਈ, ਤੁਹਾਡਾ ਜਿਹੜਾ ਖਜ਼ਾਨਾ ਖਾਲੀ ਭਰ ਲਿਓ, ਪਰ ਸਾਨੂੰ ਕੋਈ ਫਰਕ ਨਹੀਂ, ਬਿਜਲੀ ਨੂੰ ਕੋਈ ਫਰਕ ਨਹੀਂ ਪੈਣਾ। ਅਸੀਂ 6 ਵਜੇ ਬੁਲਾ ਲਓ, ਅਸੀਂ ਹੁਣ ਨੂੰ ਤਿਆਰ। ਓਏ ਉਹਨਾਂ ਦੀ ਕੰਮ ਉਹਨਾਂ ਨੂੰ ਜਾਣੇ, ਅਸੀਂ ਤੇ ਪਹੁੰਚ ਗਏ ਨਾ, ਅਸੀਂ ਤੇ ਪਹੁੰਚ ਗਏ, ਅਸੀਂ ਇੱਥੇ ਪਹੁੰਚੇ। ਬਾਕੀ ਸੀਐਮ ਆਪਣਾ ਕੰਮ ਦੇਖਣ, ਉਹਨਾਂ ਦਾ ਪਤਾ ਹੀ ਆ। ਸਾਡੇ ਮੁਲਾਜ਼ਮ ਨਾ ਸਾਨੂੰ ਇਹਨਾਂ ਨੇ ਡੀਏ ਦਿੱਤਾ, ਨਾ ਕੋਈ ਏਰੀਅਰ ਦਿੱਤਾ, ਹੋਰ ਡਿਮਾਂਡਾਂ ਨਾਲ ਕੱਚਿਆਂ ਨੂੰ ਪੱਕੇ ਕੀਤਾ। ਐਡਵਰਟਾਈਜ਼ਮੈਂਟ ਕਰਨੀ, ਹੋਰ ਐਡਵਰਟਾਈਜ਼ਮੈਂਟ ਕਰ ਲਓ, ਲਾ ਲਓ ਉੱਥੇ ਬੋਰਡ, ਪਰ ਜਿਮਨੀ ਚੋਣ ਦੇ ਵਿੱਚ ਤੁਹਾਨੂੰ ਮੁਲਾਜ਼ਮਾਂ ਨੇ ਸਬਕ ਸਿਖਾ ਦੇਣਾ। ਆ ਵੀ ਤੁਹਾਡੇ ਐਂਟੀ ਜਾਣਾ, ਤੇ ਜਿਹੜਾ ਤੁਸੀਂ ਸਾਨੂੰ ਸਾਡਾ ਜਿਹੜਾ ਖੂਨ ਚੂਸ ਰਹੇ ਆ ਨਾ, ਉਹ ਵੀ ਤੁਹਾਡੇ ਐਂਟੀ ਜਾਣਾ। ਸੋ ਧਿਆਨ ਕੰਮ ਵੱਲ ਦੇਣ, ਮੁਲਾਜ਼ਮਾਂ ਦੀ ਵੈਲਫੇਅਰ ਵੱਲ ਦੇਣ, ਪੰਜਾਬ ਵਾਸੀਆਂ ਦੀ ਵੈਲਫੇਅਰ ਵੱਲ ਦੇਣ। ਇਹੋ ਜਿਹੇ ਨਖਰਿਆਂ ਨਾਲ ਕੋਈ ਫਾਇਦਾ ਨਹੀਂ ਹੋਣਾ। ਜਿੱਥੇ ਮੁਲਾਜ਼ਮਾਂ ਨੇ ਸਰਕਾਰ ਦੇ ਇਸ ਫੈਸਲੇ ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਤਾਂ ਉੱਥੇ ਹੀ ਆਮ ਲੋਕਾਂ ਦੀ ਵੀ ਮਿਲੀ ਜੁਲੀ ਰਾਏ ਸਾਹਮਣੇ ਆਈ ਹੈ। ਤੇ ਮੈਂ ਇੱਥੇ ਤਕਰੀਬਨ 7:55-8 ਵਜੇ ਤੱਕ ਆ ਗਿਆ। ਤੇ ਮੇਰਾ ਸਿਰਫ ਵੱਧ ਤੋਂ ਵੱਧ 5-6 ਮਿੰਟ ਹੀ ਲੱਗੇ ਹੋਣਗੇ। ਬਾਕੀ ਸਰਕਾਰ ਨੇ ਬੜਾ ਵਧੀਆ ਕੰਮ ਕੀਤਾ ਵਾ ਵੀ 7:30 ਵਜੇ ਦਾ ਜਿਹੜਾ ਟਾਈਮ ਆ ਵੀ ਬੜਾ ਵਧੀਆ ਵਾ। ਤੇ ਮੈਂ ਸਰਕਾਰ ਦਾ ਬੜਾ ਥੈਂਕਸਫੁਲ ਆ ਵੀ ਜਿਹੜਾ ਟਾਈਮ ਕੀਤਾ ਬਹੁਤ ਵਧੀਆ ਕੀਤਾ ਹੋਇਆ ਵਾ। ਠੀਕ ਹੈ ਜੀ, ਮਤਲਬ ਅਸੀਂ ਪਹਿਲਾਂ ਸਵੇਰ ਦੇ ਆਏ ਹੋਏ ਹਾਂ ਜੀ, ਬਾਰਿਸ਼ ਵੀ ਹੋ ਰਹੀ ਹੈ ਜੀ, ਕਾफ़ੀ ਦੂਰ ਤੋਂ ਨਿਊ ਚੰਡੀਗੜ੍ਹ ਤੋਂ ਆ ਰਹੇ ਆ ਜੀ ਅਸੀਂ। ਹਾਂਜੀ, ਫੈਸਲਾ ਤਾਂ ਸਰ ਸਹੀ ਹੈ ਜੀ, ਮਤਲਬ ਪਰ ਜਿਹੜੇ ਦੂਰ ਤੋਂ ਆਉਂਦੇ ਆ ਜੀ ਉਹਨਾਂ ਲਈ ਥੋੜ੍ਹੀ ਪ੍ਰੋਬਲਮ ਹੈ ਜੀ, ਬਾਰਿਸ਼ ਦਾ ਵੀ ਮਾਹੌਲ ਥੋੜ੍ਹਾ ਜਿਹਾ ਕਾਫੀ ਹੈ ਜੀ, ਉਹਦੇ ਕਰਕੇ। ਪਰ ਫੈਸਲਾ ਸਰ ਸਹੀ ਹੈ ਜੀ, ਲਾਗ ਨੇੜੇ ਦਾ ਜੀ ਕਾਫੀ ਰਸ਼ ਹੋ ਜਾਂਦਾ ਨਾ ਬਾਦਮਾ ਉਰੇ, ਤਾਂ ਕਰਕੇ ਫਿਰ ਸਹੀ ਹੈ ਜੀ, ਠੀਕ ਹੈ ਜੀ ਮਤਲਬ। ਹਾਲਾਂਕਿ ਜ਼ਿਆਦਾਤਰ ਸਰਕਾਰੀ ਦਫ਼ਤਰਾਂ 'ਚ ਮੁਲਾਜ਼ਮ ਸਮੇਂ ਸਿਰ ਪਹੁੰਚੇ, ਪਰ ਕੁਝ ਕੁ ਥਾਵਾਂ ਤੇ ਲੇਟ ਲਤੀਫੀ ਵੀ ਦੇਖਣ ਨੂੰ ਮਿਲੀ। ਖੈਰ, ਬਿਜਲੀ ਅਤੇ ਖਜ਼ਾਨੇ ਦੀ ਸਿਹਤ ਦਾ ਤਰਕ ਦੇ ਕੇ ਦਫ਼ਤਰਾਂ ਦਾ ਸਮਾਂ ਬਦਲਣ ਦਾ ਇਹ ਫੈਸਲਾ ਹੁਣ ਸਰਕਾਰ ਦੇ ਨਾਲ-ਨਾਲ ਮੁਲਾਜ਼ਮਾਂ ਤੇ ਆਮ ਲੋਕਾਂ ਨੂੰ ਕਿੰਨਾ ਕੁ ਰਾਸ ਆਵੇਗਾ, ਇਹ ਤਾਂ ਸਮਾਂ ਹੀ ਦੱਸੇਗਾ। ਪਰ ਇਹ ਗੱਲ ਜ਼ਰੂਰ ਹੈ ਕਿ ਪੂਰੇ ਦੇਸ਼ ਵਿੱਚ ਆਪਣੇ ਕਿਸਮ ਦਾ ਇਹ ਪਹਿਲਾ ਤੇ ਨਵੇਕਲਾ ਉਪਰਾਲਾ ਹੈ। ਬਿਊਰੋ ਰਿਪੋਰਟ, ਡੇਲੀ ਪੋਸਟ, ਪੰਜਾਬ, ਹਰਿਆਣਾ, ਹਿਮਾਚਲ। ਸੋ ਇਹ ਪੂਰਾ ਮਸਲਾ ਹੈ ਜਿਹੜਾ ਰਿਪੋਰਟ ਜ਼ਰੀਏ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ, ਔਰ ਕੁਝ ਸਵਾਲ ਇਸ ਮਸਲੇ ਦੇ ਨਾਲ ਜੁੜੇ ਹੋਏ ਤੁਹਾਡੇ ਅੱਗੇ ਰੱਖ ਦਿੰਦੇ ਆ ਕਿ ਜੋ ਇਸ ਮਸਲੇ ਨਾਲ ਵਾਬਸਤਾ ਨੇ ਸਵਾਲ ਕਿ ਜਿਹੜਾ ਸਮਾਂ ਤਬਦੀਲ ਕੀਤਾ ਗਿਆ ਉਸ ਦੇ ਨਾਲ ਮੁਲਾਜ਼ਮ ਔਖੇ ਹੋਣਗੇ ਜਾਂ ਸੌਖੇ, ਦੂਜੇ ਪਾਸੇ ਲੋਕਾਂ ਨੂੰ ਕਿੰਨੀ ਕੁ ਸਹੂਲਤ ਇਸ ਦੇ ਨਾਲ ਮਿਲੇਗੀ, ਕੀ ਕੰਮ ਉਸੇ ਰੂਟੀਨ ਦੇ ਵਿੱਚ ਹੋਣਗੇ, ਔਰ ਸਭ ਤੋਂ ਵੱਡਾ ਜੋ ਤਰਕ ਦਿੱਤਾ ਗਿਆ ਇਸ ਨੂੰ ਲੈ ਕੇ ਕਿ ਬਿਜਲੀ ਦੀ ਬੱਚਤ ਹੋਏਗੀ, ਉਹ ਕਿੰਨਾ ਕੁ ਸਾਰਥਕ ਹੋ ਕੇ ਨਿਬੜੇਗਾ। ਇਹ ਸਭ ਤੋਂ ਅਹਿਮ ਸਵਾਲ ਹੋਣਗੇ ਔਰ ਗ੍ਰਾਫਿਕ ਜ਼ਰੀਏ ਇਹ ਸਮਝਾਉਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ ਜਾਂ ਇਹ ਸਵਾਲ ਜਿਹੜੇ ਅਹਿਮ ਰਹਿਣਗੇ ਕਿ ਸਮਾਂ ਬਦਲੀ ਨਾਲ ਬਿਜਲੀ ਦੀ ਬੱਚਤ ਹੋਵੇਗੀ। ਸਭ ਤੋਂ ਅਹਿਮ ਸਵਾਲ ਤਾਂ ਇਹੀ ਹੈ ਕਿਉਂਕਿ ਤਰਕ ਵੀ ਇਹੀ ਦਿੱਤਾ ਗਿਆ ਇਸ ਦੇ ਵਿੱਚ। ਦੂਜਾ, ਜੇਕਰ ਗੱਲ ਕਰੀਏ ਬਿਜਲੀ ਦੀ ਬੱਚਤ ਨਾਲ ਕੀ ਸਰਕਾਰੀ ਖਜ਼ਾਨਾ ਭਰੇਗਾ, ਜਿਵੇਂ ਸਰਕਾਰ ਕਹਿ ਰਹੀ ਹੈ ਕਿ 40, 42, 45 ਕਰੋੜ ਰੁਪਈਆ ਦਾ ਜ਼ਿਕਰ ਹੋ ਰਿਹਾ ਕਿ ਇੰਨਾ ਬੱਚਤ ਹੋਏਗੀ, ਕਿ ਸਮੇਂ 'ਚ ਤਬਦੀਲੀ ਆਮ ਲੋਕਾਂ ਨੂੰ ਰਾਸ ਆਏਗੀ। ਇਹ ਵੀ ਇੱਕ ਅਹਿਮ ਪੁਆਇੰਟ ਹੈ ਕਿਉਂਕਿ ਸਿੱਧੇ ਤੌਰ ਤੇ ਆਮ ਲੋਕਾਂ ਦਾ ਰਾਬਤਾ ਹੁੰਦਾ ਸਰਕਾਰੀ ਦਫ਼ਤਰਾਂ ਦੇ ਨਾਲ, ਚਾਹੇ ਕੋਈ ਕਿਸਾਨ ਹੈ, ਚਾਹੇ ਕੋਈ ਪ੍ਰਾਈਵੇਟ ਮੁਲਾਜ਼ਮ ਹੈ, ਚਾਹੇ ਕੋਈ ਹੋਰ ਆਮ ਲੋਕ ਨੇ, ਉਹਨਾਂ ਦਾ ਸਿੱਧੇ ਤੌਰ ਤੇ ਰਾਬਤਾ ਹੁੰਦਾ ਹੈ, ਉਹ ਆਉਣਾ ਜਾਣਾ ਹੁੰਦਾ ਸਰਕਾਰੀ ਦਫ਼ਤਰਾਂ ਦੇ ਵਿੱਚ, ਪਬਲਿਕ ਡੀਲਿੰਗ ਹੁੰਦੀ ਹੈ। ਤਾਂ ਉਹ ਉੱਥੇ ਜਿਹੜਾ ਉਹ ਕਿੰਨਾ ਕੁ ਰਾਸ ਆਏਗਾ, ਆਮ ਲੋਕਾਂ ਲਈ ਕਿੰਨਾ ਕੁ ਫਾਇਦੇਮੰਦ ਹੈਗਾ ਜਾਂ ਨੁਕਸਾਨਦੇਹ ਹੈ, ਉਹਦਾ ਇੱਕ ਪਹਿਲੂ ਜ਼ਰੂਰ ਹੈ, ਉਸ ਨੂੰ ਜ਼ਰੂਰ ਵਿਚਾਰਾਂਗੇ ਇਸ ਚਰਚਾ ਦੇ ਵਿੱਚ। ਸੋ ਸਰਕਾਰੀ ਖਜ਼ਾਨਾ ਭਰਦਾ ਹੈ ਜਾਂ ਨਹੀਂ, ਇਹ ਇੱਕ ਅਹਿਮ ਪੁਆਇੰਟ ਹੈ। ਰਾਸ ਆਏਗਾ ਆਮ ਲੋਕਾਂ ਨੂੰ ਇਹ ਤਬਦੀਲੀ ਜਿਹੜੀ ਹੈ, ਔਰ ਇਹ ਅੱਜ ਤੋਂ ਜਿਹੜੀ ਹੈ ਉਹ ਲਾਗੂ ਹੋ ਗਿਆ ਸਮਾਂ। ਕੀ ਸਮਾਂ ਬਦਲਣ ਨਾਲ ਤੇਜ਼ ਰਫ਼ਤਾਰ 'ਚ ਕੰਮ ਹੋਣਗੇ? ਸੋ ਇਹ ਕੁਝ ਸਵਾਲ ਹੋਣਗੇ ਜਿਹੜੇ ਅੱਜ ਚਰਚਾ ਦਾ ਮੁੱਖ ਕੇਂਦਰ ਬਿੰਦੂ ਰਹਿਣਗੇ। ਵੱਖ-ਵੱਖ ਦਲੀਲਾਂ ਨੇ। ਅੱਗੇ ਹੁਣ ਵਾਢੀ ਦਾ ਸੀਜ਼ਨ ਜਿਹੜਾ ਉਹ ਲੰਘ ਗਿਆ ਤੇ ਬਿਜਾਈ ਦਾ ਸੀਜ਼ਨ ਜਿਹੜਾ ਆ ਰਿਹਾ, ਹੁਣ ਝੋਨੇ ਦੀ ਫਸਲ ਜਿਹੜੀ ਹੈ ਬੀਜੀ ਜਾਏਗੀ। ਤਾਂ ਕਿਸਾਨ ਉੱਥੇ ਵੀ ਇਹ ਹੁੰਦਾ ਕਿ ਕਈ ਵਾਰ ਸਵੇਰ ਨੂੰ ਉਹਨਾਂ ਨੂੰ ਇਹ ਹੁੰਦਾ ਕਿ ਸਵੇਰੇ ਸਵੇਰੇ ਕੰਮ ਜਿਹੜਾ ਨਿਬੇੜ ਲਿਆ ਜਾਵੇ, ਪਰ ਜੇਕਰ ਦਫ਼ਤਰ ਸਵੇਰੇ ਖੁੱਲ੍ਹਦੇ ਨੇ ਤੇ ਜਲਦੀ ਬੰਦ ਹੋ ਜਾਂਦੇ ਨੇ ਤਾਂ ਫਿਰ ਕੀ ਉਹਨਾਂ ਨੂੰ ਦਿੱਕਤ ਪਰੇਸ਼ਾਨੀ ਆ ਸਕਦੀ ਹੈ ਜਾਂ ਨਹੀਂ, ਇਹ ਇੱਕ ਅਹਿਮ ਪੁਆਇੰਟ ਹੈ। ਇਹ ਵੀ ਇਸ ਨੂੰ ਵੀ ਵਿਚਾਰਾਂਗੇ।
ਸੋ ਚਰਚਾ ਦੀ ਸ਼ੁਰੂਆਤ ਕਰ ਲੈਂਦੇ ਆ। ਸਾਡੇ ਨਾਲ ਅੱਜ ਮਹਿਮਾਨ ਜੁੜ ਚੁੱਕੇ ਨੇ। ਬੀਜੇਪੀ ਤੋਂ ਜੈਬੰਦ ਸਿੰਘ ਜੁੜ ਚੁੱਕੇ ਨੇ, ਕਾਂਗਰਸ ਤੋਂ ਜਗਮੀਤ ਢਿੱਲੋਂ, ਆਮ ਆਦਮੀ ਪਾਰਟੀ ਤੋਂ ਰਮਨ ਚੰਦੀ, ਸ਼੍ਰੋਮਣੀ ਅਕਾਲੀ ਦਲ ਤੋਂ ਪਰਮਵੀਰ ਸਿੰਘ ਔਰ ਸਾਂਝਾ ਮੁਲਾਜ਼ਮ ਮੰਚ ਦੇ ਕਨਵੀਨਰ ਜੁੜ ਚੁੱਕੇ ਨੇ ਸੁਖਚੈਨ ਸਿੰਘ ਖਹਿਰਾ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ। ਸਾਰੇ ਮਹਿਮਾਨਾਂ ਦਾ ਬਹੁਤ ਬਹੁਤ ਸਵਾਗਤ ਹੈ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ ਤੇ। ਸ਼ੁਰੂਆਤ ਕਰ ਲੈਂਦੇ ਹਾਂ ਰਮਨ ਚੰਦੀ ਜੀ, ਤੁਹਾਨੂੰ ਲੱਗਦਾ ਕਿ ਇਹ ਜਿਹੜਾ ਫੈਸਲਾ ਲਿਆ ਗਿਆ ਸਰਕਾਰ ਦੇ ਵੱਲੋਂ ਇਹ ਲੋਕਾਂ ਦੇ ਪੱਖ ਦੇ ਵਿੱਚ, ਮੁਲਾਜ਼ਮਾਂ ਦੇ ਪੱਖ ਦੇ ਵਿੱਚ ਤੇ ਸਰਕਾਰ ਦੇ ਪੱਖ ਦੇ ਵਿੱਚ ਐਨ ਫਿੱਟ ਹੋ ਕੇ ਬੈਠੇਗਾ? ਕਿਉਂਕਿ ਵਿਰੋਧੀ ਤਾਂ ਇਹ ਗੱਲ ਕਹਿ ਰਹੇ ਨੇ ਕਿ ਇਹ ਫੈਸਲਾ ਤਾਂ ਲਿਆ ਗਿਆ ਕਿਉਂਕਿ ਬਿਜਲੀ ਉਤਪਾਦਨ ਦੇ ਵਿੱਚ ਵਾਧਾ ਨਹੀਂ ਕੀਤਾ ਗਿਆ ਤੇ ਸਰਕਾਰ ਹੁਣ ਇਦਾਂ ਦੇ ਹੀਲੇ ਵਸੀਲੇ ਕਰ ਰਹੀ ਹੈ ਕਿ ਬਿਜਲੀ ਦੀ ਸਪਲਾਈ ਨੂੰ ਜਿਹੜਾ ਉਹ ਕਿਸੇ ਤਰੀਕੇ ਲੋਕਾਂ ਤੱਕ ਪਹੁੰਚਾਇਆ ਜਾਵੇ ਇਹਨਾਂ ਹੀਲਿਆਂ ਵਸੀਲਿਆਂ ਦੇ ਨਾਲ। ਜੀ ਧੰਨਵਾਦ ਬਲਦੀਪ ਜੀ। ਮੇਰੀ ਆਵਾਜ਼ ਉੱਪਰ ਆ ਰਹੀ ਹੈ ਬਲਦੀਪ ਜੀ? ਜੀ ਆ ਰਹੀ। ਦੇਖੋ ਬਲਦੀਪ ਜੀ, ਗੱਲ ਇਸ ਤਰ੍ਹਾਂ ਹੈ, ਅੱਜ ਤੱਕ 1 ਸਾਲ ਦੇ ਵਿੱਚ ਜਿੰਨੇ ਵੀ ਮਾਨ ਸਾਹਿਬ ਨੇ ਫੈਸਲੇ ਲਏ ਨੇ ਉਹ ਸਭ ਤੋਂ ਪਹਿਲੀ ਗੱਲ ਹੈ ਕਿ ਪੰਜਾਬ ਦੇ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਲਏ ਗਏ ਨੇ। ਇਹ ਜਿਹੜਾ ਬਿਜਲੀ ਦੇ ਜਾਂ ਸਰਕਾਰੀ ਮੁਲਾਜ਼ਮਾਂ ਦੀ ਟਾਈਮਿੰਗ ਦਾ ਮਸਲਾ ਹੈ, ਇਹ ਸਰਕਾਰੀ ਮੁਲਾਜ਼ਮਾਂ ਨਾਲ ਰਾਏ ਮਸ਼ਵਰਾ ਕਰਕੇ ਜ਼ਿਆਦਾਤਰ ਮੁਲਾਜ਼ਮਾਂ ਦੀ ਪਿਛਲੇ ਤਕਰੀਬਨ 2 ਮਹੀਨੇ ਤੋਂ ਇਹ ਗੱਲਬਾਤ ਚੱਲ ਰਹੀ ਸੀ, 20-25 ਦਿਨਾਂ ਤੋਂ ਤਾਂ ਪੰਜਾਬ ਸਰਕਾਰ ਰੈਗੂਲਰ ਕਹਿੰਦੀ ਆ ਰਹੀ ਹੈ। ਹੁਣ ਮਸਲਾ ਦੇਖੋ ਵਿਰੋਧੀਆਂ ਦਾ, ਮੈਂ ਗੱਲ ਕਿੱਥੋਂ ਸ਼ੁਰੂ ਕਰਨੀ ਚਾਹੁੰਦਾ ਕਿ ਹਮੇਸ਼ਾ ਮਾਨ ਸਰਕਾਰ ਇਹ ਚਾਹੁੰਦੀ ਹੈ ਕਿ ਪਿਛਲੀਆਂ ਸਰਕਾਰਾਂ ਵੱਲੋਂ ਕਈ ਫੈਸਲੇ ਅਜਿਹੇ ਲਏ ਗਏ ਜਿਸ ਨਾਲ ਪੰਜਾਬ ਦੇ ਲੋਕਾਂ ਦੀ ਲੁੱਟ ਵੀ ਹੋਈ, ਪੰਜਾਬ ਦੇ ਖਜ਼ਾਨੇ ਦੀ ਲੁੱਟ ਵੀ ਹੋਈ। ਮਾਨ ਸਰਕਾਰ ਅਜਿਹੇ ਫੈਸਲੇ ਨਹੀਂ ਲੈਣਾ ਚਾਹੁੰਦੀ ਜਿਸ ਨਾਲ ਖਜ਼ਾਨੇ ਦੀ ਲੁੱਟ ਵੀ ਹੋਵੇ, ਸਾਡੇ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦੀ ਲੁੱਟ ਵੀ ਹੋਵੇ ਔਰ ਪੰਜਾਬ ਦੇ ਲੋਕਾਂ ਦੀ ਲੁੱਟ ਵੀ ਹੋਵੇ। ਸੋ ਇਸ ਕਰਕੇ ਇਹਨਾਂ ਦਾ ਕੰਮ ਹੈ, ਦੇਖੋ ਇਹਨਾਂ ਨੂੰ ਕਹਿਣ ਦਿਓ। ਰਿਹਾ ਮਸਲਾ ਪੰਜਾਬ ਦੇ ਲੋਕਾਂ ਦਾ, ਸਾਡੇ ਸਰਕਾਰੀ ਮੁਲਾਜ਼ਮਾਂ ਦੇ ਨਾਲ ਇਹ ਮਸਲਾ ਹੈ। ਇਹਦੇ ਨਾਲ ਸਿੱਧੀ ਇੱਕ ਗੱਲ ਦੇਖੋ, ਪਿਓਰ ਗੱਲ ਹੈ ਕਿ ਜਿਹੜਾ ਪੀਕ ਆਵਰ ਹੈ ਉਹ ਤਕਰੀਬਨ 1:30 ਵਜੇ ਤੋਂ ਲੈ ਕੇ 4 ਵਜੇ ਤੱਕ ਦਾ ਹੁੰਦਾ ਹੈ। ਜੇਕਰ 2 ਵਜੇ ਤੱਕ ਸਰਕਾਰੀ ਮੁਲਾਜ਼ਮ ਆਪਣਾ ਕੰਮ ਨਿਬੇੜ ਕੇ ਹਰ 4 ਵਜੇ ਦੇ ਅੰਦਰ ਟਾਈਮਿੰਗ ਦੇ ਅੰਦਰ ਚਾਹੇ ਦੂਰ ਦਰਾਡੇ ਵਾਲਾ ਜਿਹੜਾ, ਇਸ ਕਰਕੇ ਮੈਂ 4 ਵਜੇ ਕਹਿਣਾ, ਨਹੀਂ ਤਾਂ ਅੱਧੇ ਘੰਟੇ ਤੋਂ ਘੰਟੇ ਦੇ ਅੰਦਰ ਉਹ ਆਪਣੇ ਘਰ ਵਿੱਚ ਪਹੁੰਚ ਜਾਂਦਾ ਹੈ ਔਰ ਉਹ ਆਪਣੀ ਸਹੀ ਟਾਈਮ 'ਚ ਆਪਣੇ ਪਰਿਵਾਰ ਨਾਲ ਆਪਣਾ ਸਮਾਂ ਬਤੀਤ ਕਰਦਾ, ਆਪਣੇ ਜਿਹੜੇ ਘਰੇਲੂ ਕੰਮਾਂ ਨੂੰ ਉਹਨਾਂ ਨੂੰ ਨੇਪਰੇ ਚਾੜਦਾ। ਤਾਂ ਇਦੋਂ ਵੱਡੀ ਹੋਰ ਕੀ ਗੱਲ ਹੋਵੇਗੀ? ਆਪਣੇ ਪੰਜਾਬੀਆਂ ਨੂੰ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਸਵੇਰੇ ਸਵਖਤੇ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ, ਹਾਜ਼ਰੇ ਜਿਨ੍ਹਾਂ ਨੂੰ ਕਹਿੰਦੇ ਆ, ਉੱਠਣ ਦੀ ਆਦਤ ਹੈ ਔਰ ਇਹ ਆਦਤਾਂ ਸਾਨੂੰ ਆਉਣ ਵਾਲੇ ਸਮੇਂ ਦੇ ਲਈ ਪਾ ਲੈਣੀਆਂ ਚਾਹੀਦੀਆਂ ਕਿ ਇਹ ਜਿਹੜਾ ਸਮਾਂ ਬਿਲਕੁਲ ਢੁਕਵਾਂ ਬੈਠਦਾ ਪੰਜਾਬ ਦੇ ਲੋਕਾਂ ਲਈ, ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਨੂੰ ਅੱਛਾ ਚੰਦੀ ਸਾਹਿਬ, ਤੁਸੀਂ ਠੀਕ ਹੈ, ਤੁਸੀਂ ਕਹਿ ਰਹੇ ਹੋ 2-3 ਚੀਜ਼ਾਂ ਨੇ। ਇੱਕ ਤਾਂ ਇਹ ਦਲੀਲ ਹੈ ਪੂਰੇ ਮਸਲੇ ਦੇ ਨਾਲ ਜੁੜੀ ਹੋਈ, ਇੱਕ ਦਲੀਲ ਤਾਂ ਇਹ ਹੈ ਕਿ ਪੀਕ ਆਵਰ ਹੁੰਦਾ ਹੈ, ਜਿਹੜਾ ਦੁਪਹਿਰ ਦਾ ਸਮਾਂ ਹੁੰਦਾ ਤੇ ਉਸ ਵੇਲੇ ਬਿਜਲੀ ਜਿਹੜੀ ਹੈ ਖਪਤ ਜ਼ਿਆਦਾ ਹੁੰਦੀ ਹੈ। ਪਰ ਜੇ ਇਹਨੂੰ ਆਪਾਂ ਇਦਾਂ ਸਮਝ ਲਈਏ ਵੀ ਜਿਹੜੇ ਸਰਕਾਰੀ ਮੁਲਾਜ਼ਮ ਨੇ, ਮੰਨ ਲਓ ਕਿ 2 ਵਜੇ ਵਿਹਲੇ ਹੋ ਕੇ ਛੁੱਟੀ ਕਰਕੇ ਤੇ ਆਪਣਾ ਘਰੇ ਪਹੁੰਚ ਜਾਂਦੇ ਨੇ, ਉਹ ਘਰੇ ਜਾ ਕੇ ਵੀ ਤਾਂ ਏਸੀ ਵਰਤ ਸਕਦੇ ਨੇ ਕਿਉਂਕਿ ਦੇਖੋ ਪੀਕ ਆਵਰ ਤਾਂ ਇਹ ਤਾਂ ਹੈ ਨਹੀਂ ਵੀ ਇਕੱਲਾ ਦਫ਼ਤਰਾਂ ਦੇ ਲਈ ਰਹਿਣਾ, ਉਹ ਤਾਂ ਘਰੇ ਵੀ ਉਨੀ ਗਰਮੀ ਰਹਿਣੀ ਹੈ ਤੇ ਦਫ਼ਤਰਾਂ ਦੇ ਵਿੱਚ ਵੀ ਉਨੀ ਗਰਮੀ ਰਹਿਣੀ ਹੈ। ਦੂਜਾ ਇੱਕ ਪੁਆਇੰਟ ਇਹ ਵੀ ਕਿਹਾ ਜਾ ਰਿਹਾ ਕਿ ਦੇਖੋ ਸੱਜਰੇ ਆਉਣਗੇ ਜਿਹੜੇ ਮੁਲਾਜ਼ਮ ਨੇ ਸਵੇਰੇ, ਚਲੋ ਠੀਕ ਹੈ ਉਸ ਵੇਲੇ ਮੌਸਮ ਕੁਝ ਠੰਡਾ ਜ਼ਰੂਰ ਹੁੰਦਾ, ਪਰ ਜਿਸ ਵੇਲੇ ਉਹ ਦਫ਼ਤਰਾਂ ਤੋਂ ਵਾਪਸ ਮੁੜਨਗੇ 2 ਵਜੇ ਤਾਂ ਉਸ ਵੇਲੇ ਪੂਰੀ ਗਰਮੀ ਹੁੰਦੀ ਹੈ। ਉਸ ਵੇਲੇ ਉਹਨਾਂ ਦੀ ਸਿਹਤ ਦਾ ਖਿਆਲ ਹੈ ਜਿਹੜਾ ਉਹ ਚੀਜ਼ ਨਹੀਂ ਦੇਖੀ ਗਈ ਹੈ ਇਸ ਪੂਰੇ ਮਸਲੇ ਨੂੰ ਲੈ ਕੇ। ਇਹਦੇ ਬਾਰੇ ਕੀ ਕਹੋਗੇ? ਦੇਖੋ ਬਲਦੀਪ ਜੀ, ਜਿਹੜਾ ਤੁਹਾਡਾ ਪਹਿਲਾ ਪੁਆਇੰਟ ਹੈ, ਦੇਖੋ ਘਰ ਦੇ ਵਿੱਚ ਜਦੋਂ ਜੇਕਰ ਕੋਈ ਕੂਲਰ ਜਾਂ ਏਸੀ ਜਾਂ ਪੱਖਾ ਯੂਜ਼ ਕਰਦਾ ਹੈ, ਹਮੇਸ਼ਾ ਪਰਿਵਾਰ ਜਿਹੜਾ ਮਿਡਲ ਕਲਾਸ ਤੋਂ ਲੈ ਕੇ ਗਰੀਬੀ ਰੇਖਾ ਤੱਕ ਆਉਂਦਾ, ਉਹ ਕੋਸ਼ਿਸ਼ ਕਰਦੇ ਨੇ ਗਰਮੀਆਂ ਦੇ ਵਿੱਚ ਕਿ ਸਾਡੇ ਘਰ ਦੇ ਵਿੱਚ ਇੱਕ ਕੂਲਰ ਹੈ ਤਾਂ ਅਸੀਂ ਗਰਮੀਆਂ ਦੇ ਇਸ 2-2.5 ਮਹੀਨੇ ਦੇ ਦੌਰਾਨ ਅਸੀਂ ਇੱਕ ਛੱਤ ਦੇ ਥੱਲੇ ਬੈਠ ਕੇ ਇੱਕ ਕੂਲਰ ਨਾਲ ਗੁਜ਼ਾਰਾ ਕਰੀਏ। ਜੇਕਰ ਕੋਈ ਏਸੀ ਯੂਜ਼ ਕਰਦਾ, ਉਹਨੂੰ ਆਪਣੇ ਉਸ ਦੀ ਬਿਜਲੀ ਖਪਤ ਨੂੰ ਠਾਰ ਸਕਦਾ ਹੈ ਤਾਂ ਉਹ ਵੀ ਇੱਕ ਏਸੀ ਲਾਉਣ ਦੀ ਕੋਸ਼ਿਸ਼ ਕਰਦੇ ਆ ਮਿਡਲ ਕਲਾਸ ਫੈਮਿਲੀ ਵਾਲੇ। ਜਿਹੜੇ ਸਾਡੇ ਵਰਗੇ ਨੇ, ਜੇਕਰ ਉਹਨਾਂ ਦਾ ਪਰਿਵਾਰ ਏਸੀ ਦੇ ਕਮਰੇ 'ਚ ਬੈਠਾ ਤਾਂ ਇੱਕ ਘਰ ਦਾ ਮੁਲਾਜ਼ਮ ਹੈ ਤਾਂ ਉਹਨੇ ਵੀ ਵਿੱਚ ਜਾ ਕੇ ਬੈਠ ਜਾਣਾ, ਜ਼ਿਆਦਾਤਰ ਇਫੈਕਟ ਨਹੀਂ ਪਏਗਾ। 95% ਹੈ ਜਿਹੜੀ ਬਿਜਲੀ ਦੀ ਖਪਤ ਹੈ ਜਿਹੜੀ ਉਹ ਬਚੇਗੀ ਹੀ। 5-4% ਮੈਂ ਮੰਨ ਸਕਦਾ ਕਿ ਜਿਸ ਨੂੰ ਆਦਤ ਹੈ ਆਪਣੇ ਅਲੱਗ ਰੂਮ ਦੇ ਵਿੱਚ ਜਾ ਕੇ ਚਲਾਉਣ ਦੀ, तो ਉਹ ਵੀ ਕੋਸ਼ਿਸ਼ ਕਰਨਗੇ ਕਿ ਸਾਡੀ ਇਹ ਜਿਹੜੀ ਬਿਜਲੀ ਦੀ ਖਪਤ ਘੱਟ ਹੋਵੇ। ਜਿਸ ਤਰ੍ਹਾਂ 600 ਯੂਨਿਟ ਬਿਜਲੀ ਆਪਾਂ ਨੇ ਮਾਫ ਕੀਤੀ ਹੈ ਪੰਜਾਬ ਸਰਕਾਰ ਨੇ, ਉਸ ਦੇ ਨਾਲ ਵੀ ਬਿਜਲੀ ਦੀ ਬਚਤ ਕਾਫੀ ਹੋਈ ਹੈ, ਕਿਉਂਕਿ ਕਈ ਫੈਮਲੀਆਂ, ਕਈ ਪਰਿਵਾਰ ਇਹੋ ਜਿਹੇ ਨੇ ਜਿਹੜੇ
ਅੱਜ ਨਿਗਰਾਨੀ ਰੱਖਣ ਲੱਗ ਗਏ ਕਿ ਚਲੋ ਸਾਡੀ ਠੀਕ ਹੈ, 600 ਤੁਸੀਂ ਕਹਿ ਰਹੇ ਹੋ ਕਿ ਯੂਨਿਟ ਤੋਂ ਉੱਪਰ ਜ਼ਿਆਦਾ ਨਾ ਇਫੈਕਟ ਨਹੀਂ ਪਏਗਾ ਇਸ ਦੇ ਨਾਲ। ਚਲੋ ਮੈਂ ਸਿੱਧੇ ਤੌਰ ਤੇ ਸਾਡੇ ਨਾਲ ਸਾਂਝਾ ਮੁਲਾਜ਼ਮ ਮੰਚ ਤੋਂ, ਕਿਉਂਕਿ ਇਸ ਫੈਸਲੇ ਨਾਲ ਜਿਹੜੀ ਧਿਰ ਸਭ ਤੋਂ ਵੱਧ ਪ੍ਰਭਾਵਿਤ ਹੋਣੀ ਹੈ ਉਹ ਮੁਲਾਜ਼ਮ ਹੀ ਨੇ। ਸਿੱਧੇ ਤੌਰ ਤੇ ਜਿਹੜੀ ਦੂਜੀ ਪਾਰਟੀ ਹੈ ਉਹ ਸਾਡੇ ਨਾਲ ਪਹੁੰਚੇ ਹੋਏ ਨੇ। ਸਾਂਝਾ ਮੁਲਾਜ਼ਮ ਮੰਚ ਦੇ ਕਨਵੀਨਰ ਨੇ ਸੁਖਚੈਨ ਸਿੰਘ ਖਹਿਰਾ ਜੀ। ਖਹਿਰਾ ਜੀ, ਉਹ ਸਿੱਧੇ ਤੌਰ ਤੇ ਕਹਿ ਰਹੇ ਨੇ ਕਿ ਸਰਕਾਰ ਨੇ ਮੁਲਾਜ਼ਮਾਂ ਨਾਲ ਰਾਏ ਕੀਤੀ ਸੀ, ਮੁਲਾਜ਼ਮਾਂ ਨਾਲ ਰਾਏ ਕਰਕੇ ਫਿਰ ਇਹ ਫੈਸਲਾ ਲਿਆ। ਕੀ ਕਹੋਗੇ ਇਸ ਦੇ ਗੱਲ ਤੇ? ਦੇਖੋ ਜੀ, ਮੈਂ ਆਮ ਆਦਮੀ ਪਾਰਟੀ ਦੇ ਬਹੁਤ ਹੀ ਸਾਡੇ ਸਤਿਕਾਰਯੋਗ ਜਿਹੜੇ ਸਾਡੇ ਬੁਲਾਰੇ ਨੇ ਰਮਨ ਚਾਂਦੀ ਜੀ, ਮੈਂ ਉਹਨਾਂ ਨੂੰ ਇਹ ਪੁੱਛਣਾ ਚਾਹੁੰਦਾ ਵੀ ਘੱਟੋ ਘੱਟ ਕੋਈ ਡਾਕੂਮੈਂਟ ਦੇ ਦਿਓ ਕਿ ਉਹਨਾਂ ਦੇ ਸਰਕਾਰ ਵੱਲੋਂ ਮੁੱਖ ਮੰਤਰੀ ਸਾਹਿਬਾਨ, ਚੀਫ ਸੈਕਟਰੀ ਸਾਹਿਬਾਨ, ਕੋਈ ਪ੍ਰਬੰਧਕੀ ਸਕੱਤਰ ਜਾਂ ਕਿਸ ਨੇ ਕਿਹੜੀ ਧਿਰ ਦੇ ਨਾਲ ਗੱਲਬਾਤ ਕੀਤੀ ਹੈ, ਕਿ ਜਾਂ ਸਿਰਫ ਤੁਹਾਡੇ ਹੀ ਕੁਝ ਬੰਦੇ ਜਿਹੜੇ ਚੋਣਵੇਂ ਉਹਨਾਂ ਨਾਲ ਗੱਲਬਾਤ ਕਰਕੇ ਫੈਸਲਾ ਲੈ ਲਿਆ। ਮੈਂ ਸਾਂਝਾ ਮੁਲਾਜ਼ਮ ਮੰਚ ਦਾ ਕਨਵੀਨਰ ਆ, ਮੈਂ ਜਿਹੜੀ ਸੈਕਟਰੀਏਟ ਸਟਾਫ ਐਸੋਸੀਏਸ਼ਨ ਦਾ ਚੇਅਰਮੈਨ ਆ। ਫਰੰਟ ਜਿਹੜੇ ਆ, ਸਾਂਝਾ ਫਰੰਟ ਆ ਜਿਹੜੀ ਸਭ ਤੋਂ ਵੱਡੀ ਧਿਰ ਆ, ਉਹ ਘੁੰਮ ਰਹੀ ਆ। ਉਹ ਜਲੰਧਰ ਦੇ ਵਿੱਚ ਜਿਹੜੀ ਉਹਨਾਂ ਨੇ ਝੰਡਾ ਮਾਰਚ ਕੀਤਾ ਹੈਗਾ, ਕੋਈ ਕਮਿਊਨਿਸਟਾਂ ਦੀ ਧਿਰ ਆ। ਕੋਈ ਦੱਸੋ ਤੇ ਸਹੀ ਯਾਰ, ਤੁਸੀਂ ਗੱਲ ਕੀਤੀ ਕਿਹਦੇ ਨਾਲ ਆ? ਮੈਨੂੰ ਤਾਂ ਅਜੇ ਤੱਕ ਇਹ ਨਹੀਂ ਪਤਾ ਵੀ ਇਹਨਾਂ ਨੇ ਕਿਹਨੇ ਨਾਲ ਗੱਲ ਕੀਤੀ ਹੈ। ਕਿਸੇ ਵੀ ਮੁਲਾਜ਼ਮ ਧਿਰ ਨਾਲ ਗੱਲ ਨਹੀਂ ਹੋਈ। ਈਵਨ ਕਿ ਸੀਐਮ ਸਾਹਿਬ ਦੀ ਕਨਸਟੀਟੂਐਂਸੀ 'ਚ ਧਰਨੇ ਦੇ ਕੇ ਜਿਹੜੇ ਸਾਡੇ ਮੁਲਾਜ਼ਮ ਉਹ ਥੱਕ ਗਏ, ਉਹਨਾਂ ਨੂੰ ਮੀਟਿੰਗ ਤੱਕ ਨਹੀਂ ਸੀਐਮ ਸਾਹਿਬ ਨਾਲ ਮਿਲੀ ਕਿ ਇਹਨਾਂ ਨੂੰ ਮਿਲ ਕੇ ਇਹਨਾਂ ਨੇ ਫੈਸਲਾ ਲੈ ਲਿਆ। ਕਿਹੜੇ ਪਤਾਲ ਲੋਕ ਦੇ ਉਹ ਮੁਲਾਜ਼ਮ ਆ ਜਿਨ੍ਹਾਂ ਨੂੰ ਪੁੱਛ ਕੇ ਫੈਸਲਾ ਲਿਆ? ਇਹ ਜਾਣਦੇ ਆ? ਜੇ ਜਾਣਦੇ ਆ, ਰਮਨ ਚਾਂਦੀ ਜੀ ਤੇ ਉਹ ਡਾਕੂਮੈਂਟ ਅੱਗੇ ਕਰ ਦੇਣ ਕਿ ਅਸੀਂ ਆਲੀ ਧਿਰਾਂ ਨਾਲ ਗੱਲ ਕੀਤੀ ਆ। ਨੰਬਰ 1 ਪਹਿਲਾ ਜਵਾਬ ਜਿਹੜਾ ਸੀਗਾ। ਦੂਜੀ ਗੱਲ ਮੈਂ ਕਹਿਣੀ ਚਾਹੁੰਦਾ, ਬਿਜਲੀ ਬੱਚਤ ਦੀ ਤੁਸੀਂ ਗੱਲ ਕੀਤੀ ਸੀਗੀ ਵੀ ਹਾਂ ਕੰਜਪਸ਼ਨ ਦੀ ਗੱਲ ਕੀਤੀ ਆ ਵੀ ਘਰ ਜਾ ਕੇ ਏਸੀ ਚੱਲਣਗੇ, ਤੇ ਮੇਰੇ ਬਹੁਤ ਹੀ ਸਤਿਕਾਰਯੋਗ ਵੀਰ ਜੀ ਨੇ ਕਿਹਾ ਵੀ ਅਸੀਂ ਇਕੱਠੇ ਬਹਿ ਕੇ ਬੈਠਦੇ ਆ, ਇੱਕ ਕਮਰੇ 'ਚ ਬੈਠਦੇ ਆ। ਮੈਂ ਤੁਹਾਨੂੰ ਇੱਥੇ ਪੁੱਛਣਾ ਚਾਹੁੰਦਾ ਸਵਾਲ ਵੀ ਤੁਸੀਂ ਦੱਸੋ, ਆਪਾਂ ਰਮਨ ਚਾਂਦੀ ਜੀ ਨੂੰ ਛੱਡ ਦਈਏ ਵੀ ਤੁਹਾਡੇ ਘਰ ਵੀ ਤੁਹਾਡੇ ਬੱਚੇ ਆ, ਕਿੰਨੀ ਕੁ ਦਿਨ ਤੁਹਾਡੇ ਨਾਲ ਸਾਰਾ ਦਿਨ ਬੈਠਦੇ ਆ? ਤੁਹਾਡੇ ਮਾਂ-ਬਾਪ ਆ, ਕਿੰਨਾ ਕੁ ਚਿਰ ਬੈਠਦੇ ਆ? ਹਰ ਇੱਕ ਘਰ ਦੇ ਵਿੱਚ ਅਲੱਗ-ਅਲੱਗ ਬੈੱਡਰੂਮ ਬਣ ਗਿਆ, ਡਰਾਇੰਗ ਰੂਮ ਬਣ ਗਿਆ, 5-5 ਬੈੱਡਰੂਮ ਬਣ ਗਿਆ। ਜਿਹਦੇ ਕੋਲ 6-7 ਮਰਲੇ ਜਗ੍ਹਾ ਉਹਦੇ ਵਿੱਚ ਵੀ 4-4 ਬੈੱਡਰੂਮ ਬਣ ਚੁੱਕੇ ਆ। ਅਲੱਗ-ਅਲੱਗ ਘਰ ਆ ਤੇ ਅਲੱਗ-ਅਲੱਗ ਜਿਹੜੇ ਆ ਏਸੀ ਚੱਲਦੇ ਆ। ਸੋ ਇਹ ਜਿਹੜੀ ਗੱਲ ਰਹਿ ਗਈ ਕੂਲਰ ਦੀ, ਉਹ ਮੈਂ ਦੱਸ ਦੇਣਾ ਚਾਹੁੰਦਾ ਵੀ ਸਾਡੇ ਮੀਡੀਅਮ ਜਿਹੜੀ ਕੈਟਾਗਰੀ ਉਹਦੇ ਵਿੱਚ ਇਹ ਕੂਲਰ ਨਾਮ ਦੀ ਕੋਈ ਚੀਜ਼ ਨਹੀਂ ਰਹੇਗੀ, ਏਸੀ ਚੱਲਦੇ ਆ। ਇੱਕ ਏਸੀ ਦੀ ਕੰਜੰਪਸ਼ਨ ਮੈਨੂੰ ਨਹੀਂ ਪਤਾ ਇਹਨਾਂ ਨੇ ਕੀ ਕੱਢੀ ਹੈ ਜਾਂ ਇਹਨਾਂ ਦੇ ਜਿਹੜੇ ਸਿਪਲ ਸਲਾਹਕਾਰ ਉਹਨਾਂ ਨੇ ਕੀ ਕੱਢੀ ਹੈ। 2500 ਦਾ ਵਾਟ ਜਿਹੜਾ ਹੈਗਾ, ਜਿਹੜਾ 2 ਕਿਲੋ ਵਾਟ ਦਾ ਏਸੀ ਹੈਗਾ, ਉਹ ਕੰਜੰਪਸ਼ਨ ਕਰਦਾ 1 ਘੰਟੇ ਦੇ ਵਿੱਚ। ਤੇ ਤੁਸੀਂ ਲਾ ਲਓ ਵੀ ਇੱਕ ਬ੍ਰਾਂਚ ਦੇ ਵਿੱਚ 10 ਸਾਡੇ ਮੁਲਾਜ਼ਮ ਹੁੰਦੇ ਆ, ਇੱਕ ਸੁਪਰਡੈਂਟ ਹੁੰਦਾ ਸੈਕਟਰੀਏਟ ਦਾ ਜੋ ਮੈਂ ਤੁਹਾਨੂੰ ਦੱਸ ਰਿਹਾ, 5 ਅਸਿਸਟੈਂਟ ਹੁੰਦੇ ਆ, ਇੱਕ ਕਲਰਕ ਹੁੰਦਾ, ਇੱਕ ਪੀਐਨ ਹੁੰਦਾ। ਇਸ ਤਰ੍ਹਾਂ ਕਰਕੇ ਟੋਟਲ ਜਿਹੜਾ ਸਾਡਾ ਸਟਾਫ ਆ ਉਹ ਨੀਅਰ ਅਬਾਊਟ ਜਿਹੜਾ ਉਹ 10 ਦੇ ਕਰੀਬ ਚਲੇ ਜਾਂਦਾ, 9-10। ਉੱਥੇ ਇੱਕ ਏਸੀ ਵਿੰਡੋ ਏਸੀ ਚੱਲਦਾ 2 ਜਿਹੜਾ ਕਿਲੋਵਾਟ ਦਾ। ਬਹੁਤ ਸਾਰੀਆਂ ਬਿਲਡਿੰਗਾਂ ਦੇ ਵਿੱਚ ਸੈਂਟਰਲ 에ਅਰ ਕੰਡੀਸ਼ਨ ਹੋ ਗਿਆ, ਜਿਹਦੀ ਕੰਜੰਪਸ਼ਨ ਹੋਰ ਜ਼ਿਆਦਾ ਘੱਟ ਹੋ ਗਈ ਆ। ਸੋ ਤੁਸੀਂ ਲਾ ਲਓ 10 ਬੰਦਿਆਂ ਪਿੱਛੇ 1-2 ਕਿਲੋਵਾਟ ਦਾ, ਤੇ ਇੱਕ ਸਾਈਡ ਤੇ ਆਮ ਘਰਾਂ ਦੇ ਵਿੱਚ ਕਮਰੇ ਦੇ ਵਿੱਚ 1.5 ਕਿਲੋਵਾਟ ਦਾ ਜਿਹੜਾ ਏਸੀ ਚੱਲ ਰਿਹਾ ਹੁੰਦਾ। ਜੇ 10 ਬੰਦੇ ਘਰ ਪਹੁੰਚ ਜਾਣਗੇ ਤੇ ਉਹਨਾਂ ਦੇ ਵਿੱਚੋਂ 7-8 ਬੰਦੇ ਵੀ ਜਿਹੜੇ ਆ ਏਸੀ ਚਲਾਉਂਦੇ ਨੇ। ਚਲੋ ਮੰਨ ਲਿਆ 2-3 ਘਰਾਂ ਦੇ ਵਿੱਚ ਜਿਵੇਂ ਰਮਨ ਚਾਂਦੀ ਜੀ ਨੇ ਕਿਹਾ ਕਿ ਉਹ ਇਕੱਠੇ ਬੈਠ ਜਾਂਦੇ ਹੋਣਗੇ, ਚਾਹੇ ਉਹ ਕਲਚਰ ਸ਼ਹਿਰਾਂ ਦੇ ਵਿੱਚ ਤੇ ਨਹੀਂ ਰਿਹਾ ਹੈਗਾ, ਪਿੰਡਾਂ 'ਚ ਹੋ ਸਕਦਾ। ਸੋ ਜਦੋਂ ਚਲਾਣਗੇ 7-8 ਏਸੀ ਤੇ ਉਹਨਾਂ ਨੂੰ ਕੈਲਕੂਲੇਟ ਕਰ ਲਓ ਜਿਹੜੀ ਤੁਸੀਂ ਕਹਿ ਰਹੇ ਇਲੈਕਟ੍ਰਿਸਿਟੀ ਬਚੇਗੀ ਕਿ ਵੱਧ ਕੰਜੰਪਟ ਹੋਏਗੀ, ਉਹ ਤੁਸੀਂ ਦੇਖ ਚਲੋ। ਉਹ ਸਰਕਾਰ ਦਾ ਮੁੱਦਾ, ਮੈਂ ਉਸ ਤੇ ਜਾਣਾ ਨਹੀਂ ਚਾਹੁੰਦਾ। ਤੁਹਾਨੂੰ ਲੱਗਦਾ ਕਿ ਇਲੈਕਟ੍ਰਿਸਿਟੀ ਬੱਚਤ ਵਾਲੇ ਪਾਸੇ ਨਹੀਂ ਹੈ ਇਹ ਕਦਮ? ਨਹੀਂ ਹੈਗੀ। ਚਲੋ ਠੀਕ ਹੈ, ਆਪਾਂ ਬਾਕੀ ਬੁਲਾਰਿਆਂ ਨੂੰ ਵੀ ਨਾਲ ਜੋੜ ਲੈਂਦੇ ਆ। ਕਾਂਗਰਸ ਤੋਂ ਸਾਡੇ ਨਾਲ ਜੁੜੇ ਹੋਏ ਨੇ ਜਗਮੀਤ ਢਿੱਲੋਂ ਜੀ। ਢਿੱਲੋਂ ਸਾਹਿਬ, ਕਿਵੇਂ ਦੇਖਦੇ ਹੋ ਇਸ ਫੈਸਲੇ ਨੂੰ? ਹਾਲਾਂਕਿ ਤੁਹਾਡੀ ਪਾਰਟੀ ਇਸ ਚੀਜ਼ ਦਾ ਵਿਰੋਧ ਕਰ ਰਹੀ ਹੈ, ਨਹੀਂ ਲੱਗਦਾ ਕਿ ਬੱਚਤ ਇਸ ਦੇ ਨਾਲ ਹੋਏਗੀ ਜਿਵੇਂ ਕਿ ਖਹਿਰਾ ਸਾਹਿਬ ਨੇ ਕਿਹਾ? ਜੀ ਦੇਖੋ, ਸਭ ਤੋਂ ਪਹਿਲਾਂ ਤਾਂ ਜੋ ਸੁਖਚੈਨ ਸਿੰਘ ਖਹਿਰਾ ਜੀ ਨੇ ਕਿਹਾ ਕਿ ਉਹਨਾਂ ਨਾਲ ਕੋਈ ਸਲਾਹ ਮਸ਼ਵਰਾ ਹੀ ਨਹੀਂ ਕੀਤਾ ਗਿਆ, ਨਾ ਤਾਂ ਉਹਨਾਂ ਦੀ ਜਥੇਬੰਦੀ ਨਾਲ, ਨਾ ਹੀ ਕਿਸੇ ਹੋਰ ਨਾਲ। ਤੇ ਸੀਐਮ ਸਾਹਿਬ ਵੱਲੋਂ ਜਦੋਂ ਵੀ ਸਾਹਮਣੇ ਕੋਈ ਫੈਸਲਾ ਲਿਆਇਆ ਜਾਂਦਾ ਹੈ ਤਾਂ ਉਹਦਾ ਬੜਾ ਪ੍ਰਚਾਰ ਇੱਕ ਨਾਟਕੀ ਰੂਪਾਂਤਰ ਰਾਹੀਂ ਕੀਤਾ ਜਾਂਦਾ ਹੈ ਕਿ ਦੇਖੋ ਅਸੀਂ ਤਾਂ ਇਸ ਦੀ ਸਲਾਹ ਲੈ ਲਈ, ਉਸ ਦੀ ਸਲਾਹ ਲੈ ਲਈ, ਬਟ ਜਿਸ ਵਰਗ ਲਈ ਉਹ ਫੈਸਲਾ ਹੁੰਦਾ ਹੈ ਉਹਨਾਂ ਦੀ ਉਸ ਦੇ ਵਿੱਚ ਸਹਿਮਤੀ ਨਾ ਸਹਿਮਤੀ ਨਾਲ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ। ਬਾਕੀ ਜਿੱਥੋਂ ਤੱਕ ਤੁਸੀਂ ਬਿਜਲੀ ਬਚਤ ਦੀ ਗੱਲ ਕੀਤੀ ਹੈ, ਅਗਰ ਤੁਸੀਂ ਫੋਲੋ ਅਪ ਕਰ ਰਹੇ ਹੋ ਭਗਵੰਤ ਮਾਨ ਜੀ ਦੇ ਸਰਕਾਰੀ ਪ੍ਰੋਗਰਾਮ, 1-2 ਤਾਂ ਪਿਛਲੇ ਹਫਤੇ ਹੋਏ ਜਦੋਂ ਕੇਜਰੀਵਾਲ ਸਾਹਿਬ ਆਏ, ਅਗਰ ਤੁਸੀਂ ਦੇਖੋ ਤਾਂ ਸਟੇਜ ਦੇ ਉੱਪਰ
7 ਬੰਦੇ ਬੈਠੇ ਨੇ ਤੇ 7 ਦੇ ਪਿੱਛੇ 5 ਸਟੈਂਡਿੰਗ ਏਸੀ ਲੱਗੇ ਨੇ, 5 ਪਿੱਛੇ ਲੱਗੇ ਨੇ, 2 ਸਾਈਡ ਤੇ ਲੱਗੇ ਨੇ। ਸੋ ਇਹ ਬਿਜਲੀ ਬਚਤ ਕੀ ਆਮ ਲੋਕਾਂ ਲਈ ਹੈ ਬਸ? ਜਦੋਂ ਇਹ ਵੀਆਈਪੀ ਸੌਂਦੇ ਨੇ ਇੰਨੀਆਂ ਮਹਿੰਗੀਆਂ, ਜਦੋਂ ਇਹਨਾਂ ਲਈ ਪ੍ਰਬੰਧ ਕੀਤੇ ਜਾਂਦੇ ਨੇ, ਇੰਨੇ ਏਸੀ, ਇੰਨੇ ਕੂਲਰ, ਤੇ ਆਮ ਜਨਤਾ ਅੱਗੇ ਚਾਨਣੀਆਂ ਥੱਲੇ ਬੈਠੀ ਹੁੰਦੀ ਹੈ, ਪੱਖੇ ਵੀ ਆਮ ਲੱਗੇ ਹੁੰਦੇ ਨੇ ਛੁਰੀਆਂ ਵਾਲੇ, ਤਾਂ ਉਦੋਂ ਬਿਜਲੀ ਦੀ ਬਚਤ ਕਿੱਥੇ ਜਾਂਦੀ ਹੈ? ਦੂਜੀ ਗੱਲ ਦੇਖੋ, ਇਹ ਸਪਸ਼ਟ ਹੋ ਰਿਹਾ ਕਿ ਜੋ ਬਿਜਲੀ ਦੀ ਮੰਦਹਾਲੀ ਹੈ, ਅਗਰ ਤੁਸੀਂ ਪਿੰਡਾਂ ਵਿੱਚ ਰਹਿੰਦੇ ਹੋ, ਪਿੰਡਾਂ ਨੂੰ ਵਿਜ਼ਿਟ ਕਰਦੇ ਹੋ, ਤਾਂ ਇਹਨਾਂ ਨੇ ਪਿਛਲੇ 20 ਦਿਨ ਤੋਂ ਕਣਕ ਪੱਕੀ ਦੇ ਬਹਾਨੇ ਬਿਜਲੀ ਬੰਦ ਕੀਤੀ ਕਿ ਕਿਤੇ ਕਣਕ ਦਾ ਚੰਗਿਆੜਾ ਪੈ ਕੇ ਕਣਕ, ਚਲੋ ਮੰਨਦੇ ਆ ਕਿ ਉਹ ਮਜਬੂਰੀ ਸੀ, ਬਟ ਅੱਜ ਕਣਕ ਵੱਢੀ ਗਈ, ਤੂੜੀ ਵੀ ਬਣ ਗਈ, ਹਾਲੇ ਤੱਕ ਪਿੰਡਾਂ ਦੇ ਵਿੱਚ 6-6 ਘੰਟੇ ਦੇ ਕੱਟ ਲੱਗ ਰਹੇ ਨੇ ਲੋਕਾਂ ਨੂੰ। ਸਰਕਾਰ ਜਿਹੜੀ ਗੱਲ ਕਹਿ ਰਹੀ ਹੈ ਕਿ 40-42 ਕਰੋੜ ਰੁਪਇਆ ਇਸ ਦੇ ਨਾਲ ਬਚੇਗਾ, ਉਹ ਤੁਹਾਨੂੰ ਨਹੀਂ ਲੱਗਦਾ ਕਿ ਉਹ ਸਰਕਾਰੀ ਖਜ਼ਾਨੇ ਦਾ ਉਹ ਫਾਇਦਾ ਹੋਏਗਾ ਉਸ ਚੀਜ਼ ਨਾਲ? ਉਹ ਸਰਕਾਰੀ ਖਜ਼ਾਨੇ ਦਾ ਫਾਇਦਾ ਹੋਣਾ ਚਾਹੀਦਾ ਹੈ, ਪਰ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਇਹਨਾਂ ਨੇ ਸਰਕਾਰੀ ਖਜ਼ਾਨੇ ਨੂੰ ਭਰਨ ਦੇ ਕੀ ਸਾਨੂੰ ਬਲੂਪ੍ਰਿੰਟ ਦਿਖਾਏ ਸੀ कि रेता से मैं 20,000 करोड़ निकालूंगा, अक्साई से 10,000 करोड़ निकालूंगा, ਤੇ ਕੀ ਹੁਣ ਸਰਕਾਰੀ ਖਜ਼ਾਨਾ ਇਹੋ ਜਿਹੀਆਂ ਸਕੀਮਾਂ ਦੇ ਨਾਲ ਭਰਾਂਗੇ? ਕਦੀ ਬਿਜਲੀ ਬੰਦ ਕਰਕੇ, ਕਦੀ ਟਾਈਮਿੰਗ ਚੇਂਜ ਕਰਕੇ, ਕਦੀ ਬੇਫਾਲਤੂ ਸਰਕਾਰੀ ਛੁੱਟੀਆਂ ਕਰਕੇ। ਆ ਪਿਛਲੇ ਦਿਨੀ 1 ਮਈ ਦੀ ਮਜ਼ਦੂਰ ਦਿਵਸ, ਦੇਖੋ ਮਜ਼ਦੂਰ ਦਿਵਸ ਸਾਡੇ ਮਜ਼ਦੂਰਾਂ ਲਈ ਮਨਾਉਣਾ ਚਾਹੀਦਾ, ਬਟ ਉਹਨਾਂ ਨੂੰ ਕੋਈ ਐਸਟੀ ਸਕੀਮ ਦਈਏ ਜਿਹਦੇ ਨਾਲ ਉਹ ਆਰਥਿਕ ਤੰਗੀ ਵਿੱਚੋਂ ਨਿਕਲਣ, ਨਾ ਕਿ ਅਸੀਂ ਛੁੱਟੀ ਕਰ ਦਈਏ, ਉਸ ਦੇ ਨਾਲ ਮਜ਼ਦੂਰ ਦਾ ਕੀ ਭਲਾ ਹੋਏਗਾ? तो ਇਹ ਸਭ ਦੇ ਪਿੱਛੇ ਤਾਂ ਕਿ ਛੋਟੀ ਅਸੀਂ ਇਹ ਸਰਕਾਰੀ ਦਫ਼ਤਰ ਬੰਦ ਰਹਿਣਗੇ, ਬਿਜਲੀ ਬਚੂਗੀ, ਕਿਉਂਕਿ ਬਿਜਲੀ ਪਹੁੰਚਾਉਣ ਜੋਗੇ ਇਹਨਾਂ ਕੋਲ ਸਾਧਨ ਨਹੀਂ। ਆਉਣ ਵਾਲੇ ਦਿਨਾਂ ਵਿੱਚ ਤੁਸੀਂ ਦੇਖਿਓ ਸਰਕਾਰੀ ਸਕੂਲਾਂ ਦੇ ਵਿੱਚ ਬੜੀ ਜਲਦੀ ਛੁੱਟੀਆਂ ਕਰ ਦਿੱਤੀਆਂ ਜਾਣਗੀਆਂ, ਤੇ ਫਿਰ ਜਿਵੇਂ ਜੁਲਾਈ ਦੇ ਵਿੱਚ ਸਕੂਲ ਖੁੱਲਦੇ ਸੀ ਉਹ ਖੁੱਲਣਗੇ ਨਹੀਂ, ਉਹਨਾਂ ਨੂੰ ਅਗਸਤ ਤੱਕ ਲਿੰਗਰ ਆਨ ਕੀਤਾ ਜਾਏਗਾ। ਚਲੋ ਤੁਹਾਡੇ ਗੱਲ ਤੋਂ 2-3 ਪੁਆਇੰਟ ਨਿਕਲਦੇ ਨੇ। ਇੱਕ ਪੁਆਇੰਟ ਤਾਂ ਸਿੱਧੇ ਤੌਰ ਤੇ ਬਲੂਪ੍ਰਿੰਟ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਤੁਸੀਂ ਕਹਿੰਦੇ ਸੀ ਕਿ ਆਮ ਆਦਮੀ ਪਾਰਟੀ ਕਹਿੰਦੀ ਸੀ ਕਿ ਇਹ ਫਲਾਣੀ ਜਗ੍ਹਾ ਤੋਂ ਅਸੀਂ ਇਨਕਮ ਸੋਰਸ ਜਿਹੜੇ ਆ ਉਹ ਡਿਵੈਲਪ ਕਰਾਂਗੇ। ਦੂਜਾ ਪੁਆਇੰਟ ਇਹ ਨਿਕਲਦਾ ਕਿ ਜਿਹੜਾ ਇਹ ਬਿਜਲੀ ਦਾ ਜੋ ਬੰਦ ਬਿਜਲੀ ਜੋ ਦਫ਼ਤਰਾਂ ਦਾ ਸਮਾਂ ਜਿਹੜਾ ਉਹ ਤਬਦੀਲ ਕੀਤਾ ਗਿਆ ਉਸ ਨਾਲ, ਚਲੋ ਠੀਕ ਹੈ। ਜੈਬੰਸ ਜੀ ਜੁੜੇ ਹੋਏ ਨੇ ਬੀਜੇਪੀ ਤੋਂ। ਜੈਬੰਸ ਜੀ, ਸਰਕਾਰ ਇਹ ਤਰਕ ਦੇ ਰਹੀ ਹੈ ਕਿ ਦੇਖੋ ਨਿਵੇਕਲੇ ਕਿਸਮ ਦਾ ਸਾਡਾ ਫੈਸਲਾ ਹੈ, ਪੂਰੇ ਭਾਰਤ ਦੇ ਵਿੱਚੋਂ ਪਹਿਲੀ ਵਾਰ ਅਸੀਂ ਫੈਸਲਾ ਲਿਆ ਹੈ, ਔਰ ਇਹ ਜਿਹੜਾ ਉਹ ਖਜ਼ਾਨੇ ਲਈ ਬਹੁਤ ਲਾਹੇਵੰਦ ਹੋਏਗਾ। ਜੋ ਅਰਲੀ ਕਹਿੰਦੇ ਹੈ ਨਾ ਕਿ ਅਰਲੀ ਟੂ ਬੈਡ ਤੇ ਅਰਲੀ ਟੂ ਰਾਈਜ਼, ਉਸ ਚੀਜ਼ ਦੀ ਵੀ ਦਲੀਲ ਦੇ ਰਹੀ ਹੈ ਸਰਕਾਰ। ਜੀ ਇਹ ਜਿਹੜਾ ਪਹਿਲੀ ਵਾਰ ਦਾ ਸਿਸਟਮ ਹੈਗਾ ਨਾ ਆਪਣਾ ਆਮ ਆਦਮੀ ਪਾਰਟੀ ਦਾ, ਇਹਦੇ ਤੋਂ ਮੈਨੂੰ ਥੋੜੀ ਹਿਸਟਰੀ ਯਾਦ ਆ ਜਾਂਦੀ ਹੈ। ਉਹ ਮੁਹੰਮਦ ਬਿਨ ਤੁਗਲਕ, ਉਹ ਵੀ ਪਹਿਲੀ ਵਾਰ ਬਹੁਤ ਕੁਝ ਕਰਦਾ ਸੀ। ਪਹਿਲੀ ਵਾਰ ਉਹਨੇ ਕੈਪੀਟਲ ਚੇਂਜ ਕਰ ਦਿੱਤਾ, ਪਹਿਲੀ ਵਾਰ ਉਹਨੇ ਕਰੰਸੀ ਚੇਂਜ ਕਰ ਦਿੱਤੀ, ਨਾ ਕਿਸੇ ਨੂੰ ਪੁੱਛਦਾ ਸੀਗਾ, ਨਾ ਕੋਈ ਸਲਾਹ ਲੈਂਦਾ ਸੀਗਾ, ਐਸੇ ਕੰਮ ਕਰ ਦਿੰਦਾ ਸੀਗਾ। ਤੇ ਉਹਦੇ ਬਾਰੇ ਤੁਹਾਨੂੰ ਪਤਾ ਹੀ ਹੈ ਕਿ ਕੀ ਲਿਖਿਆ ਹੋਇਆ ਹੈ। ਜਿਹੜੀਆਂ ਸਰਕਾਰਾਂ ਹੁੰਦੀਆਂ ਨੇ ਨਾ, ਉਹ ਇਸ ਤਰੀਕੇ ਦੇ ਡਿਸੀਜਨ ਜਿਹੜੇ ਤੇਜ਼ ਨਹੀਂ ਲੈਂਦੀਆਂ ਨੇ, ਉਹਨਾਂ ਨੂੰ ਬੜਾ ਸੋਚ ਸਮਝ ਕੇ, ਕਿਉਂਕਿ ਐਵਰੀਥਿੰਗ ਇਜ਼ ਕਰੈਕਟਡ। ਇਹ ਆਫਿਸ ਆਰ ਦੇ ਨਾਲ, ਅੱਛਾ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ, ਤੁਹਾਡੇ ਆਫਿਸ 7 ਤੋਂ ਸ਼ੁਰੂ ਹੋ ਰਹੇ ਨੇ ਤੇ 2 ਵਜੇ ਖਤਮ ਹੋ ਰਹੇ ਨੇ, ਤੇ ਜਿਹੜੇ ਸੈਂਟਰ ਦੇ ਆਫਿਸ ਨੇ ਉਹ 9 ਵਜੇ ਸ਼ੁਰੂ ਹੋ ਕੇ 5 ਵਜੇ ਖਤਮ ਹੋ ਰਹੇ ਨੇ। ਇਹਦਾ ਮਤਲਬ ਜਦੋਂ ਸੈਂਟਰ ਕੰਮ ਕਰ ਰਿਹਾ ਹੋਏਗਾ, ਤੁਸੀਂ ਕੰਮ ਨਹੀਂ ਕਰ ਰਹੇ ਹੋਗੇ, ਜਦੋਂ ਤੁਸੀਂ ਕੰਮ ਕਰ ਰਹੇ ਹੋਗੇ ਸੈਂਟਰ ਕੰਮ ਨਹੀਂ ਕਰ ਰਿਹਾ ਹੋਏਗਾ, ਤੇ ਸਾਰੇ ਜਿਹੜੇ ਬਿਊਰੋਕਰੈਟਸ ਨੇ ਉਹਨਾਂ ਨੇ ਤੇ ਸੈਂਟਰ ਦੇ ਨਾਲ ਕੋਆਰਡੀਨੇਟ ਕਰਨਾ ਹੁੰਦਾ ਹੈ, ਫਿਰ ਉਹ ਕਿੱਦਾਂ ਕਰਨਗੇ? ਸੋ ਦੇਰ ਆਰ ਸੋ ਮੈਨੀ ਅਦਰ ਥਿੰਗਸ। ਸਵੇਰੇ ਜਿਹੜਾ ਸਕੂਲ ਦਾ ਰਸ਼ ਹੁੰਦਾ ਹੈ, ਉਦੋਂ ਤੁਸੀਂ ਸਕੂਲ ਦੇ ਰਸ਼ ਦੇ ਵਿੱਚ ਤੁਸੀਂ ਇਹ ਰਸ਼ ਆਫਿਸ ਦਾ ਰਸ਼ ਪਾਤਾ, ਤੇ ਬੱਚੇ ਸਕੂਲ ਦੇ ਟਾਈਮ ਸਿਰ ਕਿੱਦਾਂ ਪਹੁੰਚਣਗੇ? ਐਨੀਵੇ ਇਹ ਤੇ ਗਵਰਨਮੈਂਟ ਦੀਆਂ ਡਿਸੀਜਨ ਹੁੰਦੀਆਂ ਨੇ। ਮੈਂ ਥੋੜਾ ਮੈਕਰੋ ਲੈਵਲ ਦੇ ਉੱਤੇ ਚਲਾ ਜਾਣਾ। ਇਸ ਡਿਸੀਜਨ ਤੋਂ ਮੈਨੂੰ ਏਦਾਂ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਨੂੰ ਪਤਾ ਲੱਗ ਗਿਆ ਕਿ ਐਤਕੀ ਬਹੁਤ ਜ਼ਿਆਦਾ ਬਿਜਲੀ ਦੀ ਪ੍ਰੋਡਕਸ਼ਨ ਦੀ ਕਿੱਲਤ ਹੋਣੀ ਹੈ, ਤੇ ਅਸੀਂ ਇਹਨਾਂ ਨੂੰ ਪਹਿਲੇ ਹੀ ਦੱਸ ਦਈਏ ਕਿ ਅਗਰ ਇਹਨਾਂ ਨੇ ਇੰਡਸਟਰੀ ਨੂੰ ਤੇ ਫਾਰਮਰਸ ਨੂੰ ਉਹਨਾਂ ਦੀ ਰਿਕੁਆਇਰਮੈਂਟ ਦੀ ਬਿਜਲੀ ਨਹੀਂ ਪ੍ਰੋਵਾਈਡ ਕੀਤੀ ਤੇ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋ ਜਾਏਗਾ। Do not leave the woods for the trees। ਤੁਸੀਂ 30-40 ਕਰੋੜ ਰੁਪਇਆ ਬਚਾ ਕੇ ਤੁਸੀਂ ਬਾਕੀ ਸਾਰੀ ਹਰ ਚੀਜ਼ ਦਾ ਸਤਿਆਨਾਸ਼ ਕਰ ਦੋਗੇ, ਇਹ ਕੋਈ ਤਰੀਕਾ ਨਹੀਂ ਹੈ। ਤੇ ਲਾਸਟ ਗੱਲ ਮੈਂ ਜਿਹੜੀ ਇਹ ਕਹਿਣਾ ਚਾਹੁੰਦਾ ਕਿ ਇਹ ਤੇ ਬੜੀ ਅਮੀਰ ਸਰਕਾਰ ਸੀਗੀ ਜਿਹਨੇ ਆਂਦੇ ਕਹਿਤਾ ਕਿ ਅਸੀਂ ਪੂਰੀ ਬਿਜਲੀ ਫ੍ਰੀ ਕਰ ਦੇਵਾਂਗੇ ਤੇ ਪੂਰੇ ਸਾਰਿਆਂ ਨੂੰ 1000 ਰੁਪਇਆ ਲੇਡੀਜ਼ ਨੂੰ ਦੇ ਦਾਂਗੇ ਤੇ ਸਭ ਕੁਝ ਕਰ ਦਾਂਗੇ। ਕਿੱਥੇ ਗਿਆ?
ਮਤਲਬ ਤੁਸੀਂ ਹੁਣ ਇਸ ਗੱਲ ਦੇ ਉੱਤੇ ਆ ਗਏ ਹੋ ਕਿ ਸਰਕਾਰ ਚਲਾਉਣ ਵਾਸਤੇ ਤੁਹਾਨੂੰ 30-40 ਕਰੋੜ ਰੁਪਏ ਬਚਾਉਣਾ ਪੈ ਰਿਹਾ ਬਚਾਉਣਾ ਤੇ ਹੈ, ਪਰ ਉਹਨੂੰ ਡੂ ਨਾਟ ਮੇਕ ਦੈਟ ਮਤਲਬ ਉਹ ਆਪਣੀ ਸਰਕਾਰ ਦਾ ਸੈਂਟਰਲ ਏਜੰਡਾ ਨਾ ਬਣਾ ਲਓ ਕਿ ਦੇਖੋ ਅਸੀਂ ਕਿੰਨਾ ਵੱਡਾ ਕੰਮ ਕਰ ਦਿੱਤਾ ਪਹਿਲੀ ਵਾਰੀ। ਸੋ ਬਾਅਦ ਚ ਪਤਾ ਲੱਗ ਜਾਏਗਾ ਕਿ ਇਹਦੇ ਕੀ ਇਫੈਕਟਸ ਹੁੰਦੇ ਨੇ, ਪਰ ਇਸ ਵੇਲੇ ਮੇਰਾ ਖਿਆਲ ਹੈ ਕਿ ਮੈਕਰੋ ਲੈਵਲ ਦੇ ਉੱਤੇ ਮੈਨੂੰ ਬਹੁਤ ਸ਼ੱਕ ਹੈ ਕਿ ਗਵਰਨੈਂਸ ਡੈਫਿਸਿਟ ਹੈਗਾ ਆਮ ਆਦਮੀ ਪਾਰਟੀ ਦੇ ਵਿੱਚ, ਜਿਹੜਾ ਸਾਨੂੰ ਕੀ ਅੱਗੇ ਬਹੁਤ ਤੰਗ ਕਰੇਗਾ। ਚਲੋ ਠੀਕ ਹੈ, ਤੁਹਾਡਾ ਵੀ ਰਿਐਕਸ਼ਨ ਆ ਗਿਆ। ਸਾਡੇ ਨਾਲ ਅਕਾਲੀ ਦਲ ਤੋਂ ਪਰਮਵੀਰ ਸਿੰਘ ਜੁੜੇ ਹੋਏ ਨੇ। ਪਰਮਵੀਰ ਜੀ, ਅਕਾਲੀ ਦਲ ਤਾਂ ਇਹ ਦਾਅਵਾ ਕਰਦਾ ਰਿਹਾ ਕਿ ਅਸੀਂ ਪਾਵਰ ਸਰਪਲਸ ਸੂਬਾ ਛੱਡ ਕੇ ਗਏ ਸੀ, ਪਰ ਅੱਜ ਜਦੋਂ ਇਹ ਆਪਾਂ ਮਸਲੇ ਦੇ ਉੱਪਰ ਚਰਚਾ ਕਰ ਰਹੇ ਹਾਂ ਤਾਂ ਇੱਕ ਪਹਿਲੂ ਇਹਦਾ ਇਹ ਵੀ ਹੈ ਕਿ ਬਿਜਲੀ ਪ੍ਰੋਡਕਸ਼ਨ ਨਹੀਂ ਵਧੀ, ਇਸ ਕਰਕੇ ਇਦਾਂ ਦੇ ਫੈਸਲੇ ਲਏ ਗਏ। ਕੀ ਕਹੋਗੇ? ਦੇਖੋ ਬਲਦੀਪ ਜੀ, ਤੁਸੀਂ ਜਿਹੜੀ ਗੱਲ ਕਹੀ ਉਹ ਬਿਲਕੁਲ ਸੱਚੀ ਗੱਲ ਹੈ, ਕਿਉਂਕਿ ਜਦੋਂ 2007 ਦੇ ਵਿੱਚ ਅਕਾਲੀ ਦਲ ਪਾਵਰ ਦੇ ਵਿੱਚ ਆਈ ਤਾਂ ਜਿਹੜਾ ਪ੍ਰੋਡਕਸ਼ਨ ਸੀ ਉਹ 6201 ਮੈਗਾਵਾਟ ਸੀ, ਤੇ 2017 ਦੇ ਵਿੱਚ ਜਦੋਂ ਅਕਾਲੀ ਦਲ ਦੀ ਸਰਕਾਰ ਗਈ ਹੈ ਤੇ ਅਸੀਂ 13000 ਮੈਗਾਵਾਟ ਦੀ ਜਿਹੜੀ ਪ੍ਰੋਡਕਸ਼ਨ ਹੈ ਉਹ ਉੱਥੇ ਤੱਕ ਅਸੀਂ ਪੰਜਾਬ ਨੂੰ ਲੈ ਕੇ ਗਏ। ਦੇਖੋ ਅੱਜ ਬਦਕਿਸਮਤੀ ਕੀ ਹੈ ਪੰਜਾਬ ਦੀ, ਅੱਜ ਪੰਜਾਬ ਦੀ ਬਦਕਿਸਮਤੀ ਇਹ ਵੀ ਸਾਨੂੰ ਇਹੀ ਦੀ ਸਰਕਾਰ ਮਿਲੀ ਹੈ ਜਿਹੜੀ ਪੈਰ ਤੇ ਝੂਠ ਬੋਲਦੀ ਹੈ ਔਰ ਪੈਰ ਤੇ ਮੁੱਕਰਦੀ ਹੈ। ਦੇਖੋ ਸਰਕਾਰਾਂ ਦਾ ਕੰਮ ਕੀ ਹੁੰਦਾ, ਸਰਕਾਰਾਂ ਦਾ ਕੰਮ ਹੁੰਦਾ ਆਪਣੇ ਪੰਜਾਬ ਦੇ ਕਿਸੇ ਵੀ ਜਿਹੜੇ ਸੂਬੇ ਦੀ ਸਰਕਾਰ ਹੁੰਦੀ ਹੈ ਉਹਨਾਂ ਦੇ ਲੋਕਾਂ ਨੂੰ ਸਹੂਲਤਾਂ ਦੇਣਾ, ਪਰ ਅੱਜ ਹੋ ਕੀ ਰਿਹਾ। ਮੈਂ ਦਿਲੋਂ ਸਲੂਟ ਕਰਦਾ ਸਾਡੇ ਜਿਹੜੇ ਕਰਮਚਾਰੀ ਭਰਾ ਨੇ, ਜਿਹੜੇ ਇਹਨਾਂ ਨੂੰ ਸਰਕਾਰ ਨੂੰ ਇਹ ਸੋਚਣਾ ਚਾਹੀਦਾ ਹੈ ਵੀ ਉਹ ਵੀ ਕਿਸੇ ਘਰ ਦੇ ਵਿੱਚ ਜੰਮੇ ਹੋਏ ਨੇ, ਉਹਨਾਂ ਨੇ ਵੀ ਬੜੇ ਰੋਲ ਪਲੇ ਕਰਨੇ ਨੇ, ਉਹ ਕਿਸੇ ਦੇ ਪੁੱਤ ਨੇ, ਕਿਸੇ ਦੇ ਫਾਦਰ ਨੇ, ਔਰ ਜਿਹੜੀਆਂ ਸਵੇਰ ਦਾ ਜਿਹੜਾ ਇਹਨਾਂ ਨੇ ਟਾਈਮ ਦਿੱਤਾ ਉਹਦੇ ਵਿੱਚ ਉਹਨਾਂ ਨੇ ਆਪਣੀਆਂ ਘਰੇਲੂ ਤੇ ਜਿਹੜੀਆਂ ਆਪਣੇ ਮਾਪਿਆਂ ਵਾਲ ਜਾਂ ਬੱਚਿਆਂ ਵੱਲ ਜਿਹੜੀਆਂ ਡਿਊਟੀਆਂ ਉਹ ਵੀ ਪੂਰੀਆਂ ਕਰਨੀਆਂ। ਔਰ ਦੂਸਰੀ ਗੱਲ, ਇਹ ਸਰਕਾਰ ਕੀ ਕਰ ਰਹੀ ਹੈ, ਮੇਰੇ ਤੋਂ ਪਹਿਲਾਂ ਪ੍ਰਵਕਤਾ ਨੇ ਕਿਹਾ ਵੀ ਤੁਗਲਕੀ ਫਰਮਾਨ ਹੈ, ਬਟ ਇਹ ਤੁਗਲਕੀ ਫਰਮਾਨ ਚੰਡੀਗੜ੍ਹ ਦੇ ਵਿੱਚ ਬੈਠ ਕੇ ਦਫ਼ਤਰਾਂ ਦੇ ਵਿੱਚੋਂ ਦਿੱਤੇ ਜਾਂਦੇ ਨੇ ਔਰ ਜਿੱਥੇ ਪਤਾ ਵੀ ਬਿਜਲੀ ਦੀ ਕੋਈ ਘਾਟ ਨਹੀਂ ਹੈਗੀ। ਦੂਸਰੀ ਗੱਲ, ਜਿਨ੍ਹਾਂ ਦੀਆਂ ਸਹੂਲਤਾਂ ਲਈ ਇਹ ਕੰਮ ਕਰ ਰਹੇ ਨੇ, ਅੱਜ ਲੋਕੀ ਵੀਡੀਓ ਪਾ ਰਹੇ ਆ ਵੀ ਬਿਜਲੀ ਨਹੀਂ ਆ ਰਹੀ, ਔਰ ਜਿਹੜਾ ਤੁਸੀਂ ਇੱਕ ਨਾਅਰਾ ਦਿੱਤਾ ਨਾ, ਇਹ ਕਹਿ ਰਹੇ ਆ ਵੀ अर्ਲੀ ਟੂ ਬੈਡ ਐਂਡ अर्ਲੀ ਟੂ ਰਾਈਜ਼, ਉਹ ਸਹੀ ਗੱਲ ਹੈ, ਕਿਉਂਕਿ ਲੋਕੀ ਰਾਤ ਨੂੰ 7 ਵਜੇ ਤੱਕ ਉਡੀਕ ਕੇ ਬਿਜਲੀਆਂ ਨੂੰ ਗਰਮੀ ਦੇ ਨਾਲ ਆਪਣੇ ਆਪ ਮੰਜੇ ਤੇ ਪੈ ਜਾਣਗੇ ਤੇ ਪੱਖੀਆਂ ਮਾਰ ਕੇ ਸਵੇਰੇ 2-3 ਵਜੇ ਤੱਕ ਵਾਹਵਾ ਦੁੱਖ ਜਾਣਗੀਆਂ ਤੇ ਆਪਣੇ ਆਪ ਸਵੇਰੇ ਉੱਠ ਜਾਣਗੇ, ਕਿਉਂਕਿ ਸਾਰੀ ਰਾਤ ਬਿਜਲੀ ਤਾਂ ਮਿਲਣੀ ਨਹੀਂ ਲੋਕਾਂ ਨੂੰ। ਔਰ ਜਿਹੜੀ ਗੱਲ ਦੇਖੋ, ਇਹ ਜਿਹੜੀ ਸਰਕਾਰ ਦੀ ਝੂਠ ਹੈ ਨਾ, ਅੱਜ ਤੁਹਾਡੇ ਟੀਵੀ ਤੇ ਮੈਂ ਖਹਿਰਾ ਸਾਹਿਬ ਨੂੰ ਸਲੂਟ ਕਰਦਾ ਵੀ ਉਹਨਾਂ ਨੇ ਅੱਜ ਬਿਲਕੁਲ ਫੋਰਫਰੰਟ ਤੇ ਆ ਕੇ ਸੱਚਾਈ ਦੱਸੀ ਹੈ। ਪਰਮਵੀਰ ਜੀ, ਤੁਹਾਨੂੰ ਇਸ ਗੱਲ ਦੇ ਵਿੱਚ ਬਿਲਕੁਲ ਵੀ ਜਿਹੜੀ ਹੈ ਸੱਚਾਈ ਜਾਂ ਦਮ ਨਹੀਂ ਲੱਗਦਾ ਕਿ 40-42 ਕਰੋੜ ਰੁਪਏ ਦਾ ਕੋਈ ਬਚਤ ਹੋਏਗੀ ਜਾਂ 300 ਜਾਂ 350 ਮੈਗਾਵਾਟ ਦਾ ਜੋ ਜ਼ਿਕਰ ਹੋ ਰਿਹਾ ਕਿ ਉਹ ਬਚੇਗੀ? ਮੈਂ ਤੁਹਾਨੂੰ ਜਿਹੜੀ ਗੱਲ ਕਰ ਰਿਹਾ ਉਹਦੇ ਚ ਤੁਹਾਨੂੰ ਇਹਦਾ ਆਨਸਰ ਮਿਲ ਜਾਏਗਾ। ਦੇਖੋ ਖਹਿਰਾ ਸਾਹਿਬ ਨੇ ਜਿਹੜੀ ਗੱਲ ਕਹੀ ਵੀ ਸਾਨੂੰ ਕਿਸੇ ਨੂੰ ਇਸ ਗੱਲ ਦੇ ਨਾਲ ਉਹਨਾਂ ਨੇ ਪੁੱਛਿਆ ਤੱਕ ਨਹੀਂ ਗਿਆ ਕਰਮਚਾਰੀਆਂ ਨੂੰ। ਦੇਖੋ ਕਰਮਚਾਰੀਆਂ ਦੀ ਵੀ ਡਿਊਟੀਜ਼ ਹੈ, ਪਰ ਮੈਂ ਸਲੂਟ ਕਰਦਾ ਵੀ ਚਲੋ ਉਹਨਾਂ ਨੇ ਆਪਣੀਆਂ ਉਹ ਸਾਰੀਆਂ ਜਿਹੜੀਆਂ ਫੈਮਿਲੀ ਦੀ ਡਿਊਟੀਜ਼ ਨੇ ਉਹ ਬਾਅਦ ਚ ਪੂਰੀਆਂ ਕਰਨਗੇ ਜਾਂ ਜਿਵੇਂ ਮਰਜ਼ੀ ਉਹ ਇਸ ਸਟ੍ਰੈਸ ਲੈਵਲ ਦੇ ਵਿੱਚੋਂ ਲੰਘਣਗੇ। ਦੂਸਰੀ ਗੱਲ, ਇਹਨਾਂ ਨੇ ਜਿਹੜੇ ਸਾਡੇ ਪ੍ਰਵਕਤਾ ਨੇ ਆਮ ਆਦਮੀ ਪਾਰਟੀ ਦੇ, ਉਹਨਾਂ ਨੇ ਕਿਹਾ ਵੀ ਜਦੋਂ ਸਾਡਾ ਜਿਹੜਾ EMPLOYEES ਹੈ ਘਰੇ ਜਾਊਗਾ ਤਾਂ AC ਚੱਲੂਗਾ, ਕਿਉਂ ਜਿਹੜੇ ਬਾਕੀ ਬੱਚੇ ਨੇ ਜਾਂ ਫੈਮਿਲੀ ਮੈਂਬਰਸ ਉਹਨਾਂ ਨੂੰ ਗਰਮੀ ਨਹੀਂ ਲੱਗਦੀ। ਇਹ ਕਿਹੜਾ ਸਰਟੀਫਿਕੇਟ ਹੈ ਵੀ ਜਦੋਂ EMPLOYEE ਘਰੇ ਜਾਏਗਾ ਤਾਂ ਹੀ ਉਹਦੇ ਘਰੇ AC ਚੱਲੇਗਾ? ਮੇਰੇ ਤੋਂ ਪਹਿਲਾਂ ਖਹਿਰਾ ਸਾਹਿਬ ਨੇ ਵੀ ਇਹ ਦੱਸਿਆ ਵੀ ਅੱਜ ਕੱਲ੍ਹ ਜਿਹੜੇ ਮੀਡੀਓਕਰ ਫੈਮਿਲੀਜ਼ ਨੇ ਸਾਰਿਆਂ ਦੇ ਇੰਡੀਪੈਂਡੈਂਟ ਬੈਡਰੂਮਸ ਹੁੰਦੇ ਆ, ਸਾਰਿਆਂ ਦੇ ਵਿੱਚ AC ਲੱਗਦੇ। ਔਰ ਦੂਸਰੀ ਗੱਲ, ਜਿਹੜੀ ਤੁਸੀਂ 45 ਕਰੋੜ ਦੀ ਇਹ ਗੱਲ ਕਰ ਰਹੇ ਨੇ, ਕਰੋੜਾਂ ਰੁਪਏ ਤਾਂ ਇਹਨਾਂ ਨੇ ਮਹੀਨਾ ਪਹਿਲਾਂ ਯੋਗਾਸ਼ਾਲਾ ਜਿਹੜੀ ਇਹਨਾਂ ਨੇ ਸ਼ੁਰੂ ਕੀਤੀ, ਜਿਹਦੇ ਚ ਕਿਹਾ ਵੀ ਸਵੇਰੇ ਉੱਠ ਕੇ ਯੋਗਾ ਕਰੋ, ਉਹਨੇ ਤੇ ਕਰੋੜਾਂ ਰੁਪਏ ਖਰਚਤਾ। ਉਦੋਂ ਇਹਨਾਂ ਨੂੰ ਨਹੀਂ ਪਤਾ ਲੱਗਿਆ ਵੀ 45 ਕਰੋੜ ਅਸੀਂ ਲੈ ਕੇ ਆਣਾ। ਇਹ ਜਿਹੜੀਆਂ ਗੱਲਾਂ ਨੇ ਨਾ, ਇਹ ਸਿਰਫ ਝੂਠ ਦਾ ਪਲਿੰਦਾ ਬਣਾਇਆ ਜਾ ਰਿਹਾ। ਚਲੋ ਠੀਕ ਹੈ ਪਰਮਵੀਰ ਜੀ, ਤੁਹਾਡਾ ਪੁਆਇੰਟ ਆ ਗਿਆ ਜੀ, ਤੁਹਾਡਾ ਪੁਆਇੰਟ ਆ ਗਿਆ। ਆਪਾਂ ਜਵਾਬ ਲਈਏ ਕਿਉਂਕਿ ਅਲਟੀਮੇਟਲੀ ਜਵਾਬ ਤਾਂ ਰਮਨ ਚੰਦੀ ਜੀ ਨੇ ਦੇਣਾ। ਚੰਦੀ ਸਾਹਿਬ, ਕਈ 2-3 ਚੀਜ਼ਾਂ ਨੇ। ਬਲੂਪ੍ਰਿੰਟ ਦਾ ਜ਼ਿਕਰ ਹੋ ਰਿਹਾ ਕਿ ਬਲੂਪ੍ਰਿੰਟ ਤਾਂ ਤੁਹਾਡਾ ਦੇਖੋ ਕੁਝ ਹੋਰ ਸੀ, ਤੁਸੀਂ ਐਕਸਾਈਜ਼ ਪਾਲਿਸੀ ਦੇ ਵਿੱਚੋਂ ਲੈ ਕੇ ਆਉਣੇ ਸੀ ਪੈਸੇ, ਤੁਸੀਂ ਮਾਈਨਿੰਗ ਦੇ ਵਿੱਚੋਂ ਪੈਸੇ ਲੈ ਕੇ ਆਉਣੇ ਸੀ, ਤੇ ਹੁਣ ਤੁਸੀਂ 40-45 ਕਰੋੜ ਰੁਪਈਆ ਤੁਸੀਂ ਸਮਾਂ ਬਦਲ ਕੇ ਗੱਲ ਕਰ ਰਹੇ ਹੋ। ਦੂਜਾ, ਜੋ ਖਹਿਰਾ ਸਾਹਿਬ ਨੇ ਕਿਹਾ ਕਿ ਮੁਲਾਜ਼ਮਾਂ ਦੇ ਨਾਲ ਕੋਈ ਰਾਏ ਮਸ਼ਵਰਾ ਜਿਹੜਾ ਨਹੀਂ ਕੀਤਾ ਗਿਆ, ਜੇ ਕੀਤਾ ਗਿਆ ਤਾਂ ਤੁਸੀਂ ਪਲੀਜ਼ ਉਹਦੇ ਬਾਰੇ ਵੀ ਜਿਹੜਾ ਦੱਸੋ। ਇੱਕ ਬੜਾ ਵੈਲਿਡ ਪੁਆਇੰਟ ਮੈਨੂੰ ਜੈਬੰਸ ਜੀ ਦਾ ਲੱਗਿਆ ਕਿ ਬਿਊਰੋਕ੍ਰੇਸੀ ਹੈ ਜਿਹੜੀ, ਉਹ ਕਿਸ ਤਰ੍ਹਾਂ ਕੰਮ ਕਰੇਗੀ। ਸੈਂਟਰ ਦੇ ਜਿਹੜੇ ਮੁਲਾਜ਼ਮ ਹੋਣਗੇ ਉਹਨਾਂ ਦਾ ਸਮਾਂ ਕੁਝ ਹੋਰ ਹੋਏਗਾ, ਪੰਜਾਬ ਦੇ ਮੁਲਾਜ਼ਮਾਂ ਦਾ ਸਮਾਂ ਕੁਝ ਹੋਰ ਹੋਏਗਾ। ਤੁਹਾਨੂੰ ਨਹੀਂ ਲੱਗਦਾ ਕਿ ਉਸ ਲੈਵਲ ਤੇ ਵੀ ਸੋਚਣ ਦੀ ਲੋੜ ਸੀ ਇਹ ਫੈਸਲਾ ਲੈਣ ਤੋਂ ਪਹਿਲਾਂ? ਔਰ ਜੋ ਸਭ ਤੋਂ ਅਹਿਮ ਪੁਆਇੰਟ ਹੈ ਕਿ ਪ੍ਰੋਡਕਸ਼ਨ ਨਹੀਂ ਵਧਾਈ ਗਈ, ਇਸ ਕਰਕੇ ਤੁਸੀਂ ਹੁਣ ਫਿਰ ਇਦਾਂ ਦੇ ਹੀਲੇ ਵਸੀਲੇ ਕਰ ਰਹੇ ਹੋ। ਬਲਦੀਪ ਜੀ ਦੇਖੋ, ਸਭ ਤੋਂ ਪਹਿਲਾਂ ਤਾਂ ਦੇਖੋ ਜਿਹੜਾ ਬਲੂਪ੍ਰਿੰਟ ਦੀ ਗੱਲ ਕਰਦੇ ਆ,
ਇੱਕ ਗੱਲ ਮੈਂ ਪਿਓਰ ਪੰਜਾਬੀ ਚ ਕਹਿ ਦੇਣਾ ਕਿ ਮੂੰਹ ਮੰਗਿਆ ਤਾਂ ਮੌਤ ਵੀ ਮਿਲਦੀ ਨਹੀਂ ਕਦੇ। ਨੰਬਰ 1। ਨੰਬਰ 2, ਅਸੀਂ ਇਹਨਾਂ ਦੀਆਂ ਸਰਕਾਰਾਂ ਨਾਲੋਂ ਵੱਧ ਕਰਕੇ ਦਿਖਾਇਆ, ਖਜ਼ਾਨਾ ਭਰ ਕੇ ਵੀ ਦਿਖਾਇਆ, ਚਾਹੇ ਉਹ GST ਦੀ ਕਲੈਕਸ਼ਨ ਹੋਵੇ। ਇਹ ਕਹਿੰਦੇ ਸੀਗੇ ਕਿ ਬਿਜਲੀ ਬੋਰਡ ਦਾ ਐਡਾ ਬਕਾਇਆ, ਇੰਨਾ ਕਰਜ਼ਾ ਮੋੜ ਨਹੀਂ ਹੋਣਾ, ਉਹ ਵੀ ਮੋੜ ਦਿੱਤਾ। ਇਹਨੇ ਕਹਿੰਦੇ ਸੀ ਇਹਨਾਂ ਤੋਂ ਬਿਜਲੀ ਮੁਫਤ ਨਹੀਂ ਦੇ ਹੋਣੀ ਪੰਜਾਬ ਦੇ ਜਨਰਲ ਵਰਗ ਨੂੰ, ਉਹ ਵੀ ਦੇ ਦਿੱਤੀ। ਇਹ ਕਹਿੰਦੇ ਸੀ ਨੌਕਰੀਆਂ ਨਹੀਂ ਦੇ ਹੋਣੀਆਂ, ਉਹ ਵੀ ਦੇ ਦਿੱਤੀਆਂ। ਇਹ ਹਮੇਸ਼ਾ ਦੇਖੋ ਵਿਰੋਧ ਅਵਸਥਾ ਦੇ ਵਿੱਚ ਬੈਠ ਕੇ ਵਿਰੋਧੀ ਕਦੇ ਵੀ ਨਹੀਂ ਇਹ ਗੱਲ ਕਹੇਗਾ ਕਿ ਮੌਜੂਦਾ ਜੋ ਪੰਜਾਬ ਦੀ ਸਰਕਾਰ ਆ ਉਹਨੇ ਪੰਜਾਬ ਦੇ ਲੋਕਾਂ ਦੇ ਹਿੱਤਾਂ ਦੀ ਗੱਲ ਕੀਤੀ ਹੈ, ਕਿਉਂਕਿ ਇਹਨਾਂ ਦਾ ਨਿਸ਼ਾਨਾ ਸਿਰਫ ਆਉਣ ਵਾਲੇ ਸਮੇਂ ਦੇ ਵਿੱਚ ਉਸ ਕੁਰਸੀ ਨੂੰ ਉੱਤੇ ਆਉਣਾ। ਤੋ ਇਸ ਕਰਕੇ ਮੇਰਾ ਇਹੀ ਕਹਿਣਾ ਬਾਰ-ਬਾਰ ਕਿ ਜਿਹੜੀ ਇੰਟੀਮੇਸ਼ਨ ਸੈਂਟਰ ਦੇ ਆਪਦੇ ਅਦਾਰਿਆਂ ਦੇ ਵਿੱਚ ਡਿਫਰੈਂਸ ਸਿਰਫ 3 ਘੰਟੇ ਦਾ ਹੈ। ਦੇਖੋ ਇਹ ਕਰਮਚਾਰੀਆਂ ਦੀ ਆਪਸ ਦੇ ਵਿੱਚ ਇੰਟੀਮੇਸ਼ਨ ਹੁੰਦੀ ਹੈ ਕਿ ਜਿਹੜਾ ਕੰਮ ਅਸੀਂ ਸ਼ਾਮ ਨੂੰ 4 ਵਜੇ ਕਰਨਾ ਜਾ ਕੇ ਜੇਕਰ ਉਹ 2 ਘੰਟੇ ਪਹਿਲਾਂ ਕਰ ਲਿਆ ਜਾਏਗਾ ਉਹ 'ਚ ਕੋਈ ਵੱਡਾ ਫਰਕ ਨਹੀਂ ਪੈਣਾ। ਠੀਕ ਹੈ, ਪਹਿਲੇ 5-4 ਦਿਨ ਇਹਨੂੰ ਔਕੜਾਂ ਦਾ ਸਾਹਮਣਾ ਕਰਨਾ ਪਏਗਾ। ਜੇਕਰ ਫੇਰ ਵੀ ਕੋਈ ਲੱਗਦੀ ਹੋਈ ਕੋਈ 19-21 ਗੱਲ ਹੈ, ਦੇਖੋ ਸਰਕਾਰ ਔਰ ਸਰਕਾਰੀ ਅਦਾਰਿਆਂ ਦੇ ਵਿੱਚ 9 ਮਾਸ ਦਾ ਰਿਸ਼ਤਾ ਹੁੰਦਾ ਔਰ ਹਰ ਇੱਕ ਔਕੜ ਨੂੰ ਦੂਰ ਕਰਨ ਦੇ ਲਈ ਮਾਨ ਸਰਕਾਰ ਬੈਠੀ ਆ ਔਰ ਉਹ ਕਰੇਗੀ ਵੀ। ਔਰ ਰਹੀ ਗੱਲ, ਦੇਖੋ ਮੈਂ ਇੱਕ ਗੱਲ ਕਹੀ ਸੀ, ਕਾਂਗਰਸ ਦੇ ਔਰ ਅਕਾਲੀ ਦਲ ਦੇ ਪ੍ਰਵਕਤਾ ਕਹਿੰਦੇ ਨੇ ਕਿ ਇੱਕ ਰੂਮ ਦੇ ਵਿੱਚ ਇੱਕ ਏਸੀ ਪਰਿਵਾਰ ਬੈਠਾ, ਇੱਕ ਆਲਰੇਡੀ ਚੱਲਦਾ ਹੈ, ਉਹ ਸਪੈਸ਼ਲ ਨਹੀਂ ਹੈ। ਦੇਖੋ ਜਿਹੜਾ ਬੰਦਾ ਅਫੋਰਡ ਕਰ ਸਕਦਾ ਹੈ, ਜਿਹੜੀਆਂ ਫੈਮਲੀਆਂ ਅਫੋਰਡ ਕਰਦੀਆਂ ਨੇ ਉੱਥੇ ਤਾਂ ਭਾਵੇਂ 10 ਚਲਾ ਲਓ। ਮੈਂ ਮੀਡੀਏਟਰ ਔਰ ਗਰੀਬ ਵਰਗ ਦੀ ਗੱਲ ਕਰਦਾ ਕਿ ਉਹ ਹਮੇਸ਼ਾ ਅੱਜ ਵੀ ਸ਼ਹਿਰ ਦੇ ਵਿੱਚ ਇਕੱਠਿਆਂ ਹੋ ਕੇ ਤੁਸੀਂ ਗਰਮੀਆਂ ਦੇ ਵਿੱਚ ਸ਼ਾਇਦ ਦੇਖੋ ਮੈਂ ਤਾਂ ਮੀਡੀਏਟਰ ਨੂੰ ਬਿਲੋਂਗ ਕਰਦਾ, ਮੈਂ ਤਾਂ ਅੱਜ ਵੀ ਸੋਚਦਾ ਮੈਂ ਤਾਂ ਅੱਜ ਵੀ ਸੋਚਦਾ ਕਿ ਮੇਰੇ ਘਰ ਦੇ ਵਿੱਚ ਇੱਕ ਏਸੀ ਲੱਗੇ ਔਰ ਫਿਜ਼ੀਕਲੀ ਔਰ ਅੱਜ ਮੈਂ ਆਪਣੇ ਘਰ ਦੇ ਵਿੱਚ ਬੈਠਾ। ਜੇ ਤੁਸੀਂ ਵਿਦ ਚਲੋ ਇਹ ਠੀਕ ਹੈ, ਮੈਂ ਚੰਦੀ ਸਾਹਿਬ ਠੀਕ ਹੈ, ਤੁਹਾਡੀ ਦਲੀਲ ਠੀਕ ਹੈ, ਪਰ ਦੂਜੇ ਪਾਸੇ ਪਹਿਲੂ ਇਸ ਮਸਲੇ ਦੇ ਹੋਰ ਵੀ ਕਈ ਨੇ। ਹੁਣ ਜੇਕਰ ਮੁਲਾਜ਼ਮ 7:30 ਵਜੇ ਦਫ਼ਤਰ ਦੇ ਵਿੱਚ ਪਹੁੰਚਦਾ ਹੈ ਤਾਂ ਉਹ ਜੇਕਰ ਕੋਈ 30 ਕਿਲੋਮੀਟਰ ਜਾਂ 50 ਕਿਲੋਮੀਟਰ ਤੋਂ ਆ ਰਿਹਾ ਹੈ, ਅਪ ਡਾਊਨ ਕਰ ਰਿਹਾ ਹੈ, ਤਾਂ ਉਸ ਦੇ ਵਿੱਚ ਵੀ ਉਹਨੂੰ ਘੰਟਾ 1.5 ਘੰਟਾ ਉਹ ਵੀ ਸਮਾਂ ਲੱਗੇਗਾ। ਤਾਂ ਇਹ ਮੰਨ ਕੇ ਚੱਲੋ ਵੀ ਉਹ 7 ਵਜੇ ਜਾਂ ਮਾਫ ਕਰਨਾ 6 ਵਜੇ ਜਿਹੜਾ ਉਹ ਘਰੋਂ ਨਿਕਲੇਗਾ ਤਾਂ 7:30 ਵਜੇ ਜਾ ਕੇ ਪਹੁੰਚੇਗਾ। ਕੀ ਇਹ ਚੀਜ਼ਾਂ ਸਾਰੀਆਂ ਸੋਚੀਆਂ ਵਿਚਾਰੀਆਂ ਨਹੀਂ ਗਈਆਂ? ਮੈਂ ਤੁਹਾਡੇ ਕੋਲ ਆਉਣਾ, ਪਰ ਇਸ ਤੋਂ ਪਹਿਲਾਂ ਖਹਿਰਾ ਜੀ ਇਹ ਜੋ ਸਵਾਲ ਹੈ ਮੈਂ ਤੁਹਾਡੇ ਕੋਲੋਂ ਵੀ ਇਹਦਾ ਜਵਾਬ ਜਾਣਨਾ ਚਾਹੁੰਦਾ ਕਿ ਇੱਕ ਮੁਲਾਜ਼ਮ ਦੇ ਪੱਖ ਤੋਂ ਅਗਰ ਉਹ ਘੰਟੇ ਦਾ ਸਫ਼ਰ ਕਰਕੇ ਆ ਰਿਹਾ ਹੈ ਤਾਂ ਉੱਥੇ ਵੀ ਉਹਨੂੰ ਪਰੇਸ਼ਾਨੀ, ਦੂਜਾ ਜਿਹੜਾ ਉਹ ਘਰ ਦੇ ਵਿੱਚ ਜੋ ਬੱਚੇ ਨੇ ਉਹਨਾਂ ਨੂੰ ਸਕੂਲ ਲਈ ਤਿਆਰ ਕਰਕੇ ਭੇਜਣਾ, ਕਿਉਂਕਿ ਤਕਰੀਬਨ ਉਹੀ ਸਮਾਂ ਹੁੰਦਾ ਮੇਰੇ ਖਿਆਲ ਸਕੂਲ ਜਾਣ ਦਾ ਵੀ। ਦੇਖੋ ਮੈਂ ਸਰ ਇੱਕ ਗੱਲ ਕਹਿਣੀ ਚਾਹੁੰਦਾ ਕਿ ਤੁਹਾਡੀ ਗੱਲ ਬਿਲਕੁਲ ਦੁਰਸਤ ਹੈ ਕਿ ਜਦੋਂ ਸਵੇਰੇ ਇੱਕ ਛੋਟੇ ਬੱਚੇ ਦੀ ਗੱਲ ਕਰਦਾ ਜਿਨ੍ਹਾਂ ਦੇ ਬੱਚੇ ਵੱਡੇ ਨੇ, +2 ਕਰ ਗਏ ਨੇ ਜਾਂ ਗ੍ਰੈਜੂਏਸ਼ਨ ਕਰ ਰਹੇ, ਉਹਨਾਂ ਲਈ ਸ਼ਾਇਦ ਕੋਈ ਵੱਡੀ ਪ੍ਰੋਬਲਮ ਨਾ ਹੋਵੇ, ਲੇਕਿਨ ਜਿਨ੍ਹਾਂ ਦੇ ਬੱਚੇ ਬਹੁਤ ਛੋਟੇ ਨੇ ਉਹਨਾਂ ਲਈ ਬਹੁਤ ਮੁਸ਼ਕਲ ਆ, ਖਾਸ ਕਰਕੇ ਜਿਹੜੇ ਕਰੈਚ 'ਚ ਛੱਡ ਕੇ ਆਉਂਦੇ, ਕੋਈ ਕਰੈਚ ਵੀ ਨਹੀਂ ਖੁੱਲਦੀ ਉਸ ਸਮੇਂ ਤੱਕ। ਠੀਕ ਹੈ, ਸਾਡੀ ਐਸੋਸੀਏਸ਼ਨ ਨੇ ਮਿਹਨਤ ਕਰਕੇ ਸੈਕਟਰੀ ਐਡਮਿਨਿਸਟ੍ਰੇਸ਼ਨ ਨੂੰ ਕਹਿ ਕੇ ਕਰੈਚ ਖੋਲੀ। ਸਰ ਬਹੁਤ ਸਾਰੇ ਮੀਡੀਆ ਨੂੰ ਮੈਂ ਖੁਦ ਕਿਹਾ ਤੁਸੀਂ ਕਰੈਚ ਦੇ ਵਿੱਚ ਜਾਓ। ਬਹੁਤ ਸਾਰੇ ਮਾਂ-ਬਾਪ ਮਿਲੇ ਜਿਨ੍ਹਾਂ ਨੇ ਬੱਚੇ ਚੁੱਕੇ ਹੋਏ ਸੀਗੇ, ਉਹ ਕਰੈਚ ਦੇ ਵਿੱਚ ਖੜੇ ਹੋਏ ਸੀਗੇ। ਜਦੋਂ ਮੀਡੀਆ ਨੇ ਸਵਾਲ ਕੀਤਾ ਤਾਂ ਉਹਨਾਂ ਨੇ ਇਹੀ ਕਿਹਾ ਕਿ ਅਸੀਂ ਇਹਨਾਂ ਨੂੰ ਸੁੱਤੇ ਉੱਠੇ ਚੱਕ ਕੇ ਗੋਦ ਵਿੱਚ ਇੱਥੇ ਲਿਆਏ, ਇੱਥੇ ਆ ਕੇ ਇਹਨਾਂ ਨੂੰ ਕੱਪੜੇ ਚੇਂਜ ਕਰਾਏ, ਕਿਉਂਕਿ ਕਈ ਜੋ 50 ਕਿਲੋਮੀਟਰ ਜਾਂ 100 ਕਿਲੋਮੀਟਰ ਤੋਂ ਆ ਰਿਹਾ, ਮੰਨ ਲਓ ਪਟਿਆਲੇ ਤੱਕ ਤੋਂ ਜਿਹੜੇ ਆ ਰਹੇ ਨੇ ਜਾਂ ਇੱਧਰ ਜਿਹੜੇ ਮੋਹਾਲੀ ਰੋਪੜ 80-82 ਸੈਕਟਰ 'ਚ ਰਹਿ ਰਹੇ ਨੇ, ਉਹਨਾਂ ਨੂੰ ਸੈਕਟਰੀਏਟ ਜਾਣ ਤੱਕ ਘੱਟੋ ਘੱਟ ਨਹੀਂ ਤਾਂ 35-40 ਮਿੰਟ ਲੱਗ ਜਾਂਦੇ ਨੇ, ਤੇ ਉਹ ਬੱਚੇ ਨੂੰ ਲੈ ਕੇ ਜਾ ਰਹੇ ਨੇ। ਉੱਥੇ ਜਾ ਕੇ ਉਸ ਤੋਂ ਬਾਅਦ ਜਦੋਂ ਬੱਚੇ ਦਾ ਸਕੂਲ 8:30-9 ਵਜੇ ਸ਼ੁਰੂ ਹੁੰਦਾ ਤੇ ਤੁਸੀਂ ਸੋਚੋ ਉਹ ਉਸ ਆਫਿਸ ਟਾਈਮ ਦੇ ਵਿੱਚੋਂ ਬੱਚੇ ਨੂੰ ਫਿਰ ਛੱਡਣ ਸਕੂਲ ਜਾ ਰਹੇ ਨੇ ਕਰੈਚ ਦੇ ਵਿੱਚੋਂ ਚੱਕ ਕੇ। ਇਸ ਤਰ੍ਹਾਂ ਹੀ ਬਾਕੀ ਸਾਰਿਆਂ ਦੀ ਪ੍ਰੋਬਲਮ ਆ, ਬੀਬੀਆਂ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਆ, ਦੂਰ ਵਾਲੇ ਜਿਹੜੇ ਮੁਲਾਜ਼ਮ ਆ ਉਹਨਾਂ ਨੂੰ ਬਹੁਤ ਪ੍ਰੋਬਲਮ ਆ। ਦੂਜੀ ਗੱਲ ਆ ਗਈ ਜਦੋਂ ਵੀ ਕੋਈ ਭਾਵੇਂ ਉਹ ਪਬਲਿਕ ਅਦਾਰਾ ਚਾਹੇ ਪ੍ਰਾਈਵੇਟ ਸੈਕਟਰ ਆ ਚਾਹੇ ਸਰਕਾਰੀ ਸੈਕਟਰ ਆ, ਉਹਦੇ ਵਿੱਚ ਇੱਕ ਬ੍ਰੇਕ ਦਾ ਉਪਬੰਧ ਕੀਤਾ ਗਿਆ। ਵੈਸੇ 3 ਬ੍ਰੇਕਾਂ ਹੁੰਦੀਆਂ, ਛੋਟੀਆਂ ਪਹਿਲਾਂ ਹੁੰਦੀ ਹੈ ਟੀ ਬ੍ਰੇਕ, ਫਿਰ ਹੁੰਦੀ ਲੰਚ ਬ੍ਰੇਕ ਔਰ ਉਸ ਤੋਂ ਬਾਅਦ ਫਿਰ ਟੀ ਬ੍ਰੇਕ। ਹਰ ਕਿਤੇ ਹਰ ਜਗ੍ਹਾ ਤੇ ਹੁੰਦਾ। ਹੁਣ ਸਾਡਾ ਜਦੋਂ ਟਾਈਮ ਕਰਤਾ ਕਿਤੇ ਵੀ ਕੋਈ ਬ੍ਰੇਕ ਨਹੀਂ ਦਿੱਤੀ ਗਈ। ਉਹ ਜਿਹੜਾ ਬੰਦਾ ਸਵੇਰੇ 6 ਵਜੇ ਦਾ ਜਾਂ 5 ਵਜੇ ਦਾ ਚੱਲਿਆ ਹੋਇਆ ਉਹ ਆ ਕੇ ਕਦੋਂ ਆਪਣਾ ਬ੍ਰੇਕਫਾਸਟ ਕਰੇਗਾ, ਕਦੋਂ ਉਹਨੂੰ ਉਹ ਬ੍ਰੇਕ ਮਿਲੇਗੀ, ਕਦੋਂ ਟੀ ਬ੍ਰੇਕ ਮਿਲੇਗੀ, ਕੁਝ ਵੀ ਇਹੋ ਜਿਹੀ ਗੱਲ ਨਹੀਂ ਹੈਗੀ। ਜਿੱਥੋਂ ਤੱਕ ਮੈਂ ਇੱਕ ਗੱਲ ਬੜੀ ਸਪਸ਼ਟ ਕਰ ਦੇਣਾ ਚਾਹੁੰਦਾ ਆਮ ਜਨਤਾ ਨੂੰ ਕਿ ਮੁਲਾਜ਼ਮ, ਮੈਂ ਇੱਕ ਗੱਲ ਕਹਿਣੀ ਚਾਹੁੰਦਾ ਸਰ, ਮੇਰੀ ਗੱਲ ਸੁਣ ਲਓ ਵੀ ਮੁਲਾਜ਼ਮ ਡਿਊਟੀ ਦਾ ਪਾਬੰਦ ਆ। ਜੇਕਰ ਉਹਨੂੰ ਤੁਸੀਂ 5 ਵਜੇ ਬੁਲਾਓਗੇ
ਤਾਂ ਅਸੀਂ ਡਿਊਟੀ ਤੇ 5 ਵਜੇ ਪਹੁੰਚਾਂਗੇ। ਅੱਜ ਸਾਰਾ ਮੀਡੀਆ ਸੈਕਟਰੀਏਟ ਸੀਗਾ ਔਰ 95% ਲੋਕ ਜਿਹੜੇ ਸੀਗੇ, ਕੋਈ ਛੁੱਟੀ ਤੇ ਹੋ ਸਕਦਾ ਕੋਈ ਲੇਟ ਹੋ ਗਿਆ ਹੋਵੇ, ਸਾਰੇ ਦੇ ਸਾਰੇ ਪੌਣੇ ਜਿਹੜੇ ਸੀਗੇ 7:15 ਵਜੇ ਤਰੀਕ ਸੈਕਟਰੀਏਟ ਦੇ ਅੰਦਰ ਦਾਖਲ ਹੋ ਚੁੱਕੇ ਸੀ ਬਿਨਾਂ ਕਿਸੇ ਡਰ ਡੁੱਕਰ ਤੋਂ। ਸੋ ਅਸੀਂ ਆਵਾਂਗੇ, ਪਰ ਸਾਡੀਆਂ ਮੁਸ਼ਕਲਾਤਾਂ ਜੇ 9 ਮਾਸ ਦਾ ਜਿਹੜਾ ਚਾਂਦੀ ਜੀ ਨੇ ਕਿਹਾ ਕਿ ਸਾਡਾ ਰਿਸ਼ਤਾ ਹੈਗਾ, ਉਹ ਚਾਂਦੀ ਦਾ ਜਿਹੜਾ 9 ਮਾਸ ਦਾ ਰਿਸ਼ਤਾ ਅਜੇ ਤਾਈਂ ਗੌਰਮੈਂਟ ਨੇ ਨਿਭਾਇਆ ਨਹੀਂ। ਅਸੀਂ ਬੇਨਤੀ ਕਰਦੇ ਹਾਂ ਕਿ ਉਹ ਰਿਸ਼ਤੇ ਨੂੰ ਨਿਭਾਇਆ ਜਾਵੇ। ਮੁਲਾਜ਼ਮ ਰੀੜ ਦੀ ਹੱਡੀ ਹੈ, ਸਾਡੀਆਂ ਹੋਰ ਵੀ ਮੰਗਾਂ ਉਹ ਵੀ ਪੂਰੀਆਂ ਕੀਤੀਆਂ ਜਾਣ। ਚਲੋ ਠੀਕ ਹੈ ਚਾਂਦੀ ਜੀ, ਛੋਟਾ ਜਿਹਾ ਰਿਐਕਸ਼ਨ ਰੱਖਿਓ, ਫਿਰ ਮੈਂ ਢਿੱਲੋਂ ਸਾਹਿਬ ਕੋਲ ਆਉਂਗਾ। ਛੋਟਾ ਜਿਹਾ ਬਿਲਕੁਲ। ਖਹਿਰਾ ਸਾਹਿਬ ਦੇਖੋ, ਗੱਲ ਇਹ ਹੈ ਕਿ ਤੁਹਾਨੂੰ ਇਹ ਜ਼ਰੂਰ ਸੋਚਣਾ ਚਾਹੀਦਾ ਕਿ ਮਾਨ ਸਰਕਾਰ ਪਹਿਲਾਂ ਦੀਆਂ ਸਰਕਾਰਾਂ ਨਾਲੋਂ ਦੇਖੋ 29,000 ਦੇ ਕਰੀਬ ਸਰਕਾਰੀ ਨੌਕਰੀਆਂ ਦੇ ਦਿੱਤੀਆਂ ਗਈਆਂ ਔਰ ਨੰਬਰ 1 ਸਭ ਤੋਂ ਪਹਿਲਾਂ ਕੋਸ਼ਿਸ਼ ਇਹ ਕੀਤੀ ਗਈ 1 ਸਾਲ ਦੇ ਵਿੱਚ ਅਲੱਗ-ਅਲੱਗ ਵਰਗ ਦੇ ਡਿਪਾਰਟਮੈਂਟ ਦੇ ਮੁਲਾਜ਼ਮਾਂ ਨੂੰ ਕਿ ਉਹਨਾਂ ਨੂੰ ਬਾਹਰੀ ਦੂਰ ਨਾ ਰੱਖਿਆ ਜਾਵੇ। ਪਿਛਲੀਆਂ ਸਰਕਾਰਾਂ ਕੀ ਕਰਦੀਆਂ ਸੀ, ਹੁਣ ਮੈਂ ਫਰੰਟ ਤੇ ਆ ਕੇ ਬੋਲਦਾ ਔਰ ਇਹ ਗੱਲਾਂ ਬਿਲਕੁਲ ਜੈਨੂਅਨ ਨੇ ਕਿ ਹਮੇਸ਼ਾ ਵਿਧਾਇਕ ਜੇ ਕਿਸੇ ਮੁਲਾਜ਼ਮ ਨਾਲ ਨਹੀਂ ਬਣਦੀ ਚੱਕ ਕੇ 200 ਕਿਲੋਮੀਟਰ ਤੇ ਮਾਰ ਦੋ। ਆਮ ਆਦਮੀ ਪਾਰਟੀ ਅਜਿਹਾ ਨਹੀਂ ਕਰਦੀ। ਹਮੇਸ਼ਾ ਚਾਹੇ ਉਹ ਟੀਚਰ ਹੋਣ ਚਾਹੇ ਕੋਈ ਵੀ ਵਰਗ ਹੋਵੇ, ਉਹ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਆਪਣੇ ਘਰ ਦੇ ਉਹਦੀ ਬਿਲਕੁਲ ਨੇੜੇ ਦੀ ਪੋਸਟਿੰਗ ਹੋਵੇ। ਨੰਬਰ 2 ਤੇ ਦੇਖੋ 9 ਮਾਸ ਦਾ ਰਿਸ਼ਤਾ ਹਮੇਸ਼ਾ ਸਰਕਾਰਾਂ ਦਾ ਰਿਹਾ ਔਰ ਰਹਿੰਦੇ ਰਹਿਣਾ। ਡੇ ਬਾਈ ਡੇ ਵਨ ਕਰਕੇ ਹਰ ਇੱਕ ਚੀਜ਼ ਦਾ ਹੱਲ ਹੈ। ਜਦੋਂ ਮਾਨ ਸਾਹਿਬ ਨੇਕ ਨੀਅਤ ਇਮਾਨਦਾਰੀ ਨਾਲ ਚੱਲਦੇ ਨੇ, ਇਹਦੇ 'ਚ ਸਮਾਂ ਜ਼ਰੂਰ ਲੱਗੇਗਾ। ਅੱਜ ਆਪਾਂ ਨੂੰ ਔਕੜਾਂ ਦਾ ਸਾਹਮਣਾ ਜ਼ਰੂਰ ਕਰਨਾ ਪਏਗਾ। ਇਹ ਜਿਹੜਾ ਚਲੋ ਤੁਸੀਂ ਕਹਿ ਰਹੇ ਹੋ ਕਿ ਔਕੜਾਂ ਦਾ ਸਾਹਮਣਾ ਕਰਨਾ ਪਏਗਾ, ਜੇਕਰ ਆਪਾਂ ਕਰਾਂਗੇ ਤਾਂ 5 ਸਾਲ ਦੇ ਵਿੱਚ ਸਾਰਾ ਕੁਝ ਪੂਰਾ ਹੋ ਜਾਏਗਾ। ਤੁਸੀਂ ਇੱਕ ਗੱਲ ਤਾਂ ਕਹਿ ਰਹੇ ਹੋ ਚਾਂਦੀ ਸਾਹਿਬ, ਇੱਕ ਗੱਲ ਤਾਂ ਕਹਿ ਰਹੇ ਹੋ ਕਿ ਥੋੜੀਆਂ ਬਹੁਤੀਆਂ ਔਕੜਾਂ ਦਾ ਸਾਹਮਣਾ ਕਰਨਾ ਪੈ ਸਕਦਾ। ਖਹਿਰਾ ਸਾਹਿਬ ਥੋੜਾ ਜਿਹਾ ਹੋਲਡ ਕਰੋ, ਆਪਾਂ ਬਾਕੀ ਬੁਲਾਰਿਆਂ ਦੀ ਵੀ ਰਾਏ ਲੈ ਲਈਏ। ਢਿੱਲੋਂ ਸਾਹਿਬ, ਥੋੜੀ ਬਹੁਤੀ ਔਕੜਾਂ ਦਾ ਸਾਹਮਣਾ ਕਰਨਾ ਪੈ ਸਕਦਾ, ਕੀ ਔਕੜਾਂ ਵਾਕਈ ਥੋੜੀਆਂ ਬਹੁਤੀਆਂ ਹੋਣਗੀਆਂ ਜਾਂ ਵੱਡੀਆਂ ਵੀ ਹੋ ਸਕਦੀਆਂ? ਮੈਂ ਜਿਵੇਂ ਜ਼ਿਕਰ ਕੀਤਾ ਕਿ ਮੁਲਾਜ਼ਮਾਂ ਨੂੰ ਆਉਣ ਜਾਣ ਦੀ, ਅਪ ਡਾਊਨ ਕਰਨ ਦੀ, ਜਿਹੜੇ ਖਾਸ ਤੌਰ ਤੇ ਇੱਕ ਸ਼ਹਿਰ ਦੇ ਵਿੱਚ ਨਹੀਂ ਰਹਿੰਦੇ, ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਜਾਂਦੇ ਨੇ, ਉਹਨਾਂ ਨੂੰ ਸਮੱਸਿਆ ਹੋ ਸਕਦੀ ਹੈ। ਜੀ ਬਿਲਕੁਲ। ਦੇਖੋ ਅਗਰ ਅਸੀਂ ਦੇਖੀਏ ਤਾਂ ਜਿਹੜੀਆਂ ਕਈ ਬੱਸਿਸ ਦੀਆਂ ਟਾਈਮਿੰਗਸ ਨੇ, ਜਿਹੜੇ ਕਈ ਮੁਲਾਜ਼ਮ ਜਿਨ੍ਹਾਂ ਕੋਲ ਆਪਣੇ ਪ੍ਰਬੰਧ ਨਹੀਂ ਹੈਗੇ, ਬਾਈਕਸ ਨਹੀਂ ਹੈਗੀਆਂ, ਕਾਰਸ ਨਹੀਂ ਹੈਗੀਆਂ, ਤਾਂ ਕਈ ਵਾਰ ਜਦੋਂ ਅਸੀਂ ਘੰਟਾ 2 ਘੰਟੇ ਦੂਰ ਤੋਂ ਆਉਣਾ ਹੁੰਦਾ ਹੈ ਤਾਂ ਉਹਦੀ ਅਵੇਲੇਬਿਲਟੀ ਨਹੀਂ ਹੁੰਦੀ ਪਹੁੰਚਣ ਦੇ ਸਾਧਨ ਦੀ। ਐਂਡ ਸਭ ਤੋਂ ਵੱਡੀ ਗੱਲ ਇਹ ਸੀ ਕਿ ਇੱਥੇ ਮਹਿਲਾਵਾਂ ਬਾਰੇ ਬਿਲਕੁਲ ਨਹੀਂ ਸੋਚਿਆ ਗਿਆ। ਅਸੀਂ ਇਹ ਸੁਜੈਸਟ ਕਰਦੇ ਹਾਂ ਸਰਕਾਰ ਨੂੰ ਕਿ ਭਗਵੰਤ ਮਾਨ ਸਾਹਿਬ ਨੂੰ ਇੱਕ ਵਾਰ ਜਿਹੜੇ ਮਹਿਲਾ ਮੁਲਾਜ਼ਮਾਂ ਨੇ ਸਾਡੀਆਂ ਭੈਣਾਂ ਦਾ, ਉਹਨਾਂ ਦੀ ਵੀ ਸਲਾਹ ਲੈਣੀ ਜ਼ਰੂਰ ਚਾਹੀਦੀ ਸੀ, ਕਿਉਂਕਿ ਉਹਨਾਂ ਨੇ ਵੀ ਸਵੇਰੇ ਉੱਠ ਕੇ ਆਪਣੇ ਮਾਂ-ਬਾਪ ਲਈ ਖਾਣਾ ਬਣਾਉਣਾ ਹੁੰਦਾ ਹੈ, ਫੈਮਿਲੀ ਲਈ ਬੱਚੇ ਤਿਆਰ ਕਰਕੇ ਸਕੂਲ ਭੇਜਣੇ ਹੁੰਦੇ ਨੇ, ਉਹਨਾਂ ਦਾ ਖਾਣਾ ਤਿਆਰ ਕਰਨਾ ਹੁੰਦਾ ਹੈ। ਉਹਨਾਂ ਬਾਰੇ ਵੀ ਜ਼ਰੂਰ ਸੋਚਣਾ ਚਾਹੀਦਾ ਸੀ, ਕਿਉਂਕਿ ਸਾਡੀਆਂ ਭੈਣਾਂ ਤੇ ਘਰ ਸਾਰਾ ਬਹੁਤ ਡਿਪੈਂਡ ਕਰਦਾ ਹੈ। ਸੋ ਜਿੱਥੋਂ ਤੱਕ ਇਹ ਬਚਤ ਦੀ ਗੱਲ ਕਰਦੇ ਨੇ, ਚਾਂਦੀ ਨੂੰ ਮੈਂ ਪੁੱਛਣਾ ਚਾਹੁੰਦਾ ਕਿ ਬਚਤ ਮੁਲਾਜ਼ਮਾਂ ਤੇ ਆਮ ਲੋਕਾਂ ਤੇ ਹੀ ਹੈ ਕਿ ਤੁਸੀਂ ਜਦੋਂ ਆਪਣੀਆਂ ਸੈਂਕੜੇ ਕਰੋੜ ਤੋਂ ਉੱਪਰ 200 ਕਰੋੜ ਤੋਂ ਉੱਪਰ ਤੁਹਾਡੀ ਐਡਵਰਟਾਈਜ਼ਮੈਂਟ ਦਾ ਖਰਚ ਪਹੁੰਚ ਚੁੱਕਿਆ ਹੈ ਕਿ ਉਹ ਬਚਤ ਨਹੀਂ ਸੀ ਹੋ ਸਕਦੀ? ਜ਼ਰੂਰੀ ਤੁਸੀਂ ਇੱਕ ਆਮ ਵਰਗ ਨੂੰ ਹੀ ਤੰਗ ਪਰੇਸ਼ਾਨੀ ਕਰਕੇ ਬਚਤ ਲਿਆਉਣੀ ਹੁੰਦੀ ਹੈ? ਤੇ ਜਿਹੜੇ ਤੁਹਾਨੂੰ ਮੈਂ ਬਲੂ ਪ੍ਰਿੰਟ ਦਾ ਆਪਣੇ ਪਹਿਲੀ ਗੱਲ ਦੇ ਵਿੱਚ ਸਵਾਲ ਕੀਤਾ ਸੀ ਕਿ ਉਹ ਹਜ਼ਾਰਾਂ ਕਰੋੜ ਕਿੱਥੇ ਨੇ, ਅੱਜ ਤੁਸੀਂ ਛੋਟੀ ਗੱਲ ਕਰਦੇ ਹੋ। ਤੇ ਸਭ ਤੋਂ ਅਹਿਮ ਪੁਆਇੰਟ ਅੱਜ ਕਿਸਾਨਾਂ ਦੀ ਸਭ ਤੋਂ ਵੱਡੀ ਮੰਗ ਹੈ ਕਿ ਇਹਨਾਂ ਦਾ ਜੋ ਹਾਲ ਹੈ ਜੋ ਬਿਜਲੀ ਦਾ, ਕਿਉਂਕਿ ਪਿੰਡਾਂ ਦੀ ਬੱਤੀ ਨਹੀਂ ਆਉਂਦੀ, ਖੇਤਾਂ ਦੀ ਬੱਤੀ ਕਿਵੇਂ ਆਉਣ ਵਾਲੇ ਗਰਮੀ ਦੇ ਦਿਨਾਂ ਵਿੱਚ ਪਹੁੰਚੇਗੀ? ਉਹ ਜਿਹੜੀ ਸਬਸਿਡੀ ਦਾ ਇਹਨਾਂ ਨੇ ਐਲਾਨ ਕੀਤਾ ਹੈ ਹਰ ਸਾਲ, ਚਲੋ ਸਬਸਿਡੀ ਕਰੋੜਾਂ ਦੀ ਪਹਿਲੀਆਂ ਸਰਕਾਰਾਂ ਤੋਂ ਚੱਲੀ ਆ ਰਹੀ ਹੈ, ਉਹ ਬਿਜਲੀ ਦਾ ਪ੍ਰਬੰਧ ਕਿਸਾਨਾਂ ਤੱਕ ਕਿਵੇਂ ਪਹੁੰਚੇਗਾ? ਜਿਸ ਤਰ੍ਹਾਂ ਅਸੀਂ ਛੋਟੀਆਂ ਬਚਤਾਂ, ਅਸੀਂ ਸੁਪਨੇ, ਇਹ ਸਰਕਾਰ ਨੇ ਸੁਪਨੇ ਵੱਡੇ ਦਿਖਾਏ ਸਨ ਕਿ ਹਜ਼ਾਰਾਂ ਕਰੋੜ ਇੱਥੋਂ ਆਉਣਗੇ ਤੇ ਹੁਣ ਆਮ ਲੋਕਾਂ ਤੇ ਪਰੇਸ਼ਾਨੀ ਦਾ ਕਾਰਨ ਬਣ ਰਹੇ ਨੇ। ਤਾਂ ਸੀਐਮ ਸਾਹਿਬ ਫੈਸਲਾ ਲੈਣ। ਹਰ ਸਰਕਾਰ ਤੁਹਾਨੂੰ ਲੱਗਦਾ ਕਿ ਆਮ ਲੋਕ ਵੀ, ਢਿੱਲੋਂ ਸਾਹਿਬ ਤੁਹਾਨੂੰ ਲੱਗਦਾ ਵੀ ਆਮ ਲੋਕ ਜਿਹੜੇ ਦੂਜੀ ਆਪਾਂ ਕਹਿ ਲਈਏ ਕਿ ਤੀਜੀ ਧਿਰੇ ਦੇ ਵਿੱਚ ਆਮ ਲੋਕ ਹੋਣਗੇ? ਇੱਕ ਤਾਂ ਚਲੋ ਮੁਲਾਜ਼ਮ ਹੈਗੇ ਨੇ, ਉਹਨਾਂ ਨੇ ਸਵੇਰੇ ਸਮਾਂ ਬਦਲਿਆ ਤਾਂ ਆਉਣਾ, ਪਰ ਜਿਹੜੇ ਲੋਕ ਦਫ਼ਤਰਾਂ ਦੇ ਵਿੱਚ ਕੰਮ ਕਰਾਉਣ ਆਉਂਦੇ ਨੇ, ਉਹਨਾਂ ਨੂੰ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ। ਕੀ ਸੋਚਦੇ ਹੋ ਇਸ ਦੇ ਬਾਰੇ? ਜੀ ਬਿਲਕੁਲ। ਦੇਖੋ ਜਦੋਂ ਕੋਈ ਆਮ ਇਨਸਾਨ ਆਪਣੇ ਘਰ ਦਾ ਦੁੱਧ ਸਾਂਭ ਕੇ, ਜਿਹੜਾ ਇੱਕ ਪਿੰਡ ਦਾ ਵਸਨੀਕ ਹੈ ਉਸ ਦੀ ਮੈਂ ਗੱਲ ਕਰ ਰਿਹਾ ਹਾਂ, ਜਦੋਂ ਦੁੱਧ ਦਾ ਸਾਂਭ ਕੇ ਹੋਰ ਆਪਣਾ ਕੰਮਕਾਰ ਖੇਤੀਬਾੜੀ ਦਾ ਵੇਖ ਕੇ ਵਿਹਲਾ ਹੋ ਕੇ ਦੁਪਹਿਰ ਦੇ ਟਾਈਮ ਦਫ਼ਤਰਾਂ ਦੇ ਵਿੱਚ ਜਾਂਦਾ ਹੈ, ਤੇ ਜਦੋਂ ਉਹ ਦੇਖੇਗਾ ਕਿ 1-2 ਵਜੇ ਦਫ਼ਤਰ ਦੇ ਦਰਵਾਜ਼ੇ ਬੰਦ ਨੇ ਤਾਂ ਪਰੇਸ਼ਾਨੀ ਜ਼ਰੂਰ ਆਏਗੀ।
ਕਿਉਂਕਿ ਲੋਕ ਆਦੀ ਹੋ ਚੁੱਕੇ ਨੇ ਉਸ ਸਮੇਂ ਦੇ ਨਾਲ ਕੰਮ ਕਰਵਾਉਣ ਦੇ। ਤੇ ਜਿਹੜਾ ਇਹਨਾਂ ਦਾ ਪੁਆਇੰਟ ਹੈ, ਮੈਂ ਫਿਰ ਤੋਂ ਕਹਿ ਰਿਹਾ, ਤੇ ਇਹਦਾ ਪਿੱਛੇ ਦਾ ਮੋਟਿਵ ਹੋ ਰਿਹਾ ਤੇ ਲੋਕਾਂ ਨੂੰ ਦਿਖਾਇਆ ਹੋਰ ਜਾ ਰਿਹਾ ਹੈ। ਮੋਟਿਵ ਸਿਰਫ ਇਹੀ ਹੈ ਕਿ ਜਿਹੜੀ ਬਿਜਲੀ ਦੀ ਖਪਤ ਪੰਜਾਬ ਸਰਕਾਰ ਕੋਲ ਨਹੀਂ ਹੈਗੀ, ਉਹਨਾਂ ਕੋਲ ਬਿਜਲੀ ਦੀ ਅਵੇਲੇਬਿਲਿਟੀ ਬਹੁਤ ਘੱਟ ਹੈ। ਚਲੋ ਠੀਕ ਹੈ, ਤੁਹਾਡਾ ਪੁਆਇੰਟ ਆ ਗਿਆ ਕਿ ਬਿਜਲੀ ਦੀ ਘਾਟ ਜ਼ਰੂਰ ਹੈਗੀ ਹੈ। ਠੀਕ ਹੈ, ਠੀਕ ਹੈ, ਠੀਕ ਹੈ। ਜੈਬੰਸ ਜੀ, ਇੱਕ ਬਿਊਰੋਕ੍ਰੇਸੀ ਦਾ ਜ਼ਿਕਰ ਤੁਸੀਂ ਪਹਿਲਾਂ ਕੀਤਾ ਸੀ, ਚਾਂਦੀ ਸਾਹਿਬ ਨੇ ਫਿਰ ਉਹਦਾ ਜ਼ਿਕਰ ਕੀਤਾ ਕਿ ਬਹੁਤਾ ਫਰਕ ਨਹੀਂ ਪੈਣਾ, 2-3 ਘੰਟੇ ਦਾ ਫਰਕ ਪਏਗਾ, ਬਾਅਦ 'ਚ ਐਡਜਸਟਮੈਂਟ ਹੋ ਜਾਏਗੀ। ਇੱਕ ਤਾਂ ਉਹਦੇ ਬਾਰੇ ਜ਼ਰੂਰ ਦੱਸਿਓ, ਤੇ ਦੂਜਾ ਇੱਕ ਕਿਸਾਨੀ ਨੂੰ ਲੈ ਕੇ ਵੀ ਮਸਲਾ ਹੈਗਾ ਕਿ ਜਿਹੜੇ ਕਿਸਾਨ ਨੇ ਹੁਣ ਅੱਗੇ ਝੋਨੇ ਦੀ ਬਿਜਾਈ ਹੋਣੀ ਹੈ, ਤਾਂ ਝੋਨੇ ਦੀ ਬਿਜਾਈ ਦੇ ਵਿੱਚ ਕੀ ਹੁੰਦਾ ਕਿ ਕਿਸਾਨਾਂ ਨੂੰ ਇਹ ਹੁੰਦਾ ਸਵੇਰੇ ਕੰਮ ਆਪਣਾ ਜੇ ਨਿਬੇੜ ਲਿਆ ਜਾਵੇ ਤਾਂ ਫਿਰ ਉਸ ਤੋਂ, ਕਿਉਂਕਿ ਉਸ ਵੇਲੇ ਧੁੱਪ ਇੰਨੀ ਜ਼ਿਆਦਾ ਨਹੀਂ ਹੁੰਦੀ, ਤਾਂ ਜੇਕਰ ਦਫ਼ਤਰ ਬਾਅਦ ਦੇ ਵਿੱਚ ਬੰਦ ਹੋ ਜਾਂਦੇ ਨੇ ਜੋ ਕਿ 2 ਵਜੇ ਦਾ ਟਾਈਮ ਹੈ, ਤਾਂ ਸਮੱਸਿਆ ਕਿਸਾਨਾਂ ਨੂੰ ਹੋ ਸਕਦੀ ਹੈ ਉਸ ਲੈਵਲ ਤੇ। ਇਹ ਦੋ ਚੀਜ਼ਾਂ ਦਾ ਜਵਾਬ ਦਿਓ। ਹਾਂਜੀ, ਥੈਂਕ ਯੂ। ਦੇਖੋ, ਸਭ ਤੋਂ ਵੱਡੀ ਗੱਲ ਇਹ ਹੈ ਕਿ ਸਾਡੇ ਜਿਹੜੇ ਆਮ ਆਦਮੀ ਪਾਰਟੀ ਦੇ ਪ੍ਰਵਕਤਾ ਹੁੰਦੇ ਨੇ, ਬੜੇ ਚੰਗੇ ਮੇਰੇ ਮਿੱਤਰ ਨੇ ਸਾਰੇ, ਇਹ ਕਿਸੇ ਵੀ ਗੱਲ ਦਾ ਜਵਾਬ ਨਹੀਂ ਦਿੰਦੇ। ਤੁਸੀਂ 6 ਸਵਾਲ ਸੀਗੇ ਮੇਰੇ ਸਾਹਮਣੇ, 6 ਵੈਰੀ ਪੁਆਇੰਟਡ ਕੁਐਸਚਨ ਤੁਸੀਂ ਪੁੱਛੇ, ਚੰਦੀ ਸਾਹਿਬ ਨੇ ਉਹ 6 ਸਵਾਲਾਂ ਦੇ ਵਿੱਚੋਂ ਇੱਕ ਸਵਾਲ ਦਾ ਵੀ ਜਵਾਬ ਨਹੀਂ ਦਿੱਤਾ। ਉਸ ਤੋਂ ਬਾਅਦ ਸਾਡੇ ਕੋ ਪੈਨਲਿਸਟ ਨੇ ਇੱਕ ਬੜਾ ਪੁਆਇੰਟਡ ਸਵਾਲ ਪੁੱਛਿਆ, ਉਹਦਾ ਵੀ ਜਵਾਬ ਨਹੀਂ ਦਿੱਤਾ। ਇਹ ਥੋੜਾ ਫਰਕ ਨਹੀਂ ਪੈਂਦਾ, ਇਹ ਬਹੁਤ ਫਰਕ ਪੈਂਦਾ। 3 ਘੰਟੇ ਜਿਹੜੇ ਨੇ ਤੁਸੀਂ ਕੰਮ ਕਰ ਰਹੇ ਹੋ ਵਿਦਆਊਟ ਕੋਆਰਡੀਨੇਸ਼ਨ ਸੈਂਟਰ, ਇਹਦੇ ਨਾਲ ਬਹੁਤ ਜ਼ਿਆਦਾ ਫਰਕ ਪੈਂਦਾ। ਤੇ ਦੂਸਰਾ ਜਿਹੜਾ ਪੁਆਇੰਟ ਰੇਜ਼ ਕੀਤਾ ਉਹਨਾਂ ਦੀ ਲੰਚ ਬ੍ਰੇਕ, ਟੀ ਬ੍ਰੇਕ ਦਾ, ਇਹ ਬਹੁਤ ਵੱਡਾ ਪੁਆਇੰਟ ਹੈ। ਇਹਨਾਂ ਚੀਜ਼ਾਂ ਨੂੰ ਅਸੀਂ ਲਾਈਟਲੀ ਨਹੀਂ ਲੈ ਸਕਦੇ। ਤੇ ਜਿਹੜੀ ਉਹ ਕਿਸਾਨ ਦੇ ਵਾਸਤੇ ਦੇਖੋ, ਏਦਾਂ ਹੁੰਦਾ ਹੈ ਕਿ ਸਵੇਰੇ ਬਿਜਲੀ ਕਿਸਾਨਾਂ ਨੂੰ ਦਿੱਤੀ ਜਾਂਦੀ ਸੀਗੀ ਆਪਣੇ ਟਿਊਬਵੈਲਸ ਨੂੰ ਚਲਾਉਣ ਵਾਸਤੇ। ਹੁਣ ਅਗਰ ਸਵੇਰੇ ਇੱਧਰ, ਕਿਉਂਕਿ ਉਹਨਾਂ ਨੂੰ ਵੀ ਤਾਂ ਕੰਮ ਸਵੇਰੇ ਕਰਨਾ ਹੁੰਦਾ ਹੈ ਨਾ, ਉਹ ਪੂਰੀ ਗਰਮੀ ਦੇ ਵਿੱਚ ਕਿੱਦਾਂ ਕੰਮ ਕਰਨਗੇ। ਹੁਣ ਉਹ ਜਿਹੜੀ ਬਿਜਲੀ ਹੈ ਉਹ ਇੱਧਰ ਹੋ ਜਾਏਗੀ। ਇਸੇ ਵਾਸਤੇ ਮੈਂ ਪਹਿਲਾਂ ਜਿਹੜਾ ਆਪਣਾ ਕਮੈਂਟ ਕੀਤਾ ਸੀਗਾ, ਮੈਂ ਇਹ ਕਿਹਾ ਸੀਗਾ ਕਿ ਆਈ ਹੋਪ ਇੰਡਸਟਰੀ ਤੇ ਫਾਰਮਿੰਗ ਸੈਕਟਰ ਨੂੰ ਇਸ ਚੀਜ਼ ਦਾ ਕੋਈ ਐਡਵਰਸ ਇਫੈਕਟ ਨਹੀਂ ਹੋਏਗਾ। ਤੇ ਜੋ ਸਾਨੂੰ ਬਿਲਕੁਲ ਸਾਫ਼ ਨਜ਼ਰ ਆ ਰਿਹਾ ਕਿ ਇਹਨਾਂ ਕੋਲ ਬਿਜਲੀ ਦੀ ਕਮੀ ਹੈ, ਵੀ ਹੋਪ ਕਿ ਉਹਦੇ ਨਾਲ ਇੰਡਸਟਰੀ ਨੂੰ ਤੇ ਫਾਰਮਿੰਗ ਸੈਕਟਰ ਨੂੰ ਕੋਈ ਨੁਕਸਾਨ ਨਹੀਂ ਪਹੁੰਚੇਗਾ। ਇਹ ਸਾਰੀਆਂ ਚੀਜ਼ਾਂ ਕਰਨੀਆਂ ਪੈਣਗੀਆਂ ਆਮ ਆਦਮੀ ਪਾਰਟੀ ਨੂੰ ਰਿਜ਼ੋਲਵ। ਠੀਕ ਹੈ, ਠੀਕ ਹੈ। ਪਰਮਵੀਰ ਜੀ ਜੁੜੇ ਹੋਏ ਨੇ ਅਕਾਲੀ ਦਲ ਤੋਂ। ਪਰਮਵੀਰ ਜੀ, ਆਮ ਆਦਮੀ ਪਾਰਟੀ ਇਸ ਫੈਸਲੇ ਨੂੰ ਇਦਾਂ ਵੀ ਪ੍ਰਚਾਰ ਰਹੀ ਹੈ ਕਿ ਦੇਖੋ ਸਾਡੀ ਸਰਕਾਰ ਪਹਿਲੀ ਹੈ ਜਿਹਨੇ ਪੂਰੇ ਦੇਸ਼ ਦੇ ਵਿੱਚ ਇਹ ਫੈਸਲਾ ਲਿਆ, ਤੇ ਫਿਰ ਹੋ ਸਕਦਾ ਹੈ ਕਿ ਆਉਣ ਵਾਲੀਆਂ ਜਿਹੜੀਆਂ ਅਗਲੀਆਂ ਮੁਲਕ ਦੀਆਂ ਹੋਰ ਸਰਕਾਰਾਂ ਨੇ ਸੂਬੇ ਦੀਆਂ, ਸ਼ਾਇਦ ਉਹ ਇਸ ਨੂੰ ਦੇਖ ਕੇ ਫੈਸਲਾ ਲੈਣ। ਦੇਖੋ ਜੀ, ਇਹ ਉਹ ਸਰਕਾਰ ਹੈ ਜਿਹੜੀ ਆਪਣੇ ਮੂੰਹ ਆਪ ਮੀਆਂ ਮਿੱਠੂ ਹੁੰਦੀ ਆ, ਔਰ ਥੋੜੇ ਦਿਨਾਂ ਬਾਅਦ ਜਿਹੜੇ ਇਹ ਫੈਸਲੇ ਇਹਨਾਂ ਨੇ ਕੀਤੇ ਹੁੰਦੇ ਨੇ ਆਪ ਹੀ ਵਾਪਸ ਲੈ ਲੈਂਦੇ ਆ। ਔਰ ਤੁਸੀਂ ਆਉਣ ਵਾਲੇ ਹਫ਼ਤੇ 'ਚ ਦੇਖਣਾ ਵੀ ਇਹ ਜਿਹੜਾ ਫੈਸਲਾ ਇਹ ਕਿਵੇਂ ਮੂੰਹ ਇਹ ਸਰਕਾਰ ਆਪ ਹੀ ਵਾਪਸ ਲਏਗੀ ਜਦੋਂ ਲੋਕਾਂ ਦੇ ਵਿੱਚ ਹਾਹਾਕਾਰ ਪਏਗੀ। ਦੂਸਰੀ ਗੱਲ ਮੈਂ ਤੁਹਾਨੂੰ ਦੱਸ ਦਵਾਂ, ਇਹ ਜਿਹੜੀ ਸਰਕਾਰ ਹੈ ਨਾ, ਇਹਦੇ ਕਿਸੇ ਵੀ ਇਹ ਗੱਲ ਤੇ ਅਸੀਂ ਯਕੀਨ ਨਹੀਂ ਕਰ ਸਕਦੇ। ਹੁਣੇ ਜਿਹੜੇ ਸਾਡੇ ਰਮਨ ਜੀ ਬੈਠੇ ਨੇ ਆਮ ਆਦਮੀ ਪਾਰਟੀ ਤੋਂ, ਉਹ ਕਹਿ ਰਹੇ ਆ ਜੀ ਸਾਡੇ ਕੋਲ ਸਰਪਲਸ ਪੈਸਾ ਹੈਗਾ। ਜੇ ਸਰਪਲਸ ਪੈਸਾ ਹੈਗਾ, ਜੇ ਤੁਹਾਡੇ ਕੋਲ ਇੰਨਾ ਹੀ ਫੰਡ ਹੈਗਾ ਸਰਕਾਰੀ ਖਜ਼ਾਨੇ ਦੇ ਵਿੱਚ, ਸਾਡੇ ਜਿਹੜੇ ਕਰਮਚਾਰੀ ਭਰਾ ਨੇ ਉਹਨਾਂ ਨੂੰ ਡੀਏ ਕਿਉਂ ਨਹੀਂ ਦਿੱਤਾ ਅੱਜ ਤੱਕ? ਤੁਸੀਂ ਉਹ ਏਰੀਅਰਸ ਲਈ ਧਰਨੇ ਲਾ ਰਹੇ ਨੇ। ਓਲਡ ਪੈਨਸ਼ਨ ਸਕੀਮ ਦਾ ਤੁਸੀਂ ਉਹਨਾਂ ਨਾਲ ਵਾਅਦਾ ਕੀਤਾ ਸੀ, ਅੱਜ ਉਹ ਪੈਨਸ਼ਨ ਸਕੀਮ ਕਿੱਥੇ ਆ? ਦੂਸਰੀ ਗੱਲ ਇਹਨਾਂ ਨੇ ਕਿਹਾ ਜੀ GST ਅਸੀਂ ਬੜੀ ਬਾਕਮਾਲ ਜਿਹੜੀ ਹੈਗੀ ਹੈ ਜੀ ਅਸੀਂ ਕੀਤੀ ਹੈ, ਅਖਬਾਰਾਂ ਦੇ ਵਿੱਚ ਸਭ ਕੁਝ ਆ ਜਾਂਦਾ ਚਾਂਦੀ ਸਾਹਿਬ, ਇਸ ਕਰਕੇ ਅਸੀਂ TV ਚੈਨਲਾਂ ਤੇ ਬਹਿ ਕੇ ਝੂਠ ਨਾ ਬੋਲੀਏ। ਹਰਿਆਣਾ ਤੁਹਾਡੇ ਨਾਲ ਦਾ ਸੂਬਾ ਜਿਹੜਾ ਤੁਹਾਡੇ ਨਾਲੋਂ ਛੋਟਾ, ਤੁਹਾਡੇ ਤੋਂ ਜਿਹੜਾ ਤੁਸੀਂ ਕਹਿੰਦੇ ਰਹਿੰਦੇ ਹੋ ਘੱਟ ਪ੍ਰੋਗਰੈਸਿਵ ਹੈ, 3300 ਕਰੋੜ ਤੁਹਾਡੇ ਨਾਲੋਂ ਜ਼ਿਆਦਾ ਉਹਨਾਂ ਨੇ GST ਦੀ ਕਲੈਕਸ਼ਨ ਕੀਤੀ ਹੈ। ਔਰ ਜਿਹੜੀਆਂ ਤੁਸੀਂ ਗੱਲਾਂ ਕਰ ਰਹੇ ਹੋ ਵੀ ਸਾਡਾ ਖਜ਼ਾਨਾ ਅਸੀਂ ਸਰਪਲਸ ਕੀਤਾ ਹੈ, 57 ਕਰੋੜ 350 ਦਾ ਘਾਟਾ ਜਿਹੜਾ ਤੁਸੀਂ ਸ਼ੋਅ ਕੀਤਾ। ਔਰ ਜੇ ਤੁਹਾਡੇ ਕੋਲ ਇੰਨਾ ਹੀ ਪੈਸਾ ਸੀ, 45,000 ਕਰੋੜ ਦਾ ਕਰਜ਼ਾ ਕਿਉਂ ਲਿੱਤਾ 1 ਸਾਲ ਦੇ ਵਿੱਚ? ਜੇ ਤੁਹਾਡੇ ਕੋਲ ਇੰਨਾ ਹੀ ਪੈਸਾ ਸੀ ਤੇ PSPCL ਨੇ 7.5 ਕਰੋੜ ਦਾ ਕਰਜ਼ਾ ਕਿਉਂ ਲਿੱਤਾ ਆਪਣੇ ਮੁਲਾਜ਼ਮਾਂ ਨੂੰ ਤਨਖਾਹ ਦੇਣ ਲਈ? ਤਾਂ ਇਸ ਕਰਕੇ ਬਲਦੀਪ ਜੀ, ਇਹ ਜਿਹੜੀ ਸਰਕਾਰ ਹੈ ਨਾ, ਇਹ ਸਿਰਫ ਐਡਵਰਟਾਈਜ਼ਮੈਂਟ ਦੇ ਸਿਰ ਤੇ ਹੈ। ਔਰ ਆਉਣ ਵਾਲੇ ਦਿਨਾਂ ਦੇ ਵਿੱਚ ਹਰੇਕ ਵਰਗ ਇਹਨਾਂ ਤੋਂ ਦੁਖੀ ਹੈ। ਔਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਤੁਹਾਨੂੰ ਪਤਾ ਲੱਗ ਜਾਏਗਾ ਇਹ ਸਰਕਾਰ ਆਪਣੇ ਫੈਸਲੇ ਤੇ ਕਿੰਨਾ ਕੁ ਖੜਦੀ ਹੈ। ਅੱਛਾ ਪਰਮਵੀਰ ਜੀ, ਇੱਕ ਇਹ ਵੀ ਤਾਂ ਚਲੋ ਠੀਕ ਹੈ ਪਰਮਵੀਰ ਜੀ, ਇੱਕ ਇਹ ਵੀ ਤਾਂ ਮੈਨੇਜਮੈਂਟ ਹੀ ਹੈ ਨਾ। ਜੇਕਰ ਮਤਲਬ ਆਪਾਂ ਆਮ ਆਦਮੀ ਪਾਰਟੀ ਦੇ ਜਾਂ ਸਰਕਾਰ ਦੇ ਪੱਖ ਤੋਂ ਦੇਖ ਲਈਏ, ਮੰਨ ਲਓ ਵੀ ਕਿਸੇ ਚੀਜ਼ ਦੀ ਕੋਈ ਸ਼ਾਰਟੇਜ ਹੈ, ਚਲੋ ਉਹਦੇ 'ਚ ਇੱਕ ਇਹ ਪਹਿਲੂ ਜ਼ਰੂਰ ਹੈ ਕਿ ਪ੍ਰੋਡਕਸ਼ਨ ਕਿਉਂ ਨਹੀਂ ਵਧਾਏਗੀ, ਪਰ ਜੇ ਕਿਸੇ ਕੋਈ ਚੀਜ਼ ਦੀ ਸ਼ਾਰਟੇਜ ਹੈ ਉਸ ਨੂੰ ਮੈਨੇਜ ਕਰ ਲੈਣਾ ਕਿਸੇ ਵੀ ਤਰੀਕੇ ਨਾਲ, ਉਹ ਵੀ ਤਾਂ ਫਿਰ ਇਹ ਚੀਜ਼ ਆਉਂਦੀ ਹੈ ਕਿ ਮੈਨੇਜਮੈਂਟ ਹੀ ਹੈ ਉਸ ਚੀਜ਼
ਚੀਜ਼ ਦੀ? ਬਲਦੀਪ ਜੀ ਤੁਸੀਂ ਬੜਾ ਵਧੀਆ ਕੁਐਸਚਨ ਪੁੱਛਿਆ। ਦੇਖੋ ਸਰਕਾਰਾਂ ਦਾ ਕੰਮ ਹੁੰਦਾ ਪ੍ਰੋਗਰੈਸ ਕਰਨਾ, ਆਪਣੀ ਸਟੇਟ ਨੂੰ ਅੱਗੇ ਲੈ ਕੇ ਜਾਣਾ। ਇੱਕ ਪਾਸੇ ਅਸੀਂ ਪ੍ਰੋਗਰੈਸਿਵ ਸਬਮਿਟ ਕਰ ਰਹੇ ਹਾਂ ਜਿਹਦੇ ਚ ਕਹਿ ਰਹੇ ਹਾਂ ਜੀ ਸਾਡੇ ਕੋਲ ਸਰਪਲਸ ਬਿਜਲੀ ਹੈ, ਅਸੀਂ ਇੰਡਸਟਰੀ ਨੂੰ ਇਦਾਂ ਕਰਾਂਗੇ, ਔਰ ਅੱਜ ਤੁਸੀਂ ਕੀ ਇੱਕ ਦੇ ਰਹੇ ਹੋ ਬਾਕੀ ਸੂਬਿਆਂ ਨੂੰ ਵਿੱਚ ਵੀ ਸਾਡੇ ਕੋਲ ਜਿਹੜੀ ਇਹ ਮੈਨੇਜਮੈਂਟ ਨਹੀਂ, ਇਹ ਮਿਸਮੈਨੇਜਮੈਂਟ ਹੈ। ਆਉਣ ਵਾਲੇ ਦਿਨਾਂ 'ਚ ਤੁਸੀਂ ਦੇਖਣਾ ਵੀ ਬਿਜਲੀ ਦਾ ਹਾਲ ਕੀ ਹੋਏਗਾ। ਸਕੂਲ ਤੱਕ ਬੰਦ ਕਰਵਾਏ ਜਾਣਗੇ ਔਰ ਹਫ਼ਤਿਆਂ ਦੇ ਵਿੱਚ 2 ਦਿਨ ਇੰਡਸਟਰੀ ਨੂੰ ਵੀ ਕਿਹਾ ਜਾਏਗਾ ਤੁਸੀਂ ਬੰਦ ਰੱਖੋ। ਦੇਖੋ 1 ਸਾਲ ਹੋ ਗਿਆ, ਸਿਰਫ ਭੰਡੀ ਪ੍ਰਚਾਰ ਤੋਂ ਇਲਾਵਾ ਆਮ ਆਦਮੀ ਪਾਰਟੀ ਨੇ ਕੁਝ ਨਹੀਂ ਕੀਤਾ। ਇਹ ਕਹਿ ਰਹੇ ਚਲੋ ਮੈਂ ਜਵਾਬ ਲੈ ਲੈਣਾ ਚਾਂਦੀ ਸਾਹਿਬ ਮਿਸਮੈਨੇਜਮੈਂਟ ਦੱਸ ਰਹੇ ਨੇ ਸਿੱਧੇ ਤੌਰ ਤੇ। ਦੇਖੋ ਗੱਲ ਇਹ ਹੈ ਕਿ ਇੱਥੇ ਅਕਾਲੀ ਦਲ, ਬੀਜੇਪੀ ਔਰ ਕਾਂਗਰਸ ਦੇ ਪ੍ਰਵਕਤਾ ਬੈਠੇ ਨੇ, ਇਹ ਕਹਿ ਦਿੰਦੇ ਨੇ ਕਿ ਸਵਾਲਾਂ ਦੇ ਜਵਾਬ ਸਾਨੂੰ ਆਦਤ ਹੁੰਦੀ ਹੈ ਕਿ ਜੇਕਰ ਤੁਸੀਂ 4 ਸਵਾਲ ਕਰਤੇ ਤਾਂ ਅਸੀਂ ਉਹਦਾ ਆਨਸਰ ਕਲੈਬ ਕਰਕੇ ਇੱਕ ਵਾਰੇ ਦੇ ਦਈਏ। ਹੁਣ ਮੈਂ ਇਹਨਾਂ ਨੂੰ ਇੱਕੋ ਹੀ ਕੁਐਸਚਨ ਕਰਦਾ ਕਿ ਸਾਡੀ ਸਰਕਾਰ ਬਣੀ ਨੂੰ ਸਿਰਫ 1 ਸਾਲ ਹੋਇਆ, ਅੱਜ ਤੱਕ ਸਰਕਾਰਾਂ ਤੁਸੀਂ ਹਟਾਉਂਦੇ ਰਹੇ ਹੋ। ਪਰ ਈਅਰ ਮੈਨੂੰ 1980 ਤੋਂ ਹੀ ਦੱਸ ਦਿਓ, ਪਿਛਲਾ ਛੱਡ ਦਿੰਦੇ ਆਪਾਂ, ਕਿ ਕਿੰਨੀ ਪੰਜਾਬ ਦੇ ਵਿੱਚ GST ਕਲੈਕਸ਼ਨ ਹਰ ਈਅਰ ਇਨਕਰੀਜ਼ ਕਰਦੇ ਰਹੇ ਹੋ। ਔਰ ਜਿਹੜੀਆਂ ਤੁਸੀਂ ਹਰਿਆਣੇ ਦੇ ਨਾਲ ਤੁਸੀਂ ਪੈਮਾਨਾ ਜਿਹੜਾ ਵਰਤ ਰਹੇ ਹੋ 65,000 ਕਰੋੜ ਪਰ ਈਅਰ ਹੈ, ਉੱਥੇ ਕਿੰਨੀ ਇੰਡਸਟਰੀ ਹੈ, ਕੀ ਕੁਛ ਹੈ, ਤੁਸੀਂ ਪੰਜਾਬ ਦੇ ਲਈ ਕੀਤਾ ਕੀ ਕੁਝ ਹੈ? ਅੱਜ ਤੱਕ ਪੰਜਾਬ ਨੂੰ ਤੁਸੀਂ ਉਭਾਰਨ ਲਈ ਕਿਹੜੇ ਉਪਰਾਲੇ ਕੀਤੇ ਨੇ? ਸਿਰਫ ਪੰਜਾਬ ਨੂੰ ਲੁੱਟਣ ਲਈ ਉਪਰਾਲੇ ਕੀਤੇ ਨੇ। ਟੂ ਬੀ ਵੈਰੀ ਫਰੈਂਕ, ਇਹ ਤੁਹਾਨੂੰ ਵੀ ਪਤਾ ਹੈ, ਸਾਨੂੰ ਵੀ ਪਤਾ ਹੈ। ਇਸ ਗੱਲ ਨੂੰ ਮੈਂ ਕਦੇ ਵੀ ਉਸ ਗੱਲ ਤੇ ਨਹੀਂ ਜਾਂਦਾ। ਮੈਂ ਐਡਮਿਟ ਕਰਦਾ ਕਿ ਸਾਨੂੰ ਅੱਜ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ, ਪਰ ਉਹਨਾਂ ਔਕੜਾਂ ਦਾ ਸਾਹਮਣਾ ਤੁਹਾਡੀਆਂ ਗਲਤ ਨੀਤੀਆਂ ਕਰਕੇ ਕਰਨਾ ਪੈ ਰਿਹਾ, ਨਾ ਕਿ ਸਾਡੀਆਂ ਆਪਣੀਆਂ ਮਾਨ ਸਰਕਾਰ ਦੀਆਂ ਨੀਤੀਆਂ ਕਰਕੇ। ਇਸ ਨੂੰ ਪਟੜੀ ਤੇ ਚਾੜਨ ਦੇ ਲਈ ਅੱਜ ਵੀ ਮਾਨ ਸਾਹਿਬ ਨੂੰ ਪਤਾ ਨਹੀਂ ਕਿੰਨੀਆਂ ਕਿ ਕੁਰਬਾਨੀਆਂ ਦੇਣੀਆਂ ਪੈਣੀਆਂ ਨੇ। ਔਰ ਹਾਲਾਤ ਫਿਰ ਜੇਕਰ ਇਹ ਪੰਜਾਬ ਅੱਛਾ ਚਾਂਦੀ ਸਾਹਿਬ ਤੁਸੀਂ ਜ਼ਿਕਰ ਕੀਤਾ ਕਿ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੁਹਾਡੀਆਂ ਗਲਤ ਨੀਤੀਆਂ ਕਰਕੇ, ਤਾਂ ਜਿਹੜਾ ਇਹ ਫੈਸਲਾ ਲਿਆ ਗਿਆ ਹੁਣ ਇਸ ਨੂੰ ਵੀ ਔਕੜਾਂ ਦੇ ਵਿੱਚ ਸਮਝੀਏ? ਨਹੀਂ ਦੇਖੋ ਬਲਦੀਪ ਜੀ, ਦੇਖੋ ਗੱਲ ਇਹ ਹੈ ਕਿ ਜਿਸ ਤਰ੍ਹਾਂ ਅਕਾਲੀ ਦਲ ਅੱਜ ਇਹ ਗੱਲਾਂ ਕਰ ਰਿਹਾ ਕਿ ਅਸੀਂ 10 ਸਾਲ 'ਚ ਸਰਪਲਸ ਕਰਕੇ ਰੱਖੀ, ਲੇਕਿਨ ਇਹਦਾ ਦੂਸਰੇ ਪਾਸੇ ਪਹਿਲੂ ਇਹਦਾ ਇਹ ਹੈ ਕਿ ਪੰਜਾਬ ਨੂੰ ਪੂਰੀ ਚੰਗੀ ਤਰ੍ਹਾਂ ਲੁੱਟਿਆ ਗਿਆ ਔਰ ਆਪਣੀਆਂ ਜੇਬਾਂ ਭਰੀਆਂ ਗਈਆਂ। ਉਹ ਜਿਹੜੇ ਆਪਣੇ ਸ਼ਰਤਾਂ ਰੱਖ ਕੇ ਜਿਹੜੇ ਕੀਤੇ ਗਏ, ਲੇਕਿਨ ਜਦੋਂ ਸਰਕਾਰ ਹਾਈ ਕੋਰਟ ਦਾ ਰੁਖ ਕਰਨ ਦੀ ਸੋਚਦੀ ਹੈ ਤਾਂ ਉਹਨਾਂ 'ਚ ਸ਼ਰਤਾਂ ਹੀ ਇਸ ਤਰ੍ਹਾਂ ਰੱਖ ਲਈਆਂ ਗਈਆਂ ਕਿ ਆਉਣ ਵਾਲੇ ਸਮੇਂ 'ਚ ਸਾਡੇ ਵੀ ਜਿਹੜੇ ਆਪਣੇ ਐਡਵੋਕੇਟ ਜਨਰਲ ਸਾਹਿਬ ਨੇ ਉਹ ਰਾਏ ਦਿੰਦੇ ਆ ਕਿ ਇਹਦੇ 'ਚ ਮੌਜੂਦਾ ਸਰਕਾਰ ਮੂੰਹ ਗਿਰੂਗੀ, ਕਿਉਂਕਿ ਪਿਛਲੀਆਂ ਸਰਕਾਰਾਂ ਨੇ ਉਹਨਾਂ ਨਾਲ ਸੰਬੰਧ ਇਸ ਤਰੀਕੇ ਨਾਲ ਸ਼ਰਤਾਂ ਰੱਖ ਕੇ ਕਰ ਲਏ ਗਏ। ਠੀਕ ਹੈ, ਮੇਰੇ ਕੋਲ ਠੀਕ ਹੈ, ਉਹ ਇੱਕ ਅਲੱਗ ਵਿਸ਼ਾ ਹੈ ਜਿਹੜਾ ਤੁਸੀਂ ਪਾਵਰ ਪਰਚੇਜ ਐਗਰੀਮੈਂਟ ਦੀ ਗੱਲ ਕਰ ਰਹੇ ਹੋ। ਮੇਰੇ ਕੋਲ ਸਮਾਂ ਜ਼ਿਆਦਾ ਨਹੀਂ ਹੈ। ਖਹਿਰਾ ਸਾਹਿਬ ਮੈਂ ਕਮੈਂਟ ਚਾਹੂੰਗਾ ਤੁਹਾਡਾ ਕਿ ਹੁਣ ਜਿਹੜਾ ਇਹ ਫੈਸਲਾ ਲੈ ਗਿਆ, ਕੁਝ ਬੁਲਾਰਿਆਂ ਨੇ ਤਾਂ ਇਹ ਵੀ ਕਿਹਾ ਕਿ ਇਹ ਫੈਸਲਾ ਇਹਨਾਂ ਨੂੰ ਵਾਪਸ ਲੈਣਾ ਪਏਗਾ। ਤੁਹਾਨੂੰ ਲੱਗਦਾ ਹੈ ਇਸ ਤਰੀਕੇ ਨਾਲ ਕਿ ਸਰਕਾਰ ਨੂੰ ਬੈਕ ਸਟੈਪਿੰਗ ਕਰਨੀ ਪਏਗੀ ਇਸ ਦੇ ਉੱਪਰ, ਜਾਂ ਫਿਰ ਇਹ ਫੈਸਲਾ ਠੀਕ ਹੈ ਚੱਲਦਾ ਰਹੇਗਾ ਇਸ ਤਰੀਕੇ ਨਾਲ, ਕਿਉਂਕਿ 2.5 ਮਹੀਨੇ ਦੇ ਲਈ ਇਹ ਲਾਗੂ ਕੀਤਾ ਗਿਆ? ਦੇਖੋ ਜੀ, ਇਸ ਵਿੱਚ ਸਰਕਾਰ ਦੀ ਪਾਲਿਸੀ ਆ, ਸਾਡੀਆਂ ਕੁਝ ਮੁਸ਼ਕਲਾਂ, ਅਸੀਂ ਆਪਣੀਆਂ ਮੁਸ਼ਕਲਾਂ ਦੱਸਣੀਆਂ। ਆਉਣ ਵਾਲੇ ਟਾਈਮ 'ਚ ਅਸੀਂ ਸਰਕਾਰ ਨੂੰ ਰਿਪਰੈਜ਼ੈਂਟ ਕਰਾਂਗੇ ਕਿ ਜਿਹੜੀ ਸਾਡੀ ਆ ਮੁਸ਼ਕਲ ਇਹਨੂੰ ਦੂਰ ਕੀਤਾ ਜਾਵੇ ਔਰ ਸਾਡੇ ਲਈ ਜਿਹੜਾ ਪੁਰਾਣਾ ਸਮਾਂ ਉਹ ਕਨਵੀਨੀਅੰਟ ਆ। ਲੇਕਿਨ ਜੇ ਸਰਕਾਰ ਚਾਹੁੰਦੀ ਆ ਕਿ ਅਸੀਂ ਇਹਦੇ ਵਿੱਚ ਕੁਝ ਬਿਜਲੀ ਬਚਾ ਲਈਏ, ਚਾਹੇ ਉਹ ਬੱਚਿਆਂ ਦੇ ਅਸਾਰ ਨਹੀਂ ਆ, ਤਾਂ ਠੀਕ ਹੈ ਤੁਸੀਂ ਬਚਾ ਲਓ। ਪਰ ਨਾਲ ਦੀ ਨਾਲ ਮੇਰੇ ਸਾਥੀ ਚਾਂਦੀ ਜੀ ਨੇ ਕਿਹਾ ਕਿ ਪੁਰਾਣੀ ਪੈਨਸ਼ਨ ਬਾਰੇ ਵੀ ਨੋਟੀਫਿਕੇਸ਼ਨ ਕੀਤੀ, 29,000 ਸਾਥੀ ਵੀ ਜਿਹੜੇ ਆ ਉਹ ਪੱਕੇ ਕੀਤੇ ਮੁਲਾਜ਼ਮ। ਮੈਂ ਮੁਲਾਜ਼ਮ ਆਗੂ ਹੋਣ ਦੇ ਨਾਤੇ ਇਹ ਤੇ ਵੀ ਇੱਕ ਗੱਲ ਕਹਿਣੀ ਚਾਹੁੰਦਾ, ਪੁਰਾਣੀ ਪੈਨਸ਼ਨ ਦੀ ਨੋਟੀਫਿਕੇਸ਼ਨ ਹੋਈ ਪਰ ਪੁਰਾਣੀ ਸਕੀਮ ਲਾਗੂ ਨਹੀਂ ਹੋਈ, ਕਮੇਟੀਆਂ ਬਣ ਗਿਆ। ਕਾਂਗਰਸ ਸਰਕਾਰ ਜਿਨ੍ਹਾਂ ਨੂੰ ਆਪਾਂ ਭੰਡ ਰਹੇ ਹਾਂ ਇੰਨੇ ਸਾਲ ਹੋ ਗਏ, 1947 ਤੋਂ ਉਹਨਾਂ ਨੇ ਹਿਮਾਚਲ ਦੇ ਵਿੱਚ ਕਰਤੀ। ਹੁਣ ਅਸੀਂ ਕੀ ਕਹੀਏ ਕਿ ਹਿਮਾਚਲ ਦੇ ਵਿੱਚ ਪੁਰਾਣੀ ਪੈਨਸ਼ਨ ਸਕੀਮ ਲਾਗੂ ਹੋ ਰਹੀ ਆ ਔਰ ਪੰਜਾਬ 'ਚ ਤੁਸੀਂ ਨੋਟੀਫਿਕੇਸ਼ਨ ਜਿਹੜੀ ਜਾਰੀ ਕੀਤੀ, ਜਿਹਨੂੰ ਸਾਂਝੇ ਮੁਲਾਜ਼ਮ ਮੰਚ ਨੇ ਫਾੜਿਆ ਔਰ ਮਾਨਯੋਗ ਮੁੱਖ ਮੰਤਰੀ ਜੀ ਕਹਿੰਦੇ ਕਿ ਕੁਝ ਸਾਥੀਆਂ ਨੇ ਐਵੇਂ ਪਾੜਤੀ ਤੇ ਅਸੀਂ ਨੋਟੀਫਿਕੇਸ਼ਨ ਜਾਰੀ ਕੀਤੀ। ਅਸੀਂ ਕਿਹਾ ਵੀ ਦੱਸੋ ਕਦੋਂ ਤੋਂ GPF ਕੱਟੋਗੇ, ਕਦੋਂ ਤੋਂ ਲਾਗੂ ਹੋਊਗੀ? ਇਹਦੇ 'ਚ ਹੈ ਕੁਝ ਨਹੀਂ ਹੋਇਆ। ਹੁਣ 29,000 ਕਰਮਚਾਰੀ ਪੱਕੇ ਕਰਤੇ, ਕਾਂਗਰਸ ਕਹਿੰਦੀ ਅਸੀਂ 36,000 ਪੱਕੇ ਕਰਤੇ, ਅਕਾਲੀਆਂ ਨੇ ਪਤਾ ਨਹੀਂ ਕਿੰਨੇ ਕਰਤੇ। ਉਹ ਵਿਚਾਰੇ ਘਰਾਂ 'ਚ ਰੋ ਰਹੇ ਨੇ ਕਿ ਸਾਨੂੰ ਲੈਟਰ ਦੇ ਦਿਓ ਜੇ ਤੁਸੀਂ ਪੱਕੇ ਕਰਤੇ। 29,000 ਪੱਕੇ ਕਿੱਥੇ ਕੀਤੇ ਚਾਂਦੀ ਜੀ? ਕੋਈ ਤੇ ਡਾਟਾ ਪੇਸ਼ ਕਰ ਦਿਓ ਕਿ ਬੋਰਡ ਵਾਲਾ ਡਾਟਾ ਹੀ ਪੇਸ਼ ਕਰਨਾ ਵੀ ਉੱਥੇ ਲਿਖਿਆ ਇਸ ਕਰਕੇ 29,000 ਪੱਕੇ ਕਰਤੇ। ਕੋਈ ਪੱਕੇ ਨਹੀਂ ਹੋਏ, ਇਹ ਝੂਠ ਆ। ਤੁਸੀਂ ਸਰਾਸਰ ਝੂਠ ਬੋਲ ਰਹੇ, ਜਾਂ ਆਪਣੇ ਕਾਗਜ਼ ਪੱਤਰ ਨਾਲ ਲੈ ਕੇ ਆਇਆ ਕਰੋ ਜਾਂ ਇੱਥੇ ਇਹੋ ਜਿਹੀਆਂ ਸਪੀਚਾਂ ਨਾ ਦਿਆ ਕਰੋ। ਤੀਜੀ ਗੱਲ, ਸਾਡੇ ਕਹਿੰਦੇ ਵੀ ਦੂਰ ਦਰਾਜੇ ਅਸੀਂ ਮੁਲਾਜ਼ਮਾਂ ਦੀ ਬਦਲੀਆਂ ਨਹੀਂ ਕਰਦੇ।
ਸਾਰਿਆਂ ਨੇ ਖਬਰ ਚਲਾਈ, 2 ਐਕਸੀਡੈਂਟ ਹੋਏ। ਟੀਚਰ ਸਾਡੇ ਫਰੀਦਕੋਟ ਸਾਹਿਬ ਤੋਂ, ਮੁਕਤਸਰ ਸਾਹਿਬ ਤੋਂ ਜਾਂ ਉੱਥੋਂ ਹੋਰ ਗਏ, ਤਰਨਤਾਰਨ ਸਾਹਿਬ ਗਏ, ਐਕਸੀਡੈਂਟ ਹੋਏ, ਉਹਨਾਂ ਦੀ ਡੈਥ ਹੋ ਗਈ। ਉਹ ਕਿੱਥੇ ਗਏ ਸੀ? ਕਿੰਨੇ ਕਿਲੋਮੀਟਰ ਦੂਰ ਗਏ? ਕਿਉਂ ਇੰਨੀ ਦੂਰ ਬਦਲੀਆਂ ਕਰ ਰਹੇ ਆ? ਇੱਕ ਕਲਰਕ ਨੂੰ 3 ਸਟੇਸ਼ਨ ਦਿੱਤੇ ਗਏ ਆ, ਇੱਕ ਸਟੇਸ਼ਨ ਦੇ ਵਿੱਚ 30 ਕਿਲੋਮੀਟਰ ਦਾ ਫਾਸਲਾ, ਇੱਥੇ ਨੌਕਰੀ ਕਰੋਗੇ। ਪਾਲਿਸੀ ਨਹੀਂ, ਕਿਉਂ ਨਹੀਂ ਇਹ ਪਾਲਿਸੀਆਂ ਬਦਲੀਆਂ ਜਾ ਰਹੀਆਂ? ਸੋ ਮੁਲਾਜ਼ਮ ਆਗੂ ਹੋਣ ਦੇ ਨਾਤੇ ਅਸੀਂ ਇਹ ਕਹਿ ਰਹੇ ਹਾਂ ਕਿ ਜੇ ਤੁਸੀਂ ਇਹ ਫੈਸਲਾ ਲਿਆ, ਅਸੀਂ ਤਾਂ ਫੁੱਲ ਚੜਾਤੇ, ਅਸੀਂ ਤਾਂ ਪੌਣੇ 7:15 ਵਜੇ ਉੱਥੇ ਪਹੁੰਚ ਗਏ, ਸਾਡੀਆਂ ਮੁਸ਼ਕਲਾਂ ਤੁਸੀਂ ਦੂਰ ਕਰ ਲਓਗੇ। ਪਰ ਆ ਜਿਹੜੀਆਂ ਤੁਸੀਂ ਜਿਹੜੇ ਕਮਿਟਮੈਂਟਾਂ ਕੀਤੀਆਂ ਸੀ, ਇਹ ਝੂਠੇ ਪੱਤਰ ਜਾਰੀ ਕੀਤੇ ਸੀਗੇ, ਉਹਨਾਂ ਨੂੰ ਅਸਲੀ ਰੂਪ ਦੇ ਦਿਓ। ਚਲੋ ਆਪਾਂ ਲਾਸਟ ਐਕਸ਼ਨ ਲੈ ਲਈਏ, ਲਾਸਟ ਐਕਸ਼ਨ। ਚਾਂਦੀ ਸਾਹਿਬ ਬਸ ਲਾਸਟ ਐਕਸ਼ਨ ਦਿਓ, ਕਿਉਂਕਿ ਮੈਂ ਫਿਰ ਅੱਗੇ ਕੰਕਲੂਡ ਕਰੂੰਗਾ। ਖਹਿਰਾ ਸਾਹਿਬ ਦੇਖੋ, ਮੈਂ ਟੋਟਲ ਮੁਲਾਜ਼ਮਾਂ ਦੀ ਗੱਲ ਕੀਤੀ ਸੀ ਕਿ ਕੱਚੇ ਮੁਲਾਜ਼ਮ ਨੇ ਜਿਹੜੇ ਉਹ 14,000 ਭਰਤੀ ਕੀਤੇ ਗਏ ਨੇ, ਬਾਕੀ ਨਵੀਂ ਨੌਕਰੀਆਂ 29,000 ਕਿਹਾ ਸੀਗਾ ਤੁਸੀਂ, ਬਾਕੀ 14,000 ਦਾ ਡਾਟਾ ਵੀ ਤੁਸੀਂ ਇੱਥੇ ਕਾਗਜ਼ ਦਿਖਾਓ ਕੋਈ। ਅਸੀਂ ਦੇਖੋ ਸਮਝ ਲੈਣੀ ਚਾਹੀਦੀ ਆ, ਮੈਂ ਵੀ ਡਾਟੇ ਤੋਂ ਕਦੇ ਬਾਹਰ ਨਹੀਂ ਜਾਊਂਗਾ। ਆਖਰਕਾਰ ਆਪਾਂ ਇੱਕ ਵੱਡੇ ਪਲੇਟਫਾਰਮ ਦੇ ਉੱਤੇ ਬੈਠ ਕੇ ਗੱਲਬਾਤ ਕਰ ਰਹੇ ਆ। ਔਰ ਰਹੀ ਗੱਲ ਜਿਹੜੀ ਤੁਸੀਂ ਗੱਲ ਕਰਦੇ ਹੋ ਕਿ ਦਿਖਾ ਦਿਓ, ਉਹ ਕਰ ਦਿਓ, ਜੇਕਰ ਤੁਹਾਨੂੰ ਵੀ ਲੱਗਦਾ ਹੁੰਦਾ ਅੱਜ ਇਹ ਕਿ ਵਾਕਈ ਆਮ ਆਦਮੀ ਪਾਰਟੀ ਜਾਂ ਮਾਨ ਸਰਕਾਰ ਝੂਠ ਬੋਲ ਰਹੀ ਹੈ, ਤੁਸੀਂ ਉਹਨੂੰ ਕੋਈ ਨਾ ਕੋਈ ਪਲੇਟਫਾਰਮ ਸਿਲੈਕਟ ਕਰ ਲੈਣਾ ਸੀ, ਕਿਉਂਕਿ ਤੁਸੀਂ ਇੱਕ ਸਾਂਝੇ ਫਰੰਟ ਤੇ ਮੁਲਾਜ਼ਮ ਹੋ। ਜਿਹੜੀਆਂ ਤੁਹਾਡੀਆਂ ਔਕੜਾਂ ਨੇ, ਦਿੱਕਤਾਂ ਨੇ, ਜਦੋਂ ਤੁਸੀਂ ਦੱਸਦੇ ਆ ਤਾਂ ਮੈਂ ਅੱਜ ਵੀ ਇਹ ਗੱਲ ਕਹਿਣਾ ਕਿ ਸਰਕਾਰ ਨੂੰ ਮੈਂ ਵੀ ਰਿਕੁਐਸਟ ਕਰਾਂਗਾ ਕਿ ਜੇਕਰ ਤੁਹਾਡੀਆਂ ਔਕੜਾਂ ਦੇ ਵਿੱਚ ਡੇ ਬਾਈ ਡੇ ਕੋਈ ਨਾ ਕੋਈ ਇੰਤਜ਼ਾਰ ਕਰਨਾ ਪੈ ਰਿਹਾ ਕਿ ਪਹਿਲ ਦੇ ਆਧਾਰ ਤੇ ਇਹਨਾਂ ਨੂੰ ਹੱਲ ਕੀਤਾ ਜਾਵੇ, ਪਰ ਮੈਂ ਇੰਨਾ ਭਰੋਸਾ ਜ਼ਰੂਰ ਦਿੰਦਾ ਮਾਨ ਸਰਕਾਰ ਵੱਲੋਂ ਕਿ ਤੁਹਾਡੀਆਂ ਔਕੜਾਂ ਦਾ ਬਿਲਕੁਲ ਹੱਲ ਇਨ ਬਿਨ ਕੱਢਿਆ ਜਾਏਗਾ। ਚਲੋ ਠੀਕ ਹੈ, ਤੁਹਾਨੂੰ ਕਦੇ ਵੀ ਨਿਰਾਸ਼ ਹੋਣ ਦੀ ਦੇਣ ਦਿੱਤੀ ਜਾਏਗੀ। ਠੀਕ ਹੈ ਚਾਂਦੀ ਸਾਹਿਬ, ਸ਼ੁਕਰੀਆ ਜੁੜਨ ਦੇ ਲਈ। ਆਮ ਆਦਮੀ ਪਾਰਟੀ ਤੋਂ, ਬੀਜੇਪੀ ਤੋਂ ਜੈਬੰਸ ਜੀ ਜੁੜੇ, ਕਾਂਗਰਸ ਤੋਂ ਜਗਮੀਤ ਢਿੱਲੋਂ ਜੀ ਔਰ ਅਕਾਲੀ ਦਲ ਤੋਂ ਪਰਮਵੀਰ ਸਿੰਘ ਜੀ ਜੁੜੇ, ਔਰ ਸਾਂਝਾ ਮੰਚ ਮੁਲਾਜ਼ਮ ਮੰਚ ਤੋਂ ਸਾਡੇ ਨਾਲ ਕਨਵੀਨਰ ਸੁਖਚੈਨ ਸਿੰਘ ਖਹਿਰਾ ਜੁੜੇ। ਸਾਰੇ ਮਹਿਮਾਨਾਂ ਦਾ ਬਹੁਤ ਬਹੁਤ ਧੰਨਵਾਦ ਚਰਚਾ ਦੇ ਵਿੱਚ ਜੁੜਨ ਦੇ ਲਈ। ਸੋ ਮੁਲਾਜ਼ਮਾਂ ਦਾ ਸਮਾਂ ਜਿਹੜਾ ਉਹ ਬਦਲਿਆ ਗਿਆ, ਦਫ਼ਤਰਾਂ ਦਾ ਸਮਾਂ ਜਿਹੜਾ ਉਹ ਬਦਲਿਆ ਗਿਆ। ਸਵੇਰੇ ਹੁਣ 7:30 ਵਜੇ ਦਫ਼ਤਰ ਜਿਹੜੇ ਸਰਕਾਰੀ ਉਹ ਖੁੱਲਿਆ ਕਰਨਗੇ ਪੰਜਾਬ ਦੇ ਵਿੱਚ, ਤੇ 2 ਵਜੇ ਤੱਕ, ਕਿਉਂਕਿ ਗਰਮੀ ਦੇ ਮੌਸਮ ਨੂੰ ਦੇਖਦੇ ਹੋਏ ਜੋ ਸਰਕਾਰ ਤਰਕ ਦੇ ਰਹੀ ਹੈ ਕਿ ਗਰਮੀ ਦਾ ਮੌਸਮ ਹੈ ਔਰ ਅਜਿਹੇ ਦੇ ਵਿੱਚ ਪੀਕ ਆਵਰ ਹੁੰਦਾ ਦੁਪਹਿਰ ਦਾ, ਤਾਂ ਉਸ ਦੇ ਵਿੱਚ ਬਿਜਲੀ ਦੀ ਬਚਤ ਹੋਏਗੀ, ਏਸੀਆਂ ਦੀ ਵਰਤੋਂ ਘੱਟ ਹੋਏਗੀ ਦਫ਼ਤਰਾਂ ਦੇ ਵਿੱਚ। ਇਸ ਨੂੰ ਲੈ ਕੇ ਇਹ ਫੈਸਲਾ ਲਿਆ ਗਿਆ। ਪਰ ਹੁਣ ਇਹ ਫੈਸਲਾ ਕਿੰਨਾ ਕੁ ਸਹੀ ਹੈ, ਕਿੰਨਾ ਗਲਤ ਹੈ, ਉਹ ਮੁਲਾਜ਼ਮ ਫੈਸਲਾ ਕਰਨਗੇ, ਤੇ ਆਮ ਲੋਕ ਜਿਨ੍ਹਾਂ ਦਾ ਵਾਹ ਵਾਸਤਾ ਸਰਕਾਰੀ ਦਫ਼ਤਰਾਂ ਦੇ ਨਾਲ ਪੈਣਾ ਹੈ, ਔਰ ਦੂਜਾ ਖਜ਼ਾਨੇ ਦੇ ਵਿੱਚ ਕਿੰਨੇ ਕੁ ਆਮਦਨ ਇਸ ਦੇ ਨਾਲ ਹੁੰਦੀ ਹੈ ਜਾਂ ਨਹੀਂ ਹੁੰਦੀ, ਜਾਂ ਬਿਜਲੀ ਦੀ ਬਚਤ ਕਿੰਨੀ ਹੁੰਦੀ ਹੈ ਜਾਂ ਨਹੀਂ ਹੁੰਦੀ, ਆਉਣ ਵਾਲਾ ਸਮਾਂ ਦੱਸੇਗਾ। ਫਿਲਹਾਲ ਇਸ ਚਰਚਾ ਦੇ ਵਿੱਚ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ।